अस्सलाम वालेकुम वीरो। तारफ़ की ज़रूरत नहीं, साढ़े बहुत एमिनेंट स्कॉलर डॉक्टर मंजूर एजाज साढ़े नाल ने और होपफुली ये बड़ा मालूमात नाल भरिया एक प्रोग्राम होएगा साडी मुंडीर वास्ते, नवी नस्ल वास्ते। उन्हां वास्ते बड़ा ज़रूरी है कि डॉक्टर साहब दीयां गल्लां सुनन, गौर करन। शुरू करने आ। डॉक्टर साहब, पहला सवाल जिहड़ा मैं तुहाडे वास्ते रखिया है वो थोड़ा जिहा शायद ऑकवर्ड होए, लेकिन बहरहाल असीं भी सीखना चाहुंदे हां तुहाडे कोलों। 1857 ਦੀ ਜੰਗੇ ਆਜ਼ਾਦੀ ਨੂੰ ਗਦਰ ਤੇ 1947 ਦੇ ਬਟਵਾਰੇ ਨੂੰ ਤਹਿਰੀਕੇ ਆਜ਼ਾਦੀ ਕਿਉਂ ਆਖਿਆ ਗਿਆ? ਦੇਖੋ ਜੀ, ਆਪਣਾ 1857 ਦਾ ਜਿਹੜਾ ਰਿਬੈਲੀਅਨ ਸੀ ਉਹ ਅਸਲ ਦੇ ਵਿੱਚ ਅੰਗਰੇਜ਼ਾਂ ਲਈ ਗਦਰ ਸੀ ਨਾ। ਮਤਲਬ ਉਹ 'ਚ ਤੇ ਅੰਗਰੇਜ਼ਾਂ ਦਾ ਬਹੁਤ ਕਤਲੇਆਮ ਹੋਇਆ ਨਾ ਦਿੱਲੀ ਵਗੈਰਾ 'ਚ। ਤੇ ਚੂੰਕਿ ਜਿਹੜੀਆਂ ਤਾਰੀਖਾਂ ਤੇ ਟਰਮੀਨੋਲੋਜੀ ਬਣਾਈ ਜਿਨ੍ਹਾਂ ਲੋਕਾਂ ਨੇ, ਉਹ ਚੂੰਕਿ ਅੰਗਰੇਜ਼ ਪ੍ਰਸਤੀ ਸਨ ਸਾਰੇ, ਤੇ ਇਸ ਵਾਸਤੇ ਉਹਨਾਂ ਨੇ ਉਹਨੂੰ ਗਦਰ ਕਿਹਾ ਤੇ ਇਹਨੂੰ ਤਹਿਰੀਕੇ ਆਜ਼ਾਦੀ ਕਹਿ ਦਿੱਤਾ। ਹਾਲਾਂਕਿ ਇਹਦੇ ਵਿੱਚ ਜਿਹੜੀ ਹੈ ਪੰਜਾਬ ਜਿੱਥੋਂ ਤੱਕ ਤਲਕ ਹੈ, ਪੰਜਾਬ ਦੇ ਵਿੱਚ ਅੰਗਰੇਜ਼ ਤੋਂ ਆਜ਼ਾਦੀ ਲਈ ਤੇ ਸਵਾਏ ਭਗਤ ਸਿੰਘ ਤੋਂ ਤੇ ਹੋਰ ਕੋਈ ਲੋਕਾਂ ਨੇ ਬਹੁਤ ਐਸਾ ਕੀਤਾ ਨਹੀਂ ਹੈ। ਕਿਉਂਕਿ ਜਿਹੜੇ ਹਿੰਦੂ ਨੈਸ਼ਨਲਿਸਟ ਸਨ, ਜਿਵੇਂ ਲਾਲਾ ਲਾਜਪਤ ਰਾਏ ਸੀ, ਤੇ ਉਹਨੇ ਤੇ 1923 ਵਿੱਚ ਟ੍ਰਿਬਿਊਨ ਦੇ ਵਿੱਚ ਇੱਕ ਕਾਲਮ ਲਿਖਿਆ ਸੀ ਜਿਹਦੇ 'ਚ ਉਹਨੇ ਕਿਹਾ ਸੀ ਕਿ ਅਸੀਂ ਮੁਸਲਮਾਨਾਂ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਸਾਨੂੰ ਵੱਖ ਕਰ ਦਿਓ। ਤੇ ਉਹਨੇ ਜਿਹੜਾ ਨਕਸ਼ਾ ਦਿੱਤਾ ਸੀ ਪੰਜਾਬ ਦਾ, ਉਹੋ ਹੀ ਨਕਸ਼ਾ ਅਲਟੀਮੇਟਲੀ ਹੋਇਆ, ਉਹੀ ਨਕਸ਼ੇ ਦੇ ਉੱਤੇ ਪੰਜਾਬ ਵੰਡਿਆ ਗਿਆ। ਸਿੱਖ ਜਿਹੜੇ ਨੇ ਸਿੱਖ ਸਭਾਵਾਂ ਜਿਹੜੀਆਂ ਨੇ ਉਹ ਆਪਣੀ ਸਰਵਾਈਵਲ ਦੀ ਜੰਗ ਲੜ ਰਹੀਆਂ ਸਨ, ਕਿਉਂਕਿ ਉਹਨਾਂ ਦਾ ਪ੍ਰੋਬਲਮ ਇਹ ਹੈਗਾ ਸੀ ਕਿ ਸਿੱਖ ਜਿਹੜੇ ਨੇ ਬਹੁਤ ਧੜਾ-ਧੜ ਈਸਾਈ ਹੋ ਰਹੇ ਸਨ ਤੇ ਉਹ ਉਹਨਾਂ ਨੂੰ ਉਧਰੋਂ ਰੋਕਣ ਲਈ ਤੇ ਦੂਜੇ ਜਿਹੜੀ ਗੁਰਦੁਆਰੇ ਨੇ ਉਹਨਾਂ ਉੱਤੇ ਮਹੰਤ ਕਬਜ਼ਾ ਕਰ ਚੁੱਕੇ ਸਨ, ਹਿੰਦੂ ਮਹੰਤ, ਤੇ ਉਹ ਉਹਨਾਂ ਕੋਲੋਂ ਕਬਜ਼ਾ ਛਡਾਉਣ ਦੇ ਚੱਕਰ ਦੇ ਵਿੱਚ ਤੇ ਮੁੰਡਿਆਂ ਨੂੰ, ਅਗਲੀ ਨਸਲ ਨੂੰ ਈਸਾਈ ਬਣਨ ਤੋਂ ਰੋਕਣ ਦੇ ਵਿੱਚ ਲੱਗੇ ਹੋਏ ਸਨ। ਮੁਸਲਮਾਨ ਜਿਹੜੇ ਸਨ, ਮੁਸਲਮਾਨ ਤੇ ਬੇਸਿਕਲੀ ਪੇਜ਼ੈਂਟਰੀ ਸੀ ਤੇ ਜਾਂ ਆਰਟੀਜ਼ਨ ਸਨ, ਤੇ ਜਿਹੜੀ ਇੰਟਲੈਕਚੁਅਲ ਕਲਾਸ ਹੈ, ਮਿਡਲ ਕਲਾਸ ਜਿਹੜੀ ਉਹ ਬਹੁਤ ਹੀ ਛੋਟੀ ਸੀ, ਤੇ ਉਹ ਜਿਹੜੀ ਹੈ ਸੀ ਥੋੜੀ ਬਹੁਤ, ਉਹ ਜਿਹੜੀ ਉਹ ਉਮਾ ਦੇ ਪਿੱਛੇ ਲੱਗੀ ਸੀ, ਜਿਵੇਂ ਲਾਮਾ ਇਕਬਾਲ ਸੀ ਤੇ ਦੂਜੇ। ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਪਾਰਟੀਸ਼ਨ ਹੋਈ ਉਹਦੇ ਵਿੱਚ ਉਸ ਤੋਂ ਪਹਿਲੇ ਪੰਜਾਬ ਜਿਹੜਾ ਹੈ ਉਹਦੇ ਵਿੱਚ 1933 1936 ਤੋਂ ਤੇ ਅੰਦਰੂਨੀ ਮਾਰਾਮਾਰੀ ਸ਼ੁਰੂ ਹੋ ਚੁੱਕੀ ਸੀਗੀ। ਡਾਕਟਰ ਸਾਹਿਬ, ਇਹ ਮਾਂ ਬੋਲੀ ਪੰਜਾਬੀ ਦੇ ਪੜ੍ਹੇ ਲਿਖੇ ਸ਼ਹਿਰੀ ਹਲਕਿਆਂ ਵਿੱਚ ਦਾਨਿਸ਼ਤਾ ਤੌਰ ਤੇ ਨਜ਼ਰਅੰਦਾਜ਼ ਕੀਤੀ ਗਈ, ਇਹ ਤਾਂ ਸਾਨੂੰ ਕੁਛ ਅੰਦਾਜ਼ਾ ਹੈ। ਤੁਸੀਂ ਪੰਜਾਬੀ ਵਾਸਤੇ ਉਰਦੂ ਵਾਈਜ਼ ਲੈਫਟ ਨੂੰ ਜ਼ਿਆਦਾ ਕਸੂਰਵਾਰ ਸਮਝਦੇ ਹੋ ਜਾਂ ਰਾਈਟ ਨੂੰ? ਦੇਖੋ ਜੀ, ਇਹਦੇ 'ਚ ਸਾਰੇ ਕਸੂਰਵਾਰ ਨੇ, ਇਹਦੇ ਵਿੱਚ ਸਾਰੇ ਕਸੂਰਵਾਰ ਨੇ। ਰਾਈਟ ਦਾ ਤੇ ਖੈਰ ਨਜ਼ਰੀਆ ਹੀ ਇਹ ਸੀ ਕਿ ਬਈ ਜਿਹੜਾ ਪਾਕਿਸਤਾਨ ਹੈ ਉਹਨੂੰ ਇੱਕ ਰੱਖਣ ਲਈ ਨਜ਼ਰੀਆ ਹੈ ਪਾਕਿਸਤਾਨ ਤੇ ਉਰਦੂ ਜਿਹੜੀਆਂ ਨੇ ਇਹ ਦੋ ਪਹਿਲੇ ਖੰਭ ਨੇ, ਤੇ ਇਹਨਾਂ ਤੋਂ ਬਗੈਰ ਪਾਕਿਸਤਾਨ ਰਹਿ ਨਹੀਂ ਸਕਦਾ। ਹੁਣ ਤੱਕ ਵੀ ਉਹ ਇਹੋ ਹੀ ਮੰਨਦੇ ਨੇ। ਲੇਕਿਨ ਲੈਫਟ ਜਿਹੜਾ ਸੀ ਉਹਦੀ ਜਿਹੜੀ ਅਪਰੋਚ ਸੀ ਨਾ ਜ਼ਬਾਨਾਂ ਦੇ ਬਾਰੇ 'ਚ, ਥਿਓਰੈਟੀਕਲੀ ਤੇ ਉਹ ਮੰਨਦੇ ਸਨ ਪੰਜਾਬ ਜ਼ਬਾਨਾਂ ਦੇ ਹੱਕ ਨੂੰ। ਜਿਵੇਂ ਫੈਜ਼ ਅਹਿਮਦ ਫੈਜ਼ ਸੀ, ਤੇ ਉਹ ਮੈਂ ਫੈਜ਼ ਅਹਿਮਦ ਫੈਜ਼ ਨੂੰ ਮੈਂ ਉੱਥੇ ਪ੍ਰੋਗਰਾਮ ਕਰਦਾ ਹੁੰਦਾ ਸਾਂ ਟੀਵੀ ਦੇ ਉੱਤੇ, ਪੰਜ ਨਦ, ਮੁਸ਼ਤਾਕ ਸੂਫੀ ਸਾਹਿਬ ਉਹਦੇ ਸਨ ਪ੍ਰੋਡਿਊਸਰ, ਤੇ ਉਹਦੇ ਵਿੱਚ ਫੈਜ਼ ਸਾਹਿਬ ਨੂੰ ਮੈਂ ਇੱਕ ਇੰਟਰਵਿਊ ਕੀਤਾ ਸੀ, ਕਾਫੀ ਲੰਮਾ ਇੰਟਰਵਿਊ ਹੋ ਗਿਆ ਸੀ, ਕੋਈ 1.5 ਘੰਟੇ ਦਾ ਹੋ ਗਿਆ ਸੀ। ਤੇ ਉਹਦੇ ਵਿੱਚ ਮੈਂ ਫੈਜ਼ ਸਾਹਿਬ ਨੂੰ ਕਿਹਾ ਜੀ ਤੁਸੀਂ ਥਿਓਰੈਟੀਕਲੀ ਤੇ ਪੰਜਾਬੀ ਤੇ ਲੋਕਾਂ ਦੀਆਂ ਜ਼ਬਾਨਾਂ ਦੀ ਗੱਲ ਕਰਦੇ ਹੋ, ਆਪ ਤੁਸੀਂ ਕਦੀ ਨਹੀਂ ਲਿਖੀ।
ਤੇ ਉਹਨਾਂ ਨੇ ਕਿਹਾ ਕਿ ਜੀ ਪਹਿਲੇ ਕਹਿਣ ਲੱਗੇ ਕਿ ਜੀ ਉਹ ਸਾਡਾ ਨੈਸ਼ਨਲਿਸਟ ਮਸਲਾ ਹੋ ਗਿਆ ਸੀ ਤੇ ਉਹ ਉਰਦੂ ਦੇ ਨਾਂ ਨਾਲ ਨੈਸ਼ਨਲਿਜ਼ਮ ਚੱਲ ਰਹੀ ਸੀ। ਮੈਂ ਕਿਹਾ ਜੀ ਨਹੀਂ, ਇਹ ਮੈਨੂੰ ਤੁਹਾਡੀ ਗੱਲ ਵਾਰਾ ਨਹੀਂ ਖਾਂਦੀ, ਇਹ ਮੈਨੂੰ ਨਹੀਂ ਲੱਗਦਾ ਕਿ ਵਜ੍ਹਾ। ਕਹਿਣ ਲੱਗੇ ਪਰ ਵੱਡੀ ਸਭ ਤੋਂ ਵਜ੍ਹਾ ਇਹ ਸੀ ਕਿ ਮੈਨੂੰ ਇਹ ਲੱਗਦਾ ਸੀ ਕਿ ਮੈਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਵਗੈਰਾ ਲਿਖ ਨਹੀਂ ਸਕਦਾ, ਲੇਕਿਨ ਜੇ ਮੈਂ ਮਿਹਨਤ ਕਰਾਂ ਤਾਂ ਮੈਂ ਉਰਦੂ ਦੇ ਕਲਾਸੀਕਲ ਸ਼ਾਇਰਾਂ ਵਗੈਰਾ ਲਿਖ ਸਕਦਾ ਹੈ। ਤੇ ਉਹ ਜਿਹੜੀ ਕਿ ਗੱਲ ਕਾਫੀ ਹੱਦ ਤੱਕ ਸਹੀ ਹੈ, ਕਿਉਂਕਿ ਇਹਨਾਂ ਦਾ ਇਹ ਜਿਹੜਾ ਲੈਫਟ ਬਣਿਆ ਨਾ ਪੰਜਾਬ ਦੇ ਵਿੱਚ, ਇਹਨਾਂ ਦਾ ਔਰ ਖਾਸ ਤੌਰ ਤੇ ਜਿਹੜੇ ਮੁਸਲਮਾਨ ਸਨ, ਇਹਨਾਂ ਦਾ ਕੋਈ ਬਹੁਤਾ ਤਲਕ ਨਹੀਂ ਸੀ ਹੈਗਾ ਲੋਕਾਂ ਦੇ ਨਾਲ। ਮਿਡਲ ਕਲਾਸ ਸ਼ਹਿਰਾਂ ਦੀ ਮਿਡਲ ਕਲਾਸ ਦੇ ਵਿੱਚ ਹੀ ਇਹ ਘੁੰਮਦੇ ਸਨ ਤੇ ਇਹਨਾਂ ਦਾ ਕੋਈ ਲੋਕਾਂ ਨਾਲ ਤਲਕ ਨਹੀਂ ਸੀ ਹੈਗਾ ਬਹੁਤਾ। ਤੇ ਇਹ ਦੇਖੋ ਤੁਸੀਂ, ਇਹ 1970 ਤੱਕ ਜਿਹੜਾ ਲੈਫਟ ਵੀ ਹੈ ਉਹਦੇ ਵਿੱਚ ਪੰਜਾਬੀ, ਬਕਾਇਦਾ ਲੈਫਟ ਵਿੱਚ ਪੰਜਾਬੀ ਤੇ ਨਹੀਂ ਲਿਖੀ ਜਾਂਦੀ ਸੀਗੀ, ਬਲਕਿ ਇਹ ਹੈ ਕਿ ਜਿਹੜੇ ਸਾਈਡ ਤੇ ਬੰਦੇ ਹੁੰਦੇ ਸਨ ਪ੍ਰੋਗਰੈਸਿਵ ਐਨਲਾਈਟਡ, ਵਿਚਾਰੇ ਜਿਹੜੇ ਸਾਈਕਲਾਂ ਤੇ ਉੱਥੇ ਆਉਂਦੇ ਸਨ ਪੰਜਾਬੀ ਅਦਬੀ ਸੰਗਤ ਲਾਹੌਰ, ਤੇ ਉਹ ਸਾਈਕਲਾਂ ਵਾਲੇ ਸਨ ਸਾਰੇ ਜਿਹੜੇ ਪੰਜਾਬੀ ਨੂੰ ਸਪੋਰਟ ਕਰਦੇ ਸਨ, ਕਾਰਾਂ ਵਾਲਾ ਕੋਈ ਨਹੀਂ ਸੀ ਹੈਗਾ ਉਹਨਾਂ 'ਚ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੈਫਟ ਜਿਹੜਾ ਹੈ, ਇਹਨੂੰ ਲੈਫਟ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਗ ਹੈ ਉਹ 70 ਤੋਂ ਬਾਅਦ ਲੱਗੀ ਹੈ। ਔਰ ਉਹਦੇ ਵਿੱਚ ਸਿਆਸੀ, ਅਗਰ ਤੁਸੀਂ ਪਿਓਰਲੀ ਸਿਆਸੀ ਜਮਾਤਾਂ ਨੂੰ ਦੇਖੋ ਤੇ ਉਹਦੇ 'ਚ ਮਜ਼ਦੂਰ ਕਿਸਾਨ ਪਾਰਟੀ ਦਾ ਔਰ ਮੇਜਰ ਮੁਹੰਮਦ ਇਸਾਕ ਦਾ ਬੜਾ ਹੱਥ ਹੈ। ਉਹ ਪਹਿਲੀ ਸਿਆਸੀ ਪਾਰਟੀ ਸੀ ਜਿਹਨੇ ਆਪਣੀਆਂ ਕਾਰਵਾਈਆਂ ਪੰਜਾਬੀ ਵਿੱਚ ਲਿਖਣੀਆਂ ਸ਼ੁਰੂ ਕੀਤੀਆਂ। ਤੇ ਮੇਜਰ ਸਾਹਿਬ ਜਿਹੜੇ ਉਹਦੇ ਲੀਡਰ ਸਨ, ਉਹਨਾਂ ਨੇ 2 ਡਰਾਮੇ ਵੀ ਲਿਖੇ, ਮੁਸੱਲੀ ਤੇ ਕੁਗਨਸ। ਤੇ ਕੁਗਨਸ ਤੇ ਪਬਲਿਸ਼ ਵੀ ਮੈਂ ਹੀ ਕੀਤਾ ਸੀਗਾ। ਫੈਜ਼ ਸਾਹਿਬ ਦੀ ਬੀਵੀ ਨੇ ਉਹਦਾ ਲਿਖਿਆ ਸੀ ਦਿਬਾਚਾ, ਤੇ ਉਹ ਛਾਪਿਆ ਮੈਂ ਹੀ ਸੀਗਾ ਉਦੋਂ ਮੈਂ ਪੰਜਾਬ ਅਦਬੀ ਮਰਕਜ਼ ਚਲਾਉਂਦਾ ਹੁੰਦਾ ਸਾਂ ਉੱਥੇ, ਮਜ਼ੰਗ ਚੁੰਗੀ ਤੇ ਸੀ ਸਾਡੀ ਪਬਲਿਸ਼ਿੰਗ ਹਾਊਸ ਜੀ। ਤੁਸੀਂ ਨਹੀਂ ਸਮਝਦੇ ਕਿ UPCP ਦੇ ਉਲਮਾ ਤੇ ਤਰੱਕੀ ਪਸੰਦਾਂ ਕਾਰਨ ਪੰਜਾਬ ਦੇ ਅਕੀਦਿਆਂ ਫਿਰਕਿਆਂ ਵਿੱਚ ਕੰਪਲੈਕਸਿਟੀ ਵਧੀ? ਵੈਸੇ ਦੇਖੋ, ਗੱਲ ਇਹ ਹੈ ਕਿ ਅੰਗਰੇਜ਼ ਦੇ 2 ਮਸਲੇ ਸਨ। ਪੰਜਾਬ ਜਦੋਂ ਉਹਨਾਂ ਨੇ 1849 ਦੇ ਵਿੱਚ ਫਤਹ ਕੀਤਾ ਤੇ ਉਹਨਾਂ ਦੇ ਕੁਝ 3-4 ਕਿਸਮ ਦੇ ਮਸਾਇਲ ਸਨ ਕਿ ਉਹਨਾਂ ਨੇ ਬਾਕੀ ਤੇ ਜਿੱਥੇ ਵੀ ਜਿਹੜੇ ਇਲਾਕੇ 'ਚ ਵੀ ਗਏ, ਜਿਵੇਂ ਮਸਲਨ ਸਿੰਧ ਵਿੱਚ ਗਏ ਜਾਂ ਗੁਜਰਾਤ ਵਿੱਚ ਗਏ ਜਾਂ ਆਪਣਾ ਬੰਗਾਲ ਵਿੱਚ ਗਏ, ਤੇ ਉੱਥੇ ਤੇ ਉਹਨਾਂ ਨੇ ਲੋਕਲ ਜ਼ਬਾਨਾਂ ਦੇ ਅਲਫਾਬੈਟਸ ਨੂੰ ਸਟੈਂਡਰਡਾਈਜ਼ ਕਰਕੇ ਤੇ ਉਹਨਾਂ ਨੇ ਉੱਥੇ ਉਹ ਜ਼ਬਾਨਾਂ ਲਾ ਦਿੱਤੀਆਂ। ਸਿੰਧ ਵਿੱਚ ਤੇ ਰੈਵਨਿਊ ਦੀ ਜ਼ਬਾਨ ਵੀ ਸੀ, ਅਦਾਲਤ ਦੀ ਜ਼ਬਾਨ ਵੀ ਸਿੰਧੀ ਸੀ। ਲੇਕਿਨ ਜਿਹੜਾ ਪੰਜਾਬ ਸੀ, ਇੱਕ ਤੇ ਪੰਜਾਬ ਦੇ ਵਿੱਚ ਜਿਹੜੀ ਰਣਜੀਤ ਸਿੰਘ ਦਾ ਜਿਹੜੀ ਉਹਦੀ ਹਕੂਮਤ ਸੀਗੀ, ਉਹ ਮਲਟੀਲਿੰਗੁਅਲ ਸੀ। ਮਤਲਬ ਇੱਕ ਪਾਸੇ ਦੇਖੋ ਨਾ ਕਿ ਉਹ ਫਰੰਟੀਅਰ ਦੇ ਵਿੱਚ ਖੈਬਰ ਪਖਤੂਨਖਵਾ 'ਚ ਪਸ਼ਤੋ ਹੈ, ਫਾਰਸੀ ਹੈ, ਤੇ ਦੂਜੇ ਪਾਸੇ ਇੱਧਰ ਪੰਜਾਬੀ ਹੈ। ਤੇ ਮਤਲਬ ਇਹ ਹੈ ਕਿ ਉਹ ਕਾਫੀ ਇਹ ਸੀ। ਇੱਕ ਹੋਰ ਮਸਲਾ ਇਹ ਸੀ ਕਿ ਜਿਹੜੀ ਗੁਰਮੁਖੀ ਹੈ, ਉਹ ਸਕ੍ਰਿਪਟ ਜਿਹੜਾ ਹੈ, ਉਹ ਸਿੱਖ ਜਿਹੜੇ ਨੇ ਉਹ ਟੋਟਲੀ ਮਜ਼ਹਬੀ ਚੀਜ਼ਾਂ ਲਈ ਵਰਤ ਰਹੇ ਸਨ। ਉਹ ਉਹਨਾਂ ਦੇ ਵਿੱਚ ਜਿਹੜੀ 1900 ਯਾਨੀ ਮਤਲਬ ਅਮਰਤਾ ਪ੍ਰੀਤਮ ਤੇ ਮੋਹਨ ਸਿੰਘ ਤੋਂ ਪਹਿਲੇ ਉਹਨਾਂ ਵਿੱਚ ਕੁਝ ਸੈਕੂਲਰ ਲਿਟਰੇਚਰ ਵੀ ਨਹੀਂ ਸੀ ਲਿਖਿਆ ਜਾ ਰਿਹਾ। ਤੇ ਇਸ ਵਾਸਤੇ ਜਿਹੜੀ ਕਾਨੋਟੇਸ਼ਨ ਸੀ ਉਹਦੀ ਗੁਰਮੁਖੀ ਦੀ, ਉਹ ਵੀ ਸੀ, ਸਕ੍ਰਿਪਟ ਦਾ ਵੀ ਮਸਲਾ ਸੀ। ਫਿਰ ਅੰਗਰੇਜ਼ ਜਿਹੜਾ ਹੈ ਨਾ, ਉਹ ਜਦੋਂ ਪੰਜਾਬ ਆਇਆ ਤੇ ਪੰਜਾਬ ਉਹਦਾ ਆਖਰੀ ਟਿਕਾਣਾ ਸੀਗਾ ਪੰਜਾਬ। ਉਸ ਤੋਂ ਆਖਰ ਤੇ ਉਹਨੇ ਫਤਹ ਕੀਤਾ ਪੰਜਾਬ ਨੂੰ। ਉਸ ਵੇਲੇ ਤੱਕ ਅੰਗਰੇਜ਼ ਵੀ ਜਿਹੜਾ ਹੈ ਉਹ ਥੱਕ ਚੁੱਕਿਆ ਸੀ। ਅੰਗਰੇਜ਼ੀ ਸਾਮਰਾਜ ਜਿਹੜਾ ਹੈ ਉਹਦੀ ਜਿਹੜੀ ਤਾਕਤ ਹੈ
ਉਹ ਮੁੱਕ ਰਹੀ ਸੀ। ਤੇ ਉਹਦਾ ਆਧਾਰ ਇਹ ਸੀਗਾ ਕਿ ਉਸ ਜ਼ਮਾਨੇ ਦੇ ਅੰਗਰੇਜ਼ਾਂ ਦੀਆਂ ਜਿਹੜੀਆਂ ਨੇ ਨਾ ਆਪਣਾ ਕਮਿਊਨੀਕੇਸ਼ਨਸ, ਉਹਨਾਂ ਵਿੱਚ ਜਿਹੜੇ ਪੁਰਾਣੇ ਅੰਗਰੇਜ਼ ਨੇ ਉਹ ਕਹਿੰਦੇ ਨੇ ਜੀ ਇਹ ਜਿਹੜੇ ਨਵੇਂ ਆ ਰਹੇ ਨੇ ਇਹਨਾਂ ਨੂੰ ਕੋਈ ਜ਼ਬਾਨ ਨਹੀਂ ਆਉਂਦੀ ਲੋਕਲ, ਤੇ ਇਹ ਬਹੁਤ ਨਿਕੰਮੇ ਨੇ, ਲੋਕਲ ਜ਼ਬਾਨਾਂ ਨਹੀਂ ਪੜ੍ਹਦੇ। ਤੇ ਲਿਹਾਜ਼ਾ ਉਹਨਾਂ ਨੇ ਯੂਪੀ ਦੇ ਵਿੱਚ ਬਿਊਰੋਕ੍ਰੇਸੀ ਤਿਆਰ ਕੀਤੀ ਸੀ, ਉਹ ਬਿਊਰੋਕ੍ਰੇਸੀ ਜਿਹੜੀ ਉਹਨਾਂ ਨੇ ਪਲਾਂਟ ਕਰ ਦਿੱਤੀ ਇੱਥੇ। ਅੱਛਾ, ਹੁਣ ਆਪਣਾ ਯੂਪੀਸੀਪੀ ਦੀ ਜਿਹੜੀ ਬਿਊਰੋਕ੍ਰੇਸੀ ਸੀ ਜਾਂ ਜਿਹੜੀ ਅਰਿਸਟੋਕ੍ਰੇਸੀ ਸੀ, ਉਹਨਾਂ ਨੂੰ ਵੀ 1857 ਦੇ ਵਿੱਚ ਉਹਨਾਂ ਕੋਲੋਂ ਸਭ ਕੁਝ ਅੰਗਰੇਜ਼ਾਂ ਨੇ ਖੋਹ ਲਿਆ ਸੀ, ਜਾਇਦਾਦਾਂ ਤੇ ਜਾਗੀਰਾਂ, ਤੇ ਉਹਨਾਂ ਨੂੰ ਵੀ ਉਹਨਾਂ ਨੇ ਕਿਤੇ ਟਿਕਾਣੇ ਲਾਉਣਾ ਸੀ, ਨੌਕਰੀਆਂ ਦੇਣੀਆਂ ਸਨ, ਕਿਉਂਕਿ ਉਹ ਸਿਵਾਏ ਰਿਆਸਤ ਦੀ ਨੌਕਰੀਆਂ ਕਰਨ ਦੇ ਹੋਰ ਤੇ ਕੁਝ ਕਰਦੇ ਨਹੀਂ ਸਨ। ਤੇ ਉਹਨਾਂ ਨੂੰ ਵੀ ਖਪਾਉਣ ਲਈ ਉਹਨਾਂ ਨੂੰ ਇੱਥੇ ਭੇਜਤਾ। ਹੁਣ ਜ਼ਾਹਰ ਗੱਲ ਹੈ ਕਿ ਜਦੋਂ ਇੱਕ ਬਾਹਰੋਂ ਜ਼ਬਾਨ ਥੱਪ ਦਿੱਤੀ ਜਾਵੇ ਕਿਸੇ ਇੱਕ ਇਲਾਕੇ ਦੇ ਉੱਤੇ, ਤੇ ਉਹਨੇ ਕੰਪਲੈਕਸਿਟੀਜ਼ ਤੇ ਪੈਦਾ ਕਰਨੀਆਂ ਨੇ, ਤੇ ਉਹਦੀ ਜਿਹੜੀਆਂ ਫਿਰ ਕੰਪਲੈਕਸਿਟੀਜ਼ ਪੈਦਾ ਹੋਈਆਂ ਨੇ ਔਰ ਉਹਨਾਂ ਦੇ ਅਸਰਾਤ ਜਿਹੜੇ ਨੇ ਉਹ ਅੱਜ ਤੱਕ ਅਸੀਂ ਭੁਗਤ ਰਹੇ ਹਾਂ। ਤੇ ਮਤਲਬ ਇਹ ਹੈ ਕਿ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ, ਲੇਕਿਨ ਮੈਂ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਕਿ ਸਾਨੂੰ ਇਸ ਪੂਰੇ ਮੰਜ਼ਰ ਨੂੰ ਕਿ ਕਿਵੇਂ ਕਿਵੇਂ ਇੱਥੇ ਪੰਜਾਬੀ ਦਬਾਈ ਗਈ ਉਹਦੀ ਪੂਰਾ ਸਾਨੂੰ ਪਤਾ ਹੋਣਾ ਚਾਹੀਦਾ। ਅੱਛਾ, ਕੁਝ ਤਾਂ ਸਾਨੂੰ ਬਾਬੇ ਬੁੱਲੇ ਸ਼ਾਹ ਦੇ ਕਲਾਮ ਤੋਂ ਅੰਦਾਜ਼ਾ ਹੁੰਦਾ ਹੈ, ਪਰ ਤੁਸੀਂ ਦੱਸੋ ਵੀ ਬਟਵਾਰੇ ਤੋਂ ਪਹਿਲੇ ਔਰ ਖਾਸ ਤੌਰ ਬ੍ਰਿਟਿਸ਼ ਇੰਡੀਆ ਦੇ ਪੰਜਾਬ ਤੇ ਕਬਜ਼ੇ ਤੋਂ ਪਹਿਲੇ ਪੰਜਾਬੀ ਸਮਾਜ ਵਿੱਚ ਮੌਲਵੀ ਦੀ ਹੈਸੀਅਤ ਕੀ ਸੀ, ਮਾਸ਼ਰਤੀ ਹੈਸੀਅਤ ਕੀ? ਉਦੋਂ ਵੀ ਮੌਲਵੀ ਇੰਨਾ ਹੀ ਤਾਕਤਵਰ ਸੀ ਜਿੰਨਾ ਅੱਜ ਹੈ? ਜੇ ਉਦੋਂ ਵੀ ਇੰਨਾ ਹੀ ਤਾਕਤਵਰ ਸੀ ਤੇ ਫਿਰ ਇਹ ਤਾਕਤ ਦਾ ਸਿਲਸਿਲਾ ਕਿਦੋਂ ਤੋਂ ਸ਼ੁਰੂ ਹੋਇਆ? ਦੇਖੋ ਜੀ, ਇਹ ਜਿਹੜਾ ਸਿਲਸਿਲਾ ਹੈ ਨਾ ਮੌਲਵੀ ਦੀ ਡੂਲ ਹਸੀਅਤ ਹੈ ਪੰਜਾਬ ਦੀ ਸੁਸਾਇਟੀ ਦੇ ਵਿੱਚ, ਤੇ ਮੌਲਵੀ ਦੀ ਡੂਲ ਹਸੀਅਤ ਹੈ। ਮਤਲਬ ਮੌਲਵੀ ਜਿਹੜਾ ਹੈ ਉਹ ਇੱਕ ਪੱਧਰ ਤੇ ਕਮੀ ਨਹੀਂ ਹੈ ਪੰਜਾਬ ਦੇ ਵਿੱਚ, ਐਗਰੀਕਲਚਰਿਸਟਾਂ ਦਾ ਉਹ ਕਮੀ ਹੈ। ਇੱਕ ਦੂਜੀ ਪੱਧਰ ਦੇ ਉੱਤੇ ਜਿਹੜੇ ਮਸਲਨ ਕਾਜ਼ੀ ਜਿਹੜੇ ਨੇ ਉਹ ਮੁੱਲਾਂ ਜਿਹੜੇ ਜ਼ਿਆਦਾ ਐਡਵਾਂਸ ਹੁੰਦੇ ਨੇ ਉਹ ਕਾਜ਼ੀ ਬਣ ਜਾਂਦੇ ਨੇ, ਤੇ ਕਾਜ਼ੀ ਜਿਹੜੇ ਨੇ ਉਹ ਬੇਸਿਕਲੀ ਲੈਂਡ ਰੈਵਨਿਊ ਸਿਸਟਮ ਪੂਰਾ ਜਿਹੜਾ ਹੈ, ਲੈਂਡ ਦੇਣ ਦਾ, ਜਾਇਦਾਦ, ਸੁਸਾਇਟੀ ਦੇ ਹੋਰ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਇੰਚਾਰਜ ਹੁੰਦੇ ਨੇ। ਤੇ ਇਹਨਾਂ ਦੀ ਜ਼ਿਆਦਾ ਜਿਹੜੀ ਵਾਜ਼ੇ ਸੂਰਤ ਤੁਹਾਨੂੰ ਮੁੱਲਾਂ ਦੀ ਤੇ ਕਾਜ਼ੀ ਦੀ ਜਿਹੜੀ ਨਜ਼ਰ ਆਉਂਦੀ ਹੈ ਬਹੁਤ ਹੀ ਸਾਫ਼ ਉਹ ਵਾਰਿਸ ਸ਼ਾਹ 'ਚ ਨਜ਼ਰ ਆਉਂਦੀ ਹੈ ਤੁਹਾਨੂੰ, ਕਿ ਜਿਹੜਾ ਮੁੱਲਾ ਹੈ ਉਹ ਕੀ ਕਰ ਰਿਹਾ ਹੈ ਔਰ ਕਾਜ਼ੀ ਕੀ ਕਰ ਰਿਹਾ ਹੈ, ਤੇ ਮਜ਼ਹਬ ਦੀ ਕਿੰਨੀ ਹੈਗੀ ਹੈ ਉੱਥੇ, ਕਿੰਨਾ ਜ਼ੋਰ ਹੈ। ਅੱਛਾ, ਤੁਸੀਂ ਇਹ ਦੇਖੋ ਕਿ ਲੇਕਿਨ ਜਿਹੜਾ ਯੂਪੀਸੀਪੀ ਦੇ ਵਿੱਚ ਜਿਹੜੀ ਬਾਹਰੋਂ ਸੈਂਟਰਲ ਏਸ਼ੀਆ ਤੋਂ ਜਿਹੜੀ ਆਈ ਹੋਈ ਅਰਿਸਟੋਕ੍ਰੇਸੀ ਤੇ ਬਿਊਰੋਕ੍ਰੇਸੀ ਸੀ, ਉਹਦੀ ਮਜ਼ਹਬੀਅਤ ਦਾ ਕੋਈ ਅੰਤ ਹੀ ਨਹੀਂ ਸੀ ਹੈਗਾ। ਅਸਲ ਦੇ ਵਿੱਚ ਉਹ ਹਾਵੀ ਸਨ ਸਾਡੇ ਤੇ ਪੰਜਾਬ ਤੇ ਉਹ ਬਹੁਤ ਮਜ਼ਹਬੀ ਸਨ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਉਹਦੀ ਮਿਸਾਲ ਦੱਸਣਾ। ਇੱਕ ਮਿਸਾਲ ਦੇ ਤੌਰ ਤੇ ਮਿਰਜ਼ਾ ਗਾਲਬ ਜਿਹੜਾ ਸੀ, ਮਿਰਜ਼ਾ ਗਾਲਬ ਦਾ ਇੱਕ ਬਹੁਤ ਹੀ ਕਰੀਬੀ ਦੋਸਤ ਸੀ, ਉਹ ਵੀ ਮੌਲਾਨਾ ਸੀਗਾ, ਤੇ ਉਹਨਾਂ ਦੇ ਉਸ ਵੇਲੇ ਦਿੱਲੀ ਦੇ ਵਿੱਚ ਜਿਹੜੀ ਮੇਨ ਡਿਸਕਸ਼ਨ ਚੱਲ ਰਹੀ ਸੀ ਉਹ ਚੱਲ ਰਹੀ ਸੀ ਇਹ ਅਹਿਲੇ ਹਦੀਸ ਤੇ ਦੂਜਿਆਂ ਦੇ ਵਿਚਕਾਰ। ਤੇ ਬਹਿਸ ਇਹ ਸੀ ਕਿ ਅਹਿਲੇ ਹਦੀਸ ਇਹ ਕਹਿੰਦੇ ਸਨ ਕਿ ਖੁਦਾ ਜਿਹੜਾ ਹੈ ਉਹ ਆਖਰੀ ਨਬੀ ਦੂਜਾ ਬਣਾ ਸਕਦਾ ਹੈ ਲੇਕਿਨ ਬਣਾਏਗਾ ਨਹੀਂ, ਤੇ ਜਿਹੜੇ ਦੂਜੇ ਸਨ ਉਹ ਕਹਿੰਦੇ ਨੇ ਖੁਦਾ ਬਣਾ ਹੀ ਨਹੀਂ ਸੀ ਸਕਦਾ ਆਖਰੀ ਨਬੀ, ਉਹ ਬਣਾਉਣਾ ਚਾਹੇ ਵੀ ਤੇ ਨਹੀਂ ਬਣਾ ਸਕਦਾ। ਤੇ ਉਹਦੇ 'ਚ ਜਿਹੜੇ ਮਿਰਜ਼ਾ ਗਾਲਬ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਿਹੜੇ ਵਹਾਬੀ ਨੇ, ਅਹਿਲੇ ਹਦੀਸ ਨੇ, ਇਹਨਾਂ ਦੇ ਖਿਲਾਫ ਇੱਕ ਨਜ਼ਮ ਲਿਖੋ, ਤਗੜੀ ਜਿਹੀ ਰੁਬਾਈ ਲਿਖੋ। ਤੇ ਮਿਰਜ਼ਾ ਗਾਲਬ ਮਜਬੂਰ ਹੋ ਗਏ, ਉਹਨਾਂ ਨੇ ਉਹ ਲਿਖ ਦਿੱਤੀ, ਤੇ ਉਹ ਜਿਹੜੀ ਨਜ਼ਮ ਸੀ ਉਹ ਤਾਂ ਉਹਨਾਂ ਨੂੰ ਬਹੁਤ ਪਸੰਦ ਆਈ,
ਤੇ ਲੇਕਿਨ ਉਹਨਾਂ ਨੇ ਆਖਿਰ ਤੇ ਇੱਕ ਚੁੰਝ ਮਾਰ ਦਿੱਤੀ ਉਹਦੇ ਚ, ਗਾਲਬ ਉਹਨਾਂ ਨੇ। ਉਹਨਾਂ ਕਿਹਾ ਜੀ ਹਾਂ ਠੀਕ ਹੈ, ਖੁਦਾ ਇਸ ਜਹਾਨ ਦੇ ਵਿੱਚ ਤੇ ਦੂਜਾ ਆਖਰੀ ਨਬੀ ਨਹੀਂ ਕਰ ਸਕਦਾ, ਪਰ ਖੁਦਾ ਇੱਕ ਹੋਰ ਜਹਾਨ ਵੀ ਤੇ ਬਣਾ ਸਕਦਾ ਹੈ ਨਾ, ਜੇ ਚ ਕੋਈ ਹੋਰ ਆਖਰੀ ਨਬੀ ਹੋ ਜਾਏ। ਉਹਨੇ ਕਿਹਾ ਜੀ ਇਹ ਕੱਟੋ ਤੁਸੀਂ। ਮਤਲਬ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ ਕਿ ਜਿਹੜੀ UPCP ਦੀ ਐਲੀਟ ਹੈ, ਉਹਦੇ ਦਰਮਿਆਨ ਜਿਹੜਾ ਡਿਸਕੋਰਸ ਸੀ, ਇੰਟੈਲੈਕਚੁਅਲ ਡਿਸਕੋਰਸ, ਉਹ ਕੰਪਲੀਟਲੀ ਮਜ਼ਹਬੀ ਸੀਗਾ। ਔਰ ਇਸੇ ਵਾਸਤੇ ਤੁਸੀਂ ਦੇਖੋ ਕਿ ਜਦੋਂ ਉਹ ਕਰਾਚੀ ਆ ਗਏ ਤੇ 1970 ਦੇ ਇਲੈਕਸ਼ਨਾਂ ਤੱਕ ਵੀ ਉੱਥੇ ਮਜ਼ਹਬੀ ਪਾਰਟੀਆਂ ਜਿੱਤਦੀਆਂ ਸਨ, ਉੱਥੇ ਸੈਕੂਲਰ ਪਾਰਟੀ ਕੋਈ ਨਹੀਂ ਸੀ ਜਿੱਤਦੀ। ਮਤਲਬ ਜਮੀਅਤ ਉਲਮਾ ਇਸਲਾਮ, ਜਮੀਅਤ ਉਲਮਾ ਪਾਕਿਸਤਾਨ ਵਗੈਰਾ ਵਗੈਰਾ ਤੇ ਜਮਾਤ ਇਸਲਾਮੀ, ਇਹ ਉਰਦੂ ਸਪੀਕਿੰਗ ਦੇ ਵਿੱਚ ਇਹੋ ਹੀ ਰਿਪਰੈਜ਼ੈਂਟੇਟਿਵ ਪਾਰਟੀਆਂ ਸਨ। ਸੋ ਉਹਨਾਂ ਦਾ ਵੀ, ਉਹਨਾਂ ਦੀ ਵਜ੍ਹਾ ਤੋਂ ਵੀ ਜਿਹੜਾ ਮਜ਼ਹਬੀ ਦਬਾਅ ਸੀ ਪੰਜਾਬ ਤੇ ਔਰ ਸੈਂਟਰਲ ਸਟੇਟ ਦੇ ਉੱਤੇ, ਉਹ ਬਹੁਤ ਰਿਹਾ। ਔਰ ਫਿਰ ਚੂੰਕਿ ਜਿਹੜੇ ਪਹਿਲੇ ਸਾਲ ਸਨ, 15-20 ਸਾਲ 30 ਸਾਲ ਜਿਹੜੇ ਪਹਿਲੇ ਸਨ, ਉਹਨਾਂ ਦੇ ਵਿੱਚ ਟਾਪ ਦੇ ਉੱਤੇ ਬਿਊਰੋਕ੍ਰੇਸੀ ਔਰ ਹਕੂਮਤ ਵੀ ਇਹਨਾਂ ਲੋਕਾਂ ਦੀ ਸੀਗੀ ਜਿਹੜੇ UPCP ਤੋਂ ਆਏ ਸਨ, ਤੇ ਲਿਹਾਜ਼ਾ ਉਹਨਾਂ ਨੇ ਮਜ਼ਹਬ ਨੂੰ ਜਿੰਨਾ ਵੀ ਉਹ ਥੱਪਿਆ ਉਹਨਾਂ ਨੇ। ਸਹੀ। ਡਾਕਟਰ ਸਾਹਿਬ, ਇਹ ਇੱਕ ਸਵਾਲ ਕਿਸੇ ਨੇ ਪੁੱਛਿਆ ਹੈ ਜੀ ਕਿ ਮਿਰਜ਼ਾ ਸਾਹਿਮਾ, ਕਿ ਡਾਕਟਰ ਸਾਹਿਬ 1843 ਵਿੱਚ ਸਿੰਧ ਫਤਿਹ ਹੋਇਆ ਤੇ 49 ਵਿੱਚ ਪੰਜਾਬ, ਇਹ ਥੱਕਣ ਵਾਲੀ ਥਿਊਰੀ ਥੋੜੀ ਫਾਰ ਫੈਸ਼ਡ ਦਿਸਦੀ ਹੈ। ਸਿਰਫ 5 ਸਾਲ ਵਿੱਚ ਇੰਨੇ ਥੱਕ ਗਏ ਅੰਗਰੇਜ਼, ਮੁਮਕਿਨ ਨਹੀਂ ਕਿ ਸਿੰਧ ਵਿੱਚ ਤੇ ਪੰਜਾਬੀ ਜ਼ੁਬਾਨ ਲਾਈ ਪਰ ਪੰਜਾਬ ਵਿੱਚ ਨਹੀਂ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਮੈਂ ਮੁਖਤਲਿਫ ਫੈਕਟਰਸ ਦੱਸ ਰਿਹਾ ਹੈ, ਤੇ ਮੈਂ ਇਹ ਨਹੀਂ ਕਹਿ ਰਿਹਾ ਹੈ ਕਿ ਸਿਰਫ ਥੱਕਣ ਵਜ੍ਹਾ ਸੀ ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਜਿਹੜੀ ਅੰਗਰੇਜ਼ ਜਿਹੜੇ ਆਏ ਸਨ ਸਿੰਧ 'ਚ, ਉਹ ਬੰਬੇ ਤੋਂ ਆਏ ਸਨ। ਜਿਹੜੇ ਅੰਗਰੇਜ਼ ਆਏ ਸਨ ਪੰਜਾਬ ਦੇ ਵਿੱਚ, ਉਹ UPCP ਤੋਂ ਆਏ ਸਨ, ਤੇ ਇਹ ਵੀ ਇੱਕ ਬਹੁਤ ਵੱਡਾ ਫਰਕ ਸੀਗਾ। ਇਹ ਜਿਹੜੀ ਆਪਣਾ ਮਿਰਜ਼ਾ ਸਾਹਿਮਾ ਹੋਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਇਹਦੇ ਉੱਤੇ, ਜਿਹੜੀ ਮੈਂ ਕਿਹਾ ਕਿ ਥੱਕ ਚੁੱਕੇ ਸਨ, ਇੱਕ ਕਿਤਾਬ ਹੈਗੀ ਹੈ ਦਾ ਇੰਪਲੀਮੈਂਟੇਸ਼ਨ ਆਫ ਉਰਦੂ ਇਨ ਪੰਜਾਬ, ਚੌਧਰੀ ਮੁਹੰਮਦ ਰਫੀਕ ਨੇ ਲਿਖੀ ਹੈ, ਤੇ ਉਹ ਗਵਰਨਮੈਂਟ ਪ੍ਰਿੰਟਿੰਗ ਪ੍ਰੈਸ ਪੰਜਾਬ ਨੇ ਛਾਪੀ ਹੈ। ਉਹਦੇ ਵਿੱਚ ਉਹ ਸਾਰੀ ਕੋਰਸਪੋਂਡੈਂਸ ਹੈ ਮੌਜੂਦ ਹੈ ਜਿਹੜੀ ਕਿ ਅੰਗਰੇਜ਼ ਅਫਸਰਾਂ ਨੇ ਆਪਸ ਵਿੱਚ ਕੀਤੀ ਕਿ ਪੰਜਾਬੀ ਨੂੰ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ, ਨਹੀਂ ਲਾਉਣਾ ਚਾਹੀਦਾ ਕਿਉਂ, ਤੇ ਲਾਉਣਾ ਚਾਹੀਦਾ ਤੇ ਕਿਉਂ ਲਾਉਣਾ ਚਾਹੀਦਾ। ਉਹ ਕਿਤਾਬ ਜ਼ਰਾ ਵੇਖ ਲੈਣ, ਉਹਨਾਂ ਦੇ ਵਿੱਚ ਇਹੋ ਜਿਹੇ ਖਤ ਹੈ ਨੇ ਕਿ ਇਹ ਜਿਹੜੇ ਨਵੇਂ ਆ ਰਹੇ ਨੇ ਅੰਗਰੇਜ਼ ਉੱਥੋਂ, ਇਹ ਆਪਣਾ ਇਹ ਬੜੇ ਨਿਕੰਮੇ ਨੇ, ਇਹਨਾਂ ਨੂੰ ਜ਼ੁਬਾਨ ਸ਼ਬਾਨ ਕੋਈ ਨਹੀਂ ਹੁੰਦੀ। ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਵਾਹਦ ਫੈਕਟਰ ਸੀ, ਮੈਂ ਇਹ ਕਹਿ ਰਿਹਾ ਕਿ ਇਹ ਵੀ ਇੱਕ ਫੈਕਟਰ ਸੀ ਜੀ। ਅੱਛਾ ਡਾਕਟਰ ਸਾਹਿਬ, ਛੋਟਾ ਜਿਹਾ ਸਵਾਲ ਇਹ ਹੈ ਕਿ ਪੰਜਾਬੀ ਸ਼ਹਿਰਾਂ ਵਿੱਚ ਆ ਕੇ ਪੰਜਾਬੀ ਬੋਲਣ ਤੋਂ ਕਿਉਂ ਸੰਗਦੇ ਨੇ? ਕਿਉਂ ਸੰਗਦੇ ਨੇ? ਹਾਂਜੀ, ਕਿਉਂਕਿ ਮਜ਼ਹਬ ਹੋਣ, ਕਿਉਂਕਿ ਦੇਖੋ ਮਜ਼ਹਬ ਹੋਣ ਦਾ ਮਿਆਰ ਜਿਹੜਾ ਹੈ ਉਰਦੂ ਹੋ ਗਿਆ ਨਾ। ਜਿਹੜਾ ਮਹੱਜ਼ਬ ਹੋਣ ਦਾ ਮਿਆਰ ਉਹ UPCP ਵਾਲਿਆਂ ਨੇ ਤੈਅ ਕੀਤਾ ਨਾ। ਫਿਰ ਤੁਸੀਂ ਜਦੋਂ ਪਹਿਲੀ ਜਮਾਤ ਤੋਂ ਨਿਆਣਾ ਜਿਹੜਾ ਜਾਂਦਾ ਸਕੂਲ 'ਚ, ਤੇ ਉਹਨੂੰ ਕਹਿੰਦੇ ਹੋ ਤੁਸੀਂ ਅੰਬ ਨਾ ਆਖ, ਆਮ ਆਖ, ਚੰਨ ਨਾ ਆਖ, ਚਾਂਦ ਆਖ, ਤੇ ਫਿਰ ਉਹ ਕੀ ਕਰੇ ਅੱਗੇ ਜਾ ਕੇ? ਇਹ ਤੇ ਬੇਸਿਕਲੀ ਇਹ ਜਿਹੜਾ ਮੈਂ ਤੁਹਾਨੂੰ ਦੱਸਾਂ, ਇਹ ਜਿਹੜਾ ਜ਼ਬਾਨ ਦਾ ਮਸਲਾ ਹੈ, ਇਹ ਸਿਆਸੀ ਮਸਲਾ ਹੈ, ਇਹਨੇ ਸਿਆਸੀ ਪੱਧਰ ਤੇ ਹੱਲ ਹੋਣਾ ਹੈ। ਜਿਵੇਂ ਲੋਕਾਂ ਦੀਆਂ ਬਾਕੀ ਮੰਗਾਂ ਨੇ, ਰੋਟੀ ਦੀ, ਪਾਣੀ ਦੀ, ਮਕਾਨ ਦੀ, ਰੋਟੀ ਕੱਪੜਾ ਔਰ ਮਕਾਨ ਦੀਆਂ ਜਿਵੇਂ ਮੰਗਾਂ ਨੇ, ਉਵੇਂ ਹੀ ਲੋਕਾਂ ਦੇ ਵਿੱਚ ਮੰਗ ਪੈਦਾ ਹੋਣੀ ਚਾਹੀਦੀ ਹੈ ਜ਼ਬਾਨ ਦੀ ਵੀ, ਕਿ ਸਾਨੂੰ ਜ਼ਬਾਨ ਦਾ ਵੀ ਹੱਕ ਹੈਗਾ ਹੈ। ਤੇ ਇਹਨੇ ਆਖਿਰ ਸਿਆਸੀ ਤੌਰ ਦੇ ਉੱਤੇ, ਸਿਆਸੀ ਪੱਧਰ ਤੇ ਇਹਨੇ ਹੱਲ ਹੋਣਾ ਹੈ ਇਸ ਮਸਲੇ। ਜੀ ਬਿਲਕੁਲ ਠੀਕ, ਬਿਲਕੁਲ ਠੀਕ।
ਡਾਕਟਰ ਸਾਹਿਬ, ਇਕਬਾਲ ਤੇ ਫੈਜ਼ ਨੇ ਪੰਜਾਬੀ ਸੂਫੀਆ ਦੀ ਫਿਕਰ ਨੂੰ ਅੱਗੇ ਤੋਰਨਾ ਕਿਉਂ ਪਸੰਦ ਨਾ ਕੀਤਾ? ਕੀ ਉਹਨਾਂ ਦਾ ਪੰਜਾਬੀ ਛੱਡ ਕੇ ਦੂਜੀਆਂ ਜ਼ਬਾਨਾਂ ਵਿੱਚ ਆਪਣਾ ਕਲਾਮ ਪੇਸ਼ ਕਰਨਾ ਪੰਜਾਬੀਆਂ ਦੇ ਪੰਜਾਬੀ ਸੂਫੀਆਂ ਨਾਲ ਡਿਸਕਨੈਕਟ ਦਾ ਬਾਇਸ ਨਹੀਂ ਬਣਿਆ? ਦੇਖੋ ਜੀ, ਉਹ ਫੈਜ਼ ਵੀ ਔਰ ਅਲਾਮਾ ਇਕਬਾਲ ਵੀ ਦੋਵੇਂ ਜਿਹੜੇ ਨੇ, ਇਹ ਜਿਹੜੀ ਫਾਲੋ ਕਰ ਰਹੇ ਸਨ, ਇਹ ਅਰਬੀ ਔਰ ਫਾਰਸੀ ਟ੍ਰੈਡੀਸ਼ਨ ਨੂੰ ਫਾਲੋ ਕਰ ਰਹੇ ਸਨ। ਤੁਹਾਨੂੰ ਇਹ ਜੀ ਪਤਾ ਹੈ ਨਾ ਕਿ ਫੈਜ਼ ਸਾਹਿਬ ਨੇ ਅਰਬੀ ਦਾ ਵੀ ਐਮਏ ਕੀਤਾ ਸੀ, ਜੀ ਜੀ। ਤੇ ਇਹ ਅਰਬੀ ਤੇ ਫਾਰਸੀ ਦੀ ਟ੍ਰੈਡੀਸ਼ਨ ਨੂੰ ਫਾਲੋ ਕਰ ਰਹੇ ਸਨ। ਜਿਹੜੀ ਅਰਬੀ ਸਹੀ। ਤੇ ਫਾਰਸੀ ਦੀ ਟ੍ਰੈਡੀਸ਼ਨ ਹੈ ਉਹ ਬਿਲਕੁਲ ਹੋਰ ਹੈ। ਜਿਹੜੀ ਪੰਜਾਬੀ ਦੀ ਟ੍ਰੈਡੀਸ਼ਨ, ਜਿਹੜੀ ਕਿ ਹੜੱਪਾ ਸਿਵਲਾਈਜੇਸ਼ਨ ਤੋਂ ਬਣਨੀ ਸ਼ੁਰੂ ਹੋਈ ਔਰ ਅੱਗੇ ਆਈ, ਉਹ ਜਿਹੜੀ ਸੀ ਉਹ ਤੰਤਰਵਾਦ ਤੇ ਯੋਗ ਤੇ ਇਹਦੇ ਵਿੱਚ ਇਹਨਾਂ ਤੋਂ ਉਹ ਅੱਗੇ ਆਈ ਸੀ। ਮਿਸਾਲ ਦੇ ਤੌਰ ਦੇ ਉੱਤੇ ਯੋਗ ਦੇ ਵਿੱਚ ਪਹਿਲਾ ਪ੍ਰਿੰਸੀਪਲ ਹੈਗਾ ਆਪਣੇ ਅੰਦਰ ਔਰਤ ਨੂੰ ਜਗਾਉਣਾ, ਆਪਣੇ ਅੰਦਰ ਦੀ ਔਰਤ ਨੂੰ ਜਗਾਉਣਾ। ਇਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਪੰਜਾਬ ਦੇ ਵੱਡੇ ਵੱਡੇ ਸ਼ਾਇਰ ਨੇ, ਸ਼ਾਹ ਹੁਸੈਨ ਹੋਵੇ ਜਾਂ ਬੁੱਲੇ ਸ਼ਾਹ ਹੋਵੇ ਜਾਂ ਕੋਈ ਹੋਰ ਹੋਵੇ, ਤੇ ਉਹ ਆਪਣੇ ਆਪ ਨੂੰ ਫੀਮੇਲ ਵਾਇਸ ਰਿਕਾਰਡ ਕਰਾਉਂਦੇ ਨੇ। ਮੈਂ ਥੱਕੀ, ਮੈਂ ਮੈਨੂੰ ਇਹ ਹੋ ਗਈ, ਠੀਕ। ਤੇ ਇਹ ਆਈ ਹੈ ਇਹ ਯੋਗ ਤੋਂ ਤੇ ਤੰਤਰਵਾਦ ਤੋਂ, ਜਿਹੜੇ ਮਟੀਰੀਅਲਿਸਟ ਫਲਸਫੇ ਸਨ ਉਹਨਾਂ ਤੋਂ ਇਹ ਟ੍ਰੈਡੀਸ਼ਨ ਆਈ ਹੈ। ਇਹ ਜਿਹੜੀ ਫੈਜ਼ ਔਰ ਇਕਬਾਲ ਕਰ ਰਹੇ ਸਨ, ਇਹ ਇੱਕ ਬਿਲਕੁਲ ਹੀ ਏਲੀਅਨ ਟ੍ਰੈਡੀਸ਼ਨ ਜਿਹੜੀ ਹੈ ਅਰਬੀ ਫਾਰਸੀ ਦੀ, ਇਹ ਉਹਨਾਂ ਨੂੰ ਫਾਲੋ ਕਰ ਰਹੇ ਸਨ। ਇਹ ਡਾਕਟਰ ਸਾਹਿਬ, ਕੀ ਹਿੰਦੂ ਧਰਮ ਜਿਹੜਾ ਹੈ ਇਹ ਪੰਜਾਬ ਦਾ ਸਭ ਤੋਂ ਪਹਿਲਾ ਧਰਮ ਸੀ, ਜਾਂ ਇਸ ਤੋਂ ਪਹਿਲੇ ਵੀ ਕੋਈ ਇੱਥੇ ਧਰਮ ਮੌਜੂਦ ਸੀ? ਜੇ ਨਹੀਂ ਸੀ ਔਰ ਹਿੰਦੂ ਧਰਮ ਵੀ ਇੱਥੇ ਪਹਿਲਾ ਧਰਮ ਨਹੀਂ ਸੀ, ਤੇ ਕੀ ਕਦੀਮ ਪੰਜਾਬ ਯਾਨੀ ਹੜੱਪਨ ਸਿਵਲਾਈਜੇਸ਼ਨ ਦਾ ਪੰਜਾਬ ਏਥੀਅਸ ਸੀ? ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜੀ 100% ਸਰਟੇਨਿਟੀ ਨਾਲ ਤੇ ਨਹੀਂ ਕਹਿ ਸਕਦੇ। ਵਜ੍ਹਾ ਉਹਦੀ ਇਹ ਹੈ ਕਿ ਜਿਹੜੇ ਹੜੱਪਾ ਸਿਵਲਾਈਜੇਸ਼ਨ ਦਾ ਸਕ੍ਰਿਪਟ ਹੈ ਉਹ ਡਿਸਾਈਫਰ ਨਹੀਂ ਹੋਇਆ, ਤੇ ਉਹਦੇ ਡਿਸਾਈਫਰ ਨਾ ਹੋਣ ਦੀ ਵਜ੍ਹਾ ਤੋਂ ਅਸੀਂ 100% ਨਹੀਂ ਕਹਿ ਸਕਦੇ ਕਿ ਉਹਨਾਂ ਦੇ ਵਿਚਾਰ ਕੀ ਸਨ। ਲੇਕਿਨ ਇਹ ਗੱਲ ਪੱਕੀ ਹੈ ਕਿ ਜਿਹੜਾ ਹੜੱਪਾ ਸਿਵਲਾਈਜੇਸ਼ਨ ਹੈ ਉਹਦੀਆਂ ਜਿੰਨੀਆਂ ਵੀ ਖੁਦਾਈਆਂ ਹੋਈਆਂ ਨੇ, ਉਹਨਾਂ ਵਿੱਚੋਂ ਕਿਸੇ ਵਿੱਚ ਵੀ ਨਾ ਤੇ ਕੋਈ ਮਹੱਲ ਲੱਭਾ ਹੈ ਤੇ ਨਾ ਹੀ ਕੋਈ ਇਬਾਦਤ ਖਾਨਾ ਲੱਭਾ ਹੈ, ਮੰਦਰ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੋਰ ਲੱਭੀ ਨਹੀਂ ਹੈ, ਔਰ ਨਾ ਹੀ ਉੱਥੇ ਕੋਈ ਭਾਰੀ ਵੱਡੇ ਹਥਿਆਰ ਲੱਭੇ ਨੇ। ਤਿੰਨ ਚੀਜ਼ਾਂ ਨਹੀਂ ਲੱਭੀਆਂ। ਇਹ ਤੋਂ ਇਹ ਅੰਦਾਜ਼ਾ ਅਸੀਂ ਲਾਉਂਦੇ ਹਾਂ ਕਿ ਉਹਨਾਂ ਦਾ ਜਿਹੜਾ ਫਲਸਫਾ ਸੀ, ਉਹਨਾਂ ਦਾ ਜਿਹੜਾ ਕੋਈ ਮਜ਼ਹਬੀ ਜੋ ਵੀ ਉਹਨਾਂ ਦੀ ਮਾਨਤਾਵਾਂ ਸਨ, ਉਹ ਜਿਹੜੀਆਂ ਨੇ ਉਹ ਬਹੁਤ ਵੱਖ ਸਨ, ਉਹ ਮਟੀਰੀਅਲਿਸਟ ਸਨ। ਜਦੋਂ ਇਹ ਜਿਹੜੇ ਔਰ ਉਹ ਜਿਹੜੇ ਨੇ ਉਹ ਮੈਟਰੀਆਰਕਲ ਜ਼ਿਆਦਾ ਸਨ, ਮਾਂ ਦਾ ਵੱਡਾ ਰੁਤਬਾ ਸੀ ਉਹਨਾਂ 'ਚ। ਜਦੋਂ ਇਹ ਆਪਣਾ ਆਰੀਅਨ ਆਏ, ਤੇ ਇਹ ਆਏ ਨੇ ਕੋਈ 1300 ਤੋਂ 1500 BC ਦੇ ਵਿਚਕਾਰ। ਇਹ ਹੁਣ ਗੱਲ ਸਾਬਤ ਹੋ ਚੁੱਕੀ ਹੈ ਕਿ ਇੱਕ ਸੈਂਟਰਲ ਏਸ਼ੀਆ ਤੋਂ ਇਹ ਵੱਡਾ ਸਾਰਾ ਗਰੋਹ ਜਿਹੜਾ ਆਇਆ ਸੀ ਇੱਥੇ, ਤੇ ਇਹ ਜੈਨੇਟਿਕਸ ਦੀ ਸਾਇੰਸ ਨਾਲ ਸਾਬਤ ਹੋ ਚੁੱਕਿਆ ਹੈ। ਤੇ ਦੋਸਤਾਂ ਨੂੰ ਚਾਹੀਦਾ ਕਿ ਮੇਰੀ ਕਿਤਾਬ ਜਿਹੜੀ ਹੈਗੀ ਹੈ ਪੰਜਾਬ ਦੀ ਤਾਰੀਖ, ਉਹ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਉਹਨਾਂ ਨੂੰ। ਤੇ ਉਹਦੇ 'ਚ ਮੈਂ ਸਬੂਤ ਦਿੱਤੇ ਨੇ, ਹਵਾਲੇ ਦਿੱਤੇ ਨੇ ਕਿਉਂ ਮੈਂ ਇਹ ਗੱਲ ਕਹਿ ਰਿਹਾ। ਤੇ ਉਹ ਜਿਹੜੇ ਸਨ ਉਹ ਪਸ਼ੂਪਾਲ ਸਨ, ਤੇ ਉਹ ਪੈਟਰੀਆਰਕਲ ਸਨ। ਲਿਹਾਜ਼ਾ ਉਹਨਾਂ ਦਾ ਜਿਹੜਾ ਵੇਦਾਂ ਦੇ ਵਿੱਚ ਜਿਹੜਾ ਆਇਆ ਆਪਣਾ ਦੇਵਤਿਆਂ ਦਾ ਜਿਹੜਾ ਤਸਵਰ, ਉਹ ਮਰਦਾਂ ਦਾ ਸੀ। ਮਤਲਬ ਇੰਦਰ ਹੈ, ਅਗਨੀ ਹੈ, ਦੂਜੇ ਤੀਜੇ ਨੇ, ਸਾਰੇ ਮਰਦ ਨੇ, ਕਿਉਂਕਿ ਉਹ ਆਪ ਪਸ਼ੂਪਾਲ ਹੁੰਦਿਆਂ ਹੋਇਆਂ ਪੈਟਰੀਆਰਕਲ ਸਨ। ਤੇ ਇਹ ਜਿਹੜਾ ਮਜ਼ਹਬ ਉਹਨਾਂ ਨੇ ਇੱਥੇ ਲਿਆਂਦਾ, ਜਿਹੜਾ ਉਹਨਾਂ ਦਾ ਇਵਾਲਵ ਹੋਇਆ, ਮਤਲਬ ਲਿਆਂਦਾ ਨਹੀਂ ਮੈਂ ਕਹਾਂਗਾ, ਉਸ ਚੋਂ ਲੈ ਕੇ ਆਏ ਸਨ। ਲੇਕਿਨ ਜ਼ਿਆਦਾ ਤੇ ਜਿਹੜਾ
ਇਵਾਲ ਹੋਇਆ ਉਹਨਾਂ ਦਾ ਵੀ ਮਜ਼ਹਬ, ਉਹ ਵੀ ਪੰਜਾਬ 'ਚ ਹੀ ਹੋਇਆ ਨਾ। ਜਿਹੜਾ ਰਿਗਵੇਦ ਹੈ, ਪਹਿਲਾ ਵੇਦ, ਉਹ ਪਹਿਲੇ ਉਹ ਪੰਜਾਬ 'ਚ ਹੀ ਲਿਖਿਆ ਗਿਆ। ਬਲਕਿ ਇਹ ਹੈ ਕਿ ਜਿੰਨਾ ਚਿਰ ਤੱਕ ਲੋਹਾ ਇਜਾਦ ਨਹੀਂ ਸੀ ਹੋਇਆ, ਉਹਨਾਂ ਚਿਰ ਤੱਕ ਸਿਵਲਾਈਜੇਸ਼ਨ ਸੀ ਪੰਜਾਬ ਤੱਕ, ਜਿਹੜੀ ਹੜੱਪਾ ਸਿਵਲਾਈਜੇਸ਼ਨ 'ਚ, ਜਿਹਦੇ 'ਚ ਪੰਜਾਬ, ਸਿੰਧ, ਗੁਜਰਾਤ ਤੇ ਆਪਣਾ ਹਰਿਆਣਾ, ਇਹਨਾਂ ਇਲਾਕਿਆਂ ਦੇ ਵਿੱਚ ਹੀ ਤਹਿਜ਼ੀਬ ਸੀ। ਔਰ ਇਸ ਤੋਂ ਅੱਗੇ ਗੰਗਾ ਜਮਨਾ ਵੈਲੀ ਦੇ ਵਿੱਚ ਕੋਈ ਸਿਵਲਾਈਜੇਸ਼ਨ ਨਹੀਂ ਸੀ ਹੈਗੀ। ਇਹ ਜਦੋਂ ਲੋਹਾ ਇਜਾਦ, ਕਿਉਂਕਿ ਉੱਥੇ ਜੰਗਲ ਬਹੁਤ ਸੰਘਣੇ ਸਨ ਤੇ ਉਹਨਾਂ ਨੂੰ ਬਗੈਰ ਲੋਹੇ ਦੇ ਔਜ਼ਾਰਾਂ ਦੇ ਕੱਟਿਆ ਨਹੀਂ ਸੀ ਜਾ ਸਕਦਾ, ਤੇ ਇਸ ਵਾਸਤੇ ਉੱਥੇ ਜਿਹੜੀ ਸਿਵਲਾਈਜੇਸ਼ਨ ਉਹ ਨਹੀਂ ਸੀ। ਇੱਥੇ ਇਸ ਲਈ ਸੀ ਕਿ ਇੱਥੇ ਜਿਹੜੇ ਜੰਗਲ ਸਨ, ਜਿਹੜੇ ਬੇਲੇ ਸਨ, ਉਹ ਬਹੁਤ ਛੋਟੀਆਂ ਛੋਟੀਆਂ ਝਾੜੀਆਂ ਦੇ ਸਨ, ਜਿਨ੍ਹਾਂ ਨੂੰ ਹੱਥਾਂ ਨਾਲ ਜਾਂ ਪੱਥਰਾਂ ਨਾਲ ਜਾਂ ਕਿਸ ਤਰੀਕੇ ਨਾਲ ਤੁਸੀਂ ਪੁੱਟ ਸਕਦੇ ਹੋ। ਤੇ ਇੱਥੇ ਜਿਹੜੇ 5 ਦਰਿਆ ਜਾਂ 7 ਦਰਿਆ ਸਨ, ਉਹਨਾਂ ਦੇ ਵਿੱਚ ਜਦੋਂ ਹੜ੍ਹ ਆਉਂਦੇ ਸਨ ਤੇ ਹੜ੍ਹਾਂ ਦੇ ਨਾਲ ਜਿਹੜੀ ਹੈ ਕਾਫੀ ਪੈਦਾਵਾਰ, ਇੱਥੇ ਜ਼ਰੀ ਪੈਦਾਵਾਰ ਹੋ ਜਾਂਦੀ ਸੀਗੀ, ਤੇ ਇੱਥੇ ਸਿਵਲਾਈਜੇਸ਼ਨ ਸੀ। ਤੇ ਲਿਹਾਜ਼ਾ ਇਹ ਜਿਹੜਾ ਏਰੀਅਨ ਦਾ ਵੀ ਜਿਹੜਾ ਇਵਾਲ ਹੋਇਆ ਹੈ ਮਜ਼ਹਬ, ਜਿਹਨੂੰ ਅਸੀਂ ਹੁਣ ਹਿੰਦੂਇਜ਼ਮ ਕਹਿੰਦੇ ਆ, ਉਹ ਵੀ ਇੱਥੋਂ ਦੇ ਹਾਲਾਤ ਦੇ ਮੁਤਾਬਕ ਹੋਇਆ ਹੈ। ਤੇ ਇੱਥੋਂ ਦੇ ਹਾਲਾਤ ਕੀ ਸਨ? ਇੱਥੋਂ ਦੇ ਹਾਲਾਤ ਇਹ ਸਨ ਕਿ ਉਹਨਾਂ ਨੇ ਆ ਕੇ ਏਰੀਅਨਸ ਨੇ, ਇੱਕ ਤਾਂ ਕਿ ਏਰੀਅਨਸ ਨੇ ਕੋਈ ਇੱਕ ਫੌਜ ਲਿਆ ਕੇ ਹਮਲਾ ਨਹੀਂ ਕੀਤਾ। ਏਰੀਅਨਸ ਜਿਹੜੇ ਨੇ ਕਬੀਲੇ, ਉਹ ਆਪਣਾ ਕਈ ਸੌ ਸਾਲਾਂ ਤੱਕ ਇੱਥੇ ਆਉਂਦੇ ਰਹੇ, ਲੇਕਿਨ ਇਹ ਹੈ ਕਿ ਉਹਨਾਂ ਨੇ ਲੋਕਲ ਲੋਕਾਂ ਨੂੰ ਗੁਲਾਮ ਬਣਾ ਲਿਆ। ਵਜ੍ਹਾ ਉਹਦੀ ਇਹ ਸੀ ਉਹਨਾਂ ਦੇ ਜਿੱਤਣ ਦੀ ਔਰ ਗੁਲਾਮ ਬਣਾਉਣ ਦੀ, ਕਿ ਜਿਹੜੇ ਏਰੀਅਨ ਸਨ ਉਹਨਾਂ ਨੇ ਇੱਕ ਤੇ ਘੋੜੇ ਨੂੰ ਡੋਮੈਸਟੀਕੇਟ ਕਰ ਲਿਆ ਸੀ, ਸਧਾ ਲਿਆ ਸੀ। ਹੜੱਪੇ ਸਿਵਲਾਈਜੇਸ਼ਨ 'ਚ ਘੋੜਾ ਨਹੀਂ ਸੀ ਹੈਗਾ। ਦੂਜੀ, ਉਹਨਾਂ ਨੇ ਜਿਹੜੀਆਂ ਸਪੂਕਡ ਬਾਹੀਆਂ ਵਾਲੇ ਪਹੀਆਂ ਵਾਲੀਆਂ ਜਿਹੜੀਆਂ ਰੱਥਾਂ ਨੇ, ਉਹ ਇਸਤੇਮਾਲ ਕਰਦੇ ਸਨ ਉਹ ਮੂਵਮੈਂਟ ਲਈ। ਉਹਨਾਂ ਦੀ ਜਿਹੜੀ ਮੂਵਮੈਂਟ ਦੀ ਸਪੀਡ ਸੀ, ਉਹ ਦਾ ਮੁਕਾਬਲਾ ਹੜੱਪੇ ਸਿਵਲਾਈਜੇਸ਼ਨ ਵਾਲੇ ਨਹੀਂ ਸੀ ਕਰ ਸਕਦੇ। ਲਿਹਾਜ਼ਾ ਉਹਨਾਂ ਨੇ ਜਿਹੜਾ ਹੈ ਉਹ ਲੋਕਲ ਲੋਕਾਂ ਨੂੰ ਗੁਲਾਮ ਬਣਾ ਲਿਆ। ਤੇ ਜਿਹੜੀ ਪਹਿਲੀ ਵੰਡ ਹੋਈ ਇਸ ਪੰਜਾਬ ਦੀ ਸੁਸਾਇਟੀ ਦੇ ਵਿੱਚ, ਔਰ ਫਿਰ ਜਾ ਕੇ ਅੱਗੇ ਇੰਡੀਆ ਦੀ ਪੂਰੀ ਸੁਸਾਇਟੀ 'ਚ ਪਹਿਲੀ ਜਿਹੜੀ ਵੰਡ ਹੋਈ, ਉਹ ਰੰਗ ਦੀ ਬੇਸ ਦੇ ਉੱਤੇ ਹੋਈ। ਕਿਉਂਕਿ ਜਿਹੜੇ ਕਾਲੇ ਰੰਗ ਦੇ ਜਿਹੜੇ ਹੜੱਪਾ ਸਿਵਲਾਈਜੇਸ਼ਨ ਦੇ ਲੋਕ ਸਨ, ਉਹ ਕਾਲੇ ਰੰਗ ਦੇ ਸਨ, ਤੇ ਜਿਹੜੇ ਬਾਹਰੋਂ ਆਏ ਉਹ ਚਿੱਟੇ ਰੰਗ ਦੇ ਸਨ। ਤੇ ਇਸ ਵਾਸਤੇ ਜਦੋਂ ਅਜੇ ਉਹਨਾਂ ਦੇ ਵਿੱਚ ਆਰੀਆਵਾਂ ਦੇ ਵਿੱਚ ਸਾਂਝਾ ਨਿਜ਼ਾਮ ਸੀ, ਜ਼ਾਤ ਪਾਤ ਵੀ ਨਹੀਂ ਸੀ ਆਈ। ਬਾਈ ਦਾ ਵੇ ਜ਼ਾਤ ਪਾਤ ਵੀ ਲੈ ਕੇ ਨਹੀਂ ਆਏ, ਉਹ ਜ਼ਾਤ ਪਾਤ ਵੀ ਇੱਥੇ ਬਣੀ ਹੈ। ਕਿਉਂਕਿ ਜਿਹੜਾ ਪਹਿਲਾ ਵੇਦ ਹੈ ਰਿਗਵੇਦ ਦੇ ਵਿੱਚ ਸਵਾਏ ਇੱਕ ਸੂਕਤ ਦੇ ਹੋਰ ਕਿਤੇ ਵੀ ਜ਼ਾਤ ਪਾਤ ਦਾ ਜ਼ਿਕਰ ਨਹੀਂ ਹੈਗਾ ਉਹਦੇ ਵਿੱਚ, ਰਿਗਵੇਦ ਦੇ ਵਿੱਚ। ਔਰ ਉਹ ਸੂਕਤ ਵੀ ਲੱਗਦਾ ਹੈ ਕਿ ਜਿਵੇਂ ਬਹੁਤ ਬਾਅਦ ਦੇ ਵਿੱਚ ਰਲਾਇਆ ਗਿਆ ਹੈ, ਤੇ ਉਹਨਾਂ ਦਾ ਪੂਰਾ ਮਜ਼ਹਬ ਵੀ ਇੱਥੇ ਇਵਾਲ ਹੋਇਆ ਹੈ। ਪਤਾ ਨਹੀਂ ਗੱਲ ਕਿੱਥੋਂ ਚਲੀ ਸੀ, ਕਿੱਥੇ ਪਹੁੰਚ ਗਈ। ਉਹ ਬਸ ਗੱਲ ਉਹ ਉੱਥੇ ਹੀ ਰਹਿ ਗਈ। ਅੱਛਾ, ਇਹਦੇ ਨਾਲ ਹੀ ਇੱਕ ਜੁੜਿਆ ਸਵਾਲ ਇਹ ਵੀ ਹੈ ਕਿ ਪੰਜਾਬੀ ਵੈਦਿਕ ਸੰਸਕ੍ਰਿਤ ਦੀ ਸ਼ਾਖ ਹੈ, ਮਤਲਬ ਇਹ ਸੰਸਕ੍ਰਿਤ ਵਿੱਚੋਂ ਨਿਕਲੀ ਹੈ ਜਾਂ ਇਹ ਵੱਖਰੀ ਜ਼ਬਾਨ ਸੀ? ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਮੈਂ ਤੁਹਾਨੂੰ ਸਵਾਲ ਕਰਨਾ ਹੈ। ਹੜੱਪਾ ਸਿਵਲਾਈਜੇਸ਼ਨ ਜਿਹੜਾ ਹੈ, ਹੜੱਪਾ ਸਿਵਲਾਈਜੇਸ਼ਨ ਦੇ ਵਿੱਚ ਜਿਹੜੀ ਉਹਨਾਂ ਨੂੰ ਪੁੱਟਣ ਨਾਲ ਨਿਸ਼ਾਨੀਆਂ ਮਿਲੀਆਂ ਨੇ, ਹੜੱਪਾ ਸਿਵਲਾਈਜੇਸ਼ਨ ਦੇ ਵੱਡੇ ਵੱਡੇ ਸ਼ਹਿਰ ਸਨ ਕਿ ਨਹੀਂ? ਜੀ। ਮਤਲਬ ਜਿਹੜਾ ਹੜੱਪਾ ਹੈ ਉਹ ਕੋਈ 30,000 ਬੰਦਿਆਂ ਦਾ ਸ਼ਹਿਰ ਸੀ, ਤੇ ਜਿਹੜਾ ਮਹੰਜੋਦਾੜੋ ਹੈ 40,000 ਬੰਦਿਆਂ ਦਾ ਸ਼ਹਿਰ ਸੀ। ਔਰ ਇਹ ਇਹਨੇ ਜਿਹੜੀ ਮਹੰਜੋਦਾੜੋ ਦੀ ਪਾਪੂਲੇਸ਼ਨ ਸੀ, ਇੰਨੀ ਪਾਪੂਲੇਸ਼ਨ ਉਸ ਵੇਲੇ ਪੂਰੇ ਬ੍ਰਿਟਿਸ਼ ਆਈਲੈਂਡਸ ਨਹੀਂ ਸੀ ਹੈਗੀ। 40,000 ਬੰਦੇ ਉੱਥੇ ਨਹੀਂ ਸੀ ਹੈਗੇ ਉਸ ਵੇਲੇ। ਅੱਛਾ, ਹੁਣ ਇੱਕ ਤੇ ਉਹ ਬਹੁਤ ਹੀ ਮਾਡਰਨ ਲੈਵਲ ਦੇ ਸਿਟੀ ਬਣਾ ਕੇ ਰਹਿ ਰਹੇ ਨੇ ਜਿਹੜੇ ਹੜੱਪੇ ਵਾਲੇ ਨੇ। ਉੱਥੇ
ਜਿਹੜੀ ਔਰ ਜਿਹੜੇ ਸ਼ਹਿਰ ਨੇ ਉਹ ਤਾਂ ਵਸਦੇ ਨੇ ਜਦੋਂ ਉਹਨਾਂ ਦੇ ਇਰਦ ਗਿਰਦ ਵਾਫਰ ਮਿਕਦਾਰ ਦੇ ਵਿੱਚ ਪੈਦਾਵਾਰ ਪੈਦਾ ਕਰਕੇ ਤੇ ਸ਼ਹਿਰਾਂ ਨੂੰ ਭੇਜੀ ਜਾ ਰਹੀ ਹੋਵੇ। ਸ਼ਹਿਰ ਆਪ ਤੇ ਕੁਝ ਨਹੀਂ ਪਾਉਂਦੇ, ਮਤਲਬ ਕਣਕ ਬਾਕੀ ਖਾਣ ਦੀਆਂ ਚੀਜ਼ਾਂ ਪਾਉਣ ਦੀਆਂ ਚੀਜ਼ਾਂ ਉਹਦੇ ਪਿੰਡਾਂ ਤੋਂ ਆਉਣੀਆਂ ਨੇ। ਇਹਦਾ ਮਤਲਬ ਹੈ ਕਿ ਉਹਨਾਂ ਦੇ ਇਰਦ ਗਿਰਦ ਪੈਦਾਵਾਰੀ ਬਹੁਤ ਵੱਡਾ ਇੱਕ ਨਿਜ਼ਾਮ ਸੀ। ਅੱਛਾ, ਫਿਰ ਇਹ ਵੀ ਸਾਬਤ ਹੈ ਕਿ ਜਿਹੜਾ ਹੜੱਪੇ ਸਿਵਲਾਈਜੇਸ਼ਨ ਦੇ ਲੋਕ ਸਨ, ਇਹ ਮੈਸੋਪੋਟੇਮੀਆ ਦੀ ਜਿਹੜੀ ਸਿਵਲਾਈਜੇਸ਼ਨ ਸੀ ਉਹਦੇ ਨਾਲ ਇਹ ਕਰਦੇ ਸਨ, ਟ੍ਰੇਡ ਕਰਦੇ ਸਨ। ਤੇ ਉੱਥੇ ਜਿਹੜਾ ਮੈਸੋਪੋਟੇਮੀਆ ਦਾ ਜਿਹੜਾ ਸਕ੍ਰਿਪਟ ਹੈ ਉਹ ਕਿਉਂਕਿ ਡਿਸਾਈਫਰ ਹੋ ਗਿਆ ਤੇ ਉਸ ਸਕ੍ਰਿਪਟ ਦੇ ਵਿੱਚ ਹੜੱਪੇ ਦੇ ਲੋਕਾਂ ਨੂੰ, ਹੜੱਪੇ ਸਿਵਲਾਈਜੇਸ਼ਨ ਦੇ ਲੋਕਾਂ ਨੂੰ ਮਲੋਹਾ ਆਇਡੈਂਟੀਫਾਈ ਕੀਤਾ ਗਿਆ ਹੈ। ਲਿਹਾਜ਼ਾ ਉਹ ਜਿਹੜੀ ਜ਼ਬਾਨ ਸੀ ਉਹਨਾਂ ਦੀ ਉਸ ਵੇਲੇ ਇੰਨੀ ਐਡਵਾਂਸ ਸੁਸਾਇਟੀ ਦੀ ਉਨੀ ਹੀ ਐਡਵਾਂਸ ਜ਼ਬਾਨ ਹੁੰਦੀ ਹੈ ਜਿੰਨੀ ਸੁਸਾਇਟੀ ਐਡਵਾਂਸ ਹੁੰਦੀ ਹੈ। ਤੇ ਉਹ ਜਿਹੜੀ ਸੀ ਉਹਨੂੰ ਮੈਂ ਮਲੋਹਾ ਜ਼ਬਾਨ ਕਹਿੰਦਾ, ਜਿਹੜੀ ਹੜੱਪੇ ਸਿਵਲਾਈਜੇਸ਼ਨ ਦੀ ਜ਼ਬਾਨ ਸੀ। ਬਿਕਾਜ਼ ਆਫ ਲੈਕ ਆਫ ਨਾਟ ਏ ਪ੍ਰੋਪਰ ਵਰਡ, ਕਿਉਂਕਿ ਜਿਹੜੀ ਹੁਣ ਤੱਕ ਪਤਾ ਲੱਗੀ ਹੈ ਕਿ ਮਲੋਹਾ ਸਨ, ਤੇ ਉਹਨੂੰ ਮੈਂ ਮਲੋਹਾ ਜ਼ਬਾਨ ਕਹਿੰਦਾ। ਅੱਛਾ, ਜਿਹੜੇ ਏਰੀਅਨ ਆਏ ਸੰਸਕ੍ਰਿਤ ਬੋਲਣ ਵਾਲੇ, ਇਹ ਤੇ ਪਸ਼ੂ ਪਾਲ ਸਨ। ਇਹਨਾਂ ਨੂੰ ਨਾ ਤੇ ਐਗਰੀਕਲਚਰ ਆਉਂਦਾ ਸੀ, ਨਾ ਇਹਨਾਂ ਨੂੰ ਟ੍ਰੇਡ ਆਉਂਦਾ ਸੀ। ਇਹ ਦੋਨੋਂ ਗੱਲਾਂ ਜਿਹੜੀਆਂ ਨੇ ਇਹ ਹੜੱਪੇ ਵੱਲੋਂ ਆਈਆਂ ਨੇ। ਮਤਲਬ ਜਦੋਂ ਏਰੀਅਨ ਆਏ ਤੇ ਇਹ ਆਪਣਾ ਜਿਹੜੀ ਵਾਈਬੀਜੀ ਹੈ, ਜ਼ਰਾਤ ਹੈ, ਉਹਨੂੰ ਨਫ਼ਰਤ ਕਰਦੇ ਸਨ ਔਰ ਸਮਝਦੇ ਸਨ ਕਿ ਇਹ ਘਟੀਆ ਲੋਕਾਂ ਦਾ ਕੰਮ ਹੈ। ਲੇਕਿਨ ਜਿਹੜੇ ਜ਼ਰਾਤ ਕਰਦੇ ਸਨ ਉਹ ਹੜੱਪਾ ਦੇ ਪੁਰਾਣੇ ਲੋਕ ਕਰਦੇ ਸਨ। ਅੱਛਾ, ਫਿਰ ਜਿਹੜਾ ਟ੍ਰੇਡ ਹੈ, ਟ੍ਰੇਡ ਜਿਹੜਾ ਹੈ ਉਹਦੀ ਵੀ ਸਾਰੀ ਜਿਹੜੀ ਨੋ ਹਾਉ ਹੈ ਔਰ ਟ੍ਰੈਡੀਸ਼ਨ ਜਿਹੜੀ ਹੈ ਉਹ ਹੜੱਪੇ ਸਿਵਲਾਈਜੇਸ਼ਨ ਤੋਂ ਆਈ। ਅਗਰ ਤੁਸੀਂ ਡੀ ਕੁਸਾਂਬੀ ਨੂੰ, ਇੱਕ ਤਾਰੀਖ ਦਾ ਨਾ ਡੀ ਕੁਸਾਂਬੀ, ਅਗਰ ਉਹਨੂੰ ਪੜ੍ਹੋ ਤੇ ਉਹਦੇ ਵਿੱਚ ਕਾਫੀ ਤੁਹਾਨੂੰ ਇਹ ਡਿਟੇਲਸ ਮਿਲਣਗੀਆਂ ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਉਹਦੇ ਵਿੱਚੋਂ ਦੋ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇ ਵੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਨੇ ਉਹ ਪ੍ਰਚਲਿਤ ਰਹੀਆਂ ਨੇ। ਇੱਕ ਤੇ ਵੇਟਸ ਦਾ ਸਿਸਟਮ ਹੈ, ਵਜ਼ਨ ਕਰਨ ਦੇ ਜਿਹੜੇ ਵੱਟੇ ਨੇ ਉਹ, ਤੇ ਦੂਜਾ ਜਿਹੜੀ ਟ੍ਰੇਡ ਦੀ ਨੋ ਹਾਉ ਹੈ। ਉਹਨਾਂ ਨੂੰ ਜਿਹੜੇ ਟ੍ਰੇਡ ਉਸ ਵੇਲੇ ਕਰਦੇ ਸਨ ਉਹਨਾਂ ਨੂੰ ਪੰਨੀ ਕਹਿੰਦੇ ਸਨ, ਤੇ ਉਹ ਪੰਨੀ ਜਿਹੜੇ ਨੇ ਉਹ ਫਿਰ ਬਾਅਦ ਚ ਬਣੀਏ ਬਣ ਗਏ, ਉੱਥੋਂ ਹੀ ਉਹ ਲਫ਼ਜ਼ ਆ ਗਿਆ। ਇਹ ਤੇ ਇਸ ਵਾਸਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਏਰੀਅਨ ਸਨ ਉਹਨਾਂ ਦੀ ਜ਼ੁਬਾਨ ਬਹੁਤ ਪਿਛੋਕੜ ਵਾਲੀ ਸੀਗੀ। ਉਹ ਸਿਰਫ ਪਸ਼ੂ ਪਾਲਾਂ ਦੀ ਲੋੜਾਂ ਨੂੰ ਪੂਰੀ ਕਰਦੀ ਸੀ। ਜਿਹੜੀ ਹੜੱਪੇ ਸਿਵਲਾਈਜੇਸ਼ਨ ਦੀ ਜ਼ੁਬਾਨ ਸੀ ਉਹ ਪਸ਼ੂ ਹੀ ਤਾਂ ਪਲਦੇ ਸਨ ਨਾ ਨਾਲ, ਜਦੋਂ ਵਾਈਬੀਜੀ ਹੁੰਦੀ ਸੀ ਜੀ, ਉਹ 'ਚ ਪਸ਼ੂ ਪਾਲਾਂ ਦੀ ਵੀ ਟਰਮੀਨੋਲੋਜੀ ਸੀ, ਉਹਦੇ ਵਿੱਚ ਐਗਰੀਕਲਚਰ ਦੀ ਵੀ ਸੀਗੀ, ਉਹਦੇ ਵਿੱਚ ਟ੍ਰੇਡ ਦੀ ਵੀ ਸੀਗੀ। ਇਹਨੀ ਇੱਕ ਫੁੱਲ ਫਲੈਜ ਲੈਂਗੁਏਜ ਸੀ। ਤੇ ਪੰਜਾਬੀ ਜਿਹੜੀ ਹੈ ਇਹ ਉੱਥੋਂ ਆਈ ਹੈ, ਉਹਨੂੰ ਜਿਹਨੂੰ ਮਲੋਹਾ ਜ਼ਬਾਨ ਕਹਿੰਦਾ, ਉਹ ਸੰਸਕ੍ਰਿਤ ਚੋਂ ਨਹੀਂ ਆਈ। ਹਾਂ, ਮੈਨੂੰ ਗੱਲ ਕਰ ਲੈਣ ਦਿਓ। ਸੰਸਕ੍ਰਿਤ ਜਿਹੜੀ ਹੈ ਉਹਨੇ ਜਦੋਂ ਇਹਨਾਂ ਨੇ ਏਰੀਅਨਸ ਨੇ ਐਗਰੀਕਲਚਰ ਵਗੈਰਾ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਤਮਾਮ ਵੋਕੈਬਲਰੀ ਜਿਹੜੀ ਹੈ ਉਹ ਮਲੋਹਾ ਕੋਲੋਂ ਬਾਹਰੋਂ ਕੀਤੀ। ਲਿਹਾਜ਼ਾ ਹੁਣ ਜਦੋਂ ਤੁਸੀਂ ਕਹਿੰਦੇ ਹੋ ਜੀ ਸੰਸਕ੍ਰਿਤ ਦੇ ਵਿੱਚ ਤੇ ਇੱਕ ਚੀਜ਼ ਲਈ 10 ਲਫ਼ਜ਼ ਹੈਗੇ ਨੇ, ਉਹ ਇਸ ਵਾਸਤੇ 10 ਨੇ ਕਿ ਮਲੋਹਾ ਦੀ 10 ਡਾਇਲੈਕਟਸ ਉਹਨਾਂ ਨੇ ਲਏ, ਜਿੱਥੇ ਗਏ ਉੱਥੋਂ ਲੈਂਦੇ ਗਏ। ਤੇ ਇਸ ਲਈ ਜਿਹੜੀ ਹੁਣ ਤੱਕ ਡਿਸਾਈਫਰ ਨਹੀਂ ਹੋਇਆ ਹੜੱਪਾ ਦਾ ਸਕ੍ਰਿਪਟ, ਉਹਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਵੀ ਹੈ ਕਿ ਹੁਣ ਤੱਕ ਜਾਂ ਤੇ ਲੋਕੀ ਸੰਸਕ੍ਰਿਤ ਚੋਂ ਲੱਭ ਰਹੇ ਨੇ ਉਹਨੂੰ ਡਿਸਾਈਫਰ ਕਰਨ ਲਈ, ਤੇ ਜਾਂ ਉਹਨੂੰ ਆਪਣਾ ਸਾਊਥ ਇੰਡੀਆ ਤੋਂ ਲੱਭ ਰਹੇ ਨੇ, ਤਾਮਿਲ ਤੇ ਉਹਨਾਂ ਜ਼ਬਾਨਾਂ ਤੋਂ। ਤਾਮਿਲ ਦਾ ਵੀ ਕੋਈ ਤਾਲੁਕ ਨਹੀਂ ਹੈਗਾ ਆਪਣਾ ਮਲੋਹਾ ਜ਼ਬਾਨ ਦੇ ਨਾਲ, ਔਰ ਸੰਸਕ੍ਰਿਤ ਜਿਹੜੀ ਹੈ ਉਹ ਤੇ ਆਪ ਉਹਨੇ ਮਲੋਹਾ ਕੋਲ ਹੀ ਸਾਰਾ ਬਾਹਰੋਂ ਕੀਤਾ ਹੈ। ਮੈਂ ਆਪਣਾ, ਤੁਹਾਨੂੰ ਪਤਾ ਹੈ ਕਿ ਨਹੀਂ ਹੈ ਕਿ ਮੈਂ ਲਿੰਗੁਇਸਟਿਕ ਪਹਿਲੂ ਤੇ ਉੱਤੋਂ 2 ਕਿਤਾਬਾਂ ਲਿਖੀਆਂ ਨੇ। ਇੱਕ ਤੇ ਮੈਂ ਕਿਤਾਬ ਲਿਖੀ ਹੈ ਕੰਪੈਰੀਟਿਵ ਡਿਕਸ਼ਨਰੀ ਆਫ ਆਸਟ੍ਰੋ ਏਸ਼ੀਆਟਿਕ ਲੈਂਗੁਏਜਸ, ਜਿਹਦੇ ਵਿੱਚ ਮੈਂ ਪੰਜਾਬੀ
ਸੰਥਾਲੀ, ਮੁੰਡਾ ਤੇ ਉਹਨਾਂ ਜ਼ਬਾਨਾਂ ਦੇ ਲਫ਼ਜ਼ ਜਿਹੜੇ ਨੇ, ਉਹਨਾਂ ਦੇ 5000 ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਜੋੜਿਆ ਇੱਕ ਦੂਜੇ ਦੇ ਨਾਲ। ਠੀਕ ਆ। ਦੂਜੀ ਮੈਂ ਲਿਖੀ ਹੈ ਲਿੰਗੁਇਸਟਿਕ ਫੋਲੀਜ਼ ਆਫ ਦ ਸਬ ਕੌਂਟੀਨੈਂਟ। ਉਹਦੇ ਵਿੱਚ ਮੈਂ ਪੂਰਾ ਆਰਗੂਮੈਂਟ ਜਿਹੜਾ ਹੈ ਦਿੱਤਾ ਹੈ ਕਿ ਜਿਹੜੀ ਜ਼ਬਾਨ ਹੈ ਉਹ ਕਿਉਂ ਮਲੋਹਾ ਚੋਂ ਨਿਕਲੀ ਹੈ ਪੰਜਾਬੀ, ਔਰ ਉਹ ਸੰਸਕ੍ਰਿਤ ਜਾਂ ਉਹ ਤਾਮਿਲ ਚੋਂ ਕਿਉਂ ਨਹੀਂ ਨਿਕਲੀ। ਡਾਕਟਰ ਸਾਹਿਬ ਇੱਕ ਦੋ ਸਵਾਲ ਨੇ, ਫਿਰ ਵੀਰਾਂ ਦੇ ਬਹੁਤ ਸਾਰੇ ਸਵਾਲ ਨੇ, ਮੈਂ ਉਹ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ। ਬਸ ਇੱਕ ਦੋ ਆਖਰੀ ਸਵਾਲ ਮੇਰੇ ਰਹਿ ਗਏ ਨੇ। ਇੱਕ ਤਾਂ ਇਹ ਕਿ ਇਹ ਤਾਂ ਮੈਂ ਪੁੱਛ ਚੁੱਕਿਆ, ਇੱਕ ਆਖਰੀ ਸਵਾਲ ਇਹ ਕਿਉਂਕਿ ਹਿਸਟਰੀ ਦੇ ਹਵਾਲੇ ਨਾਲ ਵੀਰ ਪੁੱਛਦਾ ਹਨ ਸਵਾਲ, ਤੇ ਮੈਂ ਮੇਰੇ ਖਿਆਲ ਆਖਰੀ ਸਵਾਲ ਆਪਣਾ ਹੁਣੇ ਬਾਅਦ ਚ ਹੀ ਪੁੱਛ ਲਾਂ ਤੁਹਾਡੇ ਕੋਲੋਂ। ਮੈਂ ਉਹਨਾਂ ਦੇ ਸਵਾਲ ਪਹਿਲੇ ਲੈ ਲੈਣਾ ਜੀ। ਇੱਕ ਤਾਂ ਵੀਰ ਸਮੀ ਨੇ, ਡਾਕਟਰ ਸਮੀ ਨੇ ਸਾਡੇ, ਉਹਨਾਂ ਪੁੱਛਿਆ ਕਿ ਇੱਕ ਦਹਾਈ ਪਹਿਲਾਂ ਤੋਂ ਕਿਸ਼ਤਾਂ ਵਿੱਚ ਅੰਗਰੇਜ਼ੀ ਆਰਟੀਕਲ 'ਚ ਸਰਾਇਕੀ ਜ਼ਬਾਨ ਨੂੰ ਪੰਜਾਬੀ ਤੋਂ ਵੱਖਰੀ ਜ਼ਬਾਨ ਆਖਿਆ ਗਿਆ। ਅੱਜ ਵੀ ਇਹਨਾਂ ਦਾ ਉਹੀ ਖਿਆਲ ਹੈ? ਜੇ ਹਾਂ ਤੇ ਕਿਹੜੇ ਮੁੱਢ ਤੇ ਮੁਲਤਾਨੀ ਲਹਿਜੇ ਨੂੰ ਪੰਜਾਬੀ ਤੋਂ ਵੱਖਰਾ ਆਖਦੇ ਨੇ? ਮੈਂ ਕਦੀ ਆਖਿਆ ਹੀ ਨਹੀਂ ਇਹ ਗੱਲ। ਇਹ ਐਵੇਂ ਆਪਣੇ ਮੇਰੇ ਜ਼ੁਮੇ ਇਹ ਲਾ ਦਿੰਦੇ ਨੇ ਸਮੀ ਸਾਹਿਬ। ਜਦੋਂ ਇਹਨਾਂ ਨੂੰ ਜਦੋਂ ਇਹਨਾਂ ਨੂੰ ਬਾਹ ਲੱਗਦੀ ਹੈ ਨਾ, ਤੇ ਇਹ ਮੇਰੇ ਨਾਲ ਚਮੋੜ ਦਿੰਦੇ ਨੇ ਮੇਰੇ ਨਾਲ। ਤੇ ਮੈਂ ਹਾਲਾਂਕਿ ਜਿਹੜੇ ਮੇਰੇ ਤੁਸੀਂ ਲੈਕਚਰ ਸੁਣ ਲਓ ਉਹਨਾਂ 'ਚ ਮੈਂ ਕਦੀ ਵੀ ਇਹ ਨਹੀਂ ਕਿਹਾ। ਤੇ ਮੈਂ ਹਾਂ ਇਹ ਅਲਬત્ਤਾ ਜ਼ਰੂਰ ਕਹਿਣਾ ਕਿ ਇਹ ਜਿਹੜੀ ਸਰਾਇਕੀ ਵੀ ਹੈ ਇਹ ਵੀ ਮਲੋਹਾ ਚੋਂ ਤੇ ਪੰਜਾਬੀ ਵੀ ਮਲੋਹਾ ਚੋਂ ਹੈ। ਸਰਾਇਕੀ ਸ਼ਾਇਦ ਉਹਦੀ ਜ਼ਿਆਦਾ ਪੁਰਾਣੀ ਫਾਰਮ ਹੈ, ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਸਰਾਇਕੀ ਇਲਾਕੇ ਜਿਹੜੇ ਨੇ ਉਹ ਪਸ਼ੂਪਾਲ ਹੀ ਰਹੇ, ਕੋਈ ਅੰਗਰੇਜ਼ ਦੀਆਂ ਨਹਿਰਾਂ ਕੱਢਣ ਤੱਕ। ਤੇ ਇਸ ਵਾਸਤੇ ਉਹਨਾਂ ਦੀ ਜਿਹੜੀ ਸਰਾਇਕੀ ਹੈ, ਮੁਲਤਾਨੀ ਲਹਿਜਾ ਹੈ, ਉਹ ਪੁਰਾਣਾ ਹੋਵੇਗਾ। ਔਰ ਇਹ ਜਿਹੜਾ ਸੈਂਟਰਲ ਪੰਜਾਬ ਤੇ ਈਸਟ ਪੰਜਾਬ ਹੈ, ਜਿੱਥੇ ਕਿ ਜ਼ਰਾਅਤ ਔਰ ਟ੍ਰੇਡ ਹੁੰਦੀ ਸੀ, ਇੱਥੇ ਜ਼ਬਾਨ ਹੋਰ ਤਰੀਕੇ ਨਾਲ ਇਵਾਲਵ ਹੋ ਗਈ ਜੀ। ਇਹ ਡਾਕਟਰ ਸਾਹਿਬ ਇੱਕ ਚੀਜ਼ ਇਹ ਵੀ ਦੱਸੋ ਕਿ ਇਹ ਪੁਰਾਣੇ ਦੌਰ 'ਚ ਜਿਹੜੀ ਆਰਿਆਈ ਥਿਊਰੀ ਹੈ, ਕੁਝ ਵੀ ਕਨਫਰਮ ਤਾਂ ਇਸ ਦੇ ਮਨ 'ਚ ਕੁਝ ਵੀ ਨਹੀਂ ਹੈ। ਇਹ ਆਰੀਆ ਜਿਹੜੇ ਸਨ, ਇਹ ਮਤਲਬ ਇਹ ਕਿਧਰੋਂ ਆਏ ਸਨ? ਏਲੀਅਨ ਜਿਹੜੇ ਦੇਖੋ, ਸੁਣ ਲਓ ਹੁਣ ਇਹ ਕਨਫਰਮ ਹੈ ਜੀ, 100% ਕਨਫਰਮ ਹੈ। ਜਿਹੜੀ ਜੈਨੇਟਿਕਸ ਦੀ ਸਾਇੰਸ ਹੈ ਉਹਨੇ ਇਹ ਐਸਟੈਬਲਿਸ਼ ਕਰ ਦਿੱਤਾ ਹੈ ਕਿ 1300 ਤੋਂ ਲੈ ਕੇ 1500 BC ਦੇ ਵਿੱਚ ਸੈਂਟਰਲ ਏਸ਼ੀਆ ਤੋਂ ਮਰਦਾਂ ਦਾ ਇੱਕ ਬਹੁਤ ਵੱਡਾ ਗਰੋਹ ਪੰਜਾਬ ਵਿੱਚ ਆਇਆ। ਉਹ ਗਰੋਹ ਜਿਹੜਾ ਦੋ ਪਾਸੇ ਗਿਆ, ਇੱਕ ਪਾਸੇ ਉਹ ਪੰਜਾਬ ਵਿੱਚ ਆਇਆ, ਦੂਜੇ ਪਾਸੇ ਉਹ ਯੂਰਪ ਵੱਲ ਗਿਆ। ਔਰ ਉਹਨਾਂ ਨੇ ਜਿਹੜੇ ਮੁਕਾਮੀ ਔਰਤਾਂ ਨੇ ਉਹਨਾਂ ਨੂੰ ਚੁੱਕ ਕੇ ਜ਼ਬਰਦਸਤੀ ਉਹਨਾਂ ਦੇ ਨਾਲ ਆਪਣੇ ਨਿਆਣੇ ਜੰਮਣੇ ਸ਼ੁਰੂ ਕੀਤੇ। ਮਤਲਬ ਇਹ ਹੈ ਕਿ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਹਿੰਦੁਸਤਾਨ ਦੀਆਂ ਔਰਤਾਂ ਨੇ ਉਹਨਾਂ ਦਾ 90% ਦਾ ਜੀਨ ਜਿਹੜੇ ਨੇ ਉਹ ਨੇ ਜਿਹੜੇ ਕਿ 65,000 ਸਾਲ ਪਹਿਲੇ ਜਿਹੜੇ ਲੋਕ ਅਫਰੀਕਾ ਤੋਂ ਆਏ ਸਨ ਤੇ ਮਹਿਰਗੜ੍ਹ ਦੇ ਵਿੱਚ ਆਬਾਦ ਹੋਏ ਸਨ, ਉਹਨਾਂ ਦੀ ਔਰਤਾਂ ਦੇ ਜੀਨ ਉਹ ਹੀ ਨੇ। ਜਿਹੜੇ ਮਰਦ ਨੇ ਉਹਨਾਂ ਵਿੱਚੋਂ 60% ਮਰਦ ਜਿਹੜੇ ਨੇ ਉਹਨਾਂ ਦੇ ਜੀਨ ਬਾਹਰ ਦੇ ਨੇ। ਉਹਨਾਂ ਦੇ ਜੀਨ ਉਹ ਨਹੀਂ ਹੈਗੇ ਜਿਹੜੇ ਕਿ ਅਫਰੀਕਾ ਤੋਂ ਆਉਣ ਵਾਲੇ ਦੇ ਸਨ। ਇੱਕ ਗੱਲ। ਦੂਜੀ ਗੱਲ, ਜਿਹੜੀਆਂ ਹਿੰਦੂਆਂ ਦੀਆਂ ਉੱਪਰਲੀਆਂ ਜ਼ਾਤਾਂ ਨੇ ਔਰ ਖਾਸ ਤੌਰ ਤੇ ਬ੍ਰਾਹਮਣ ਜਿਹੜੇ ਨੇ, ਉਹਨਾਂ ਦੇ ਵਿੱਚੋਂ 17% ਦਾ ਜਿਹੜੇ ਜੀਨਸ ਨੇ ਉਹ ਯੂਰਪੀਅਨ ਨਾਲ ਮਿਲਦੇ ਨੇ। ਉਤੋਂ ਇਹ ਪਤਾ ਲੱਗਦਾ ਹੈ ਕਿ ਇਹ ਦੋਵੇਂ ਗਰੁੱਪ ਸੈਂਟਰਲ ਏਸ਼ੀਆ ਤੋਂ ਚੱਲੇ ਸਨ। ਸੋ ਲਿਹਾਜ਼ਾ ਹੁਣ ਇਹ ਹਿੰਦੁਸਤਾਨੀ ਜਿਹੜੀ ਪ੍ਰੈਸ ਹੈ ਉਹਦੇ ਵਿੱਚ ਇਹ ਸਾਰੀ ਕੁਝ ਛਪਦਾ ਰਿਹਾ ਹੈ ਔਰ ਕਈ ਦਫਾ ਛਪਿਆ ਹੈ। ਇਹ ਲਿਹਾਜ਼ਾ ਇਹ ਹੁਣ ਬਹਿਸ ਹੀ ਨਹੀਂ ਰਹੀ ਕਿ ਇਹ ਬਾਹਰੋਂ ਆਏ ਸੀ ਕਿ ਨਹੀਂ ਆਏ ਸਨ। ਉਹ ਬਾਹਰੋਂ ਆਏ ਸਨ। ਇਹ ਜੈਨੇਟਿਕਸ ਦੀ ਸਾਇੰਸ ਜਿਹੜੀ ਹੈ ਉਹ ਸਾਇੰਸ ਹੈ, ਉਹ ਕੋਈ ਆਰਟ ਨਹੀਂ ਹੈਗਾ, ਕੋਈ ਗੱਪਾਂ ਨਹੀਂ ਹੈਗੀਆਂ। ਉਹ ਇੱਕ ਪੂਰੀ ਇੱਕ ਸਾਇੰਸ ਹੈ, ਉਹਨੇ ਸਾਬਤ ਕੀਤਾ ਹੈ।
ਡਾਕਟਰ ਸਾਹਿਬ ਲੇਕਿਨ ਇੱਕ ਚੀਜ਼ ਇਹ ਵੀ ਤੇ ਗੌਰ ਕਰਨ ਵਾਲੀ ਹੈ ਕਿ ਮੀਨਸ ਆਫ ਟਰਾਂਸਪੋਰਟੇਸ਼ਨ ਉਸ ਵਕਤ ਸਿਰਫ ਦਰਿਆ ਹੁੰਦੇ ਸਨ ਤੇ ਦਰਿਆਵਾਂ ਦੇ ਅਗੇਂਸਟ ਦਾ ਰਿਵਰ ਫਲੋ ਆਉਣਾ ਜਿਹੜਾ ਹੈ ਉਹ ਉਦੋਂ ਤਾਂ ਐਸੀ ਕੋਈ ਟੈਕਨੋਲੋਜੀ ਨਹੀਂ ਸੀ ਕਿ ਕੋਈ ਅਗੇਂਸਟ ਦਾ ਰਿਵਰ ਫਲੋ ਮੈਸ ਮਾਈਗ੍ਰੇਸ਼ਨ ਕਰ ਸਕੇ ਤੇ ਇਹ ਜ਼ਿਆਦਾ ਮੁਮਕਿਨ ਨਹੀਂ ਕਿ ਇਹ ਜਿਹੜੇ ਕਦੀਮ ਲੋਕ ਸਨ ਹੜੱਪੇ ਮੋਹਨਜੋਦਾੜੋ ਦੇ ਵੀ ਇਹ ਕੋਈ ਹਿਮਾਚਲ ਤੋਂ ਜਾਂ ਕਸ਼ਮੀਰ ਤੋਂ ਹੀ ਲੈ ਕੇ ਇਧਰ ਨੂੰ ਆਏ ਹੋਣ? ਬਿਲਕੁਲ ਨਹੀਂ, ਰਿਵਰ ਫਲੋ ਦੇ ਨਾਲ ਨਾਲ ਬਿਲਕੁਲ ਨਹੀਂ। ਉਹਨਾਂ ਦਾ ਇੱਕ ਪੂਰਾ ਜਿਹੜਾ ਜਿਹੜੇ ਆਰੀਅਨਸ ਆਏ ਨੇ ਉਹਨਾਂ ਦਾ ਪੂਰਾ ਇੱਕ ਰੂਟ ਹੈ, ਉਹ ਅਫਗਾਨਿਸਤਾਨ ਦੇ ਥਰੂ ਦर्रा खैबर ਦੇ ਥਰੂ ਉਹ ਆਏ ਨੇ ਔਰ ਉਹਨਾਂ ਨੇ ਆ ਕੇ ਜਿਹੜੀਆਂ ਪਹਿਲੀਆਂ ਆਬਾਦੀਆਂ ਜਿਹੜੀਆਂ ਉਹਨਾਂ ਦੀਆਂ ਬਣੀਆਂ ਨੇ ਉਹ ਗੰਧਾਰਾ ਤੇ ਆਪਣਾ ਟੈਕਸਲਾ ਤੇ ਇਹ ਨੇ ਪੰਚਾਲ ਹੈ ਜਿਹੜਾ ਕਲਰ ਸਈਦਾਂ ਇਸ ਤਰ੍ਹਾਂ ਤੇ ਜਿਹੜਾ ਇਹ ਰਾਜਾ ਪੋਰਸ ਸੀ ਇਹ ਸਾਰੇ ਜਿਹੜੇ ਨੇ ਇਹ ਏਰੀਅਨ ਦੇ ਸਨ ਨਾ ਬੇਸਿਕਲੀ ਤੇ ਆਪਣਾ ਇਹ ਨਹੀਂ ਤੁਹਾਡੀ ਗੱਲ ਸਹੀ ਹੈਗੀ ਕਿ ਇਹ ਉੱਥੋਂ ਮਤਲਬ ਇਹ ਹੈ ਕਿ ਮੈਂ ਇਹਦੇ ਤੇ ਹੋਰ ਜ਼ਿਆਦਾ ਬਹਿਸ ਨਹੀਂ ਕਰਨੀ ਇਹਦੇ ਉੱਤੇ ਜੇ ਇਹ ਫੈਕਟ ਹੈ ਮੈਂ ਬਹਿਸ ਤਾਂ ਕਰਾਂ ਜੇ ਇਹ ਸਪੈਕੂਲੇਸ਼ਨ ਦਾ ਮਸਲਾ ਹੋਵੇ ਤੇ ਜੇ ਇੱਕ ਸਾਇੰਸ ਨੇ ਬਾਕਾਇਦਾ ਫੈਕਟ ਨੂੰ ਪ੍ਰੂਵ ਕਰ ਦਿੱਤਾ ਹੈ ਜਦੋਂ ਕੈਮਿਸਟਰੀ ਨੇ ਸਾਬਤ ਕਰ ਦਿੱਤਾ ਕਿ ਪਾਣੀ ਜਿਹੜਾ ਹੈ ਉਹ H2O ਹੁੰਦਾ ਹੈ, 2 ਹਾਈਡਰੋਜਨ ਤੇ 1 ਆਕਸੀਜਨ ਹੁੰਦਾ ਹੈ, ਠੀਕ ਹੈ ਤੇ ਮੈਂ ਉਹ ਤੋਂ ਇਨਕਾਰ ਨਹੀਂ ਕਰ ਸਕਦਾ ਹਾਂ। ਲੇਕਿਨ ਡਾਕਟਰ ਸਾਹਿਬ ਆਰਕੀਓਲੋਜੀਕਲ ਸਾਇੰਸ 'ਚ ਤਾਂ ਰੋਜ਼ ਨਵੀਆਂ ਫਾਈਂਡਿੰਗਸ ਹੁੰਦੀਆਂ ਨੇ, ਕੋਈ ਪਤਾ ਨਹੀਂ ਕੱਲ ਨੂੰ ਇੱਥੋਂ 1 ਲੱਖ ਸਾਲ ਪੁਰਾਣਾ ਕੋਈ ਢਾਂਚੇ ਬਰਾਮਦ ਹੋ ਜਾਣ। ਬਿਲਕੁਲ ਜਦੋਂ ਉਹ ਹੋ ਜਾਣਗੀਆਂ ਤੇ ਫਿਰ ਅਸੀਂ ਉਹਨੂੰ ਦੇਖ ਲਾਂਗੇ ਲੇਕਿਨ ਜਿਹੜਾ ਹੁਣ ਤੱਕ ਆਰਕੀਓਲੋਜੀ ਇਹਨਾਂ ਨੂੰ ਕੈਮਿਸਟਰੀ ਜਾਂ ਬਿਲਕੁਲ ਨਹੀਂ, ਜਿਹੜਾ ਹੁਣ ਤੱਕ ਆਰਕੀਓਲੋਜੀ ਔਰ ਜੈਨੇਟਿਕਸ ਨੇ ਜੋ ਸਾਬਤ ਕੀਤਾ ਉਹਨੂੰ ਤੇ ਮੰਨੋ ਨਾ। ਤੁਹਾਡੇ ਮੇਰੇ ਨਾਲ ਤੁਹਾਨੂੰ ਨੂੰ ਬਹੁਤਾ ਪਤਾ ਹੈ ਨਾ, ਤੁਸੀਂ ਤੇ ਅਸੀਂ ਤਾਂ ਐਵੇਂ ਸਪੈਕੂਲੇਸ਼ਨ ਕਰਨੀ ਹੈ ਨਾ, ਉੱਥੋਂ ਆ ਗਏ ਤਾਂ ਉੱਥੋਂ ਆ ਗਏ, ਉਹ ਤਾਂ ਸਾਇੰਸ ਦੇ ਜ਼ਰੀਏ ਦੇਖ ਰਹੇ ਨੇ। ਇੱਕ ਰੀਜ਼ਨੇਬਲ ਆਰਗੂਮੈਂਟ ਹੈ ਨਾ ਕਿ ਮੀਨਸ ਆਫ ਟਰਾਂਸਪੋਰਟੇਸ਼ਨ ਨਹੀਂ ਸਨ। ਨਹੀਂ ਮੈਂ ਨਹੀਂ ਮੰਨਦਾ ਰੀਜ਼ਨੇਬਲ। ਮੈਂ ਜਦੋਂ ਸਾਇੰਸ ਕਿਸੇ ਚੀਜ਼ ਨੂੰ ਸਾਬਤ ਕਰਦੇ ਮੈਂ ਉਹਨੂੰ ਫਿਰ ਅਥੈਂਟਿਕ ਮੰਨਦਾ। ਤੁਸੀਂ ਆਪਣੇ ਸੋ ਫਾਰ ਹਾਲੇ ਤੱਕ ਤੁਸੀਂ ਕਹਿ ਸਕਦੇ ਤੁਸੀਂ ਆਪਣੇ ਤੌਰ ਤੇ ਤੁਸੀਂ ਕਰਦੇ ਰਹੋ ਬਲੀਵ ਹਤਮੀ। ਅੱਛਾ ਖੈਰ ਅੱਗੇ ਚੱਲਨੇ ਜੀ। ਇਹ ਦੱਸੋ ਕਿ ਸਰਾਇਕੀ ਵਰਡ ਜਿਹੜਾ ਆਇਆ ਕਿੱਥੋਂ, ਇਹਦੀ ਤਾਰੀਖ ਕੀ ਹੈ? ਨਹੀਂ ਇਹ ਮੈਨੂੰ ਨਹੀਂ ਜ਼ਿਆਦਾ ਪਤਾ ਕਿ ਸਰਾਇਕੀ ਬਾਹਰ ਵਾਲੇ ਹੈ, ਮੈਨੂੰ ਇਹ ਪਤਾ ਹੈ ਕਿ 1970 ਤੱਕ ਜਿਹੜਾ ਸਰਾਇਕੀ ਦਾ ਲਫ਼ਜ਼ ਹੈ ਇਹ ਆਮ ਜਾਣਿਆ ਨਹੀਂ ਸੀ ਜਾਂਦਾ। ਇਹ ਸਾਡੇ ਸਾਹਮਣੇ ਇੰਟਰੋਡਿਊਸ ਹੋਇਆ, ਸਾਡੇ ਸਾਹਮਣੇ ਇਹਦੀ ਪਾਪੂਲੈਰਿਟੀ ਜਿਹੜੀ ਹੈ ਉਹ ਮਿਡਲ ਕਲਾਸ ਦੇ ਲੋਕਾਂ ਦੇ ਵਿੱਚ, ਮੁਲਤਾਨ ਦੇ ਲੋਕਾਂ 'ਚ ਬਣੀ। ਪਹਿਲੇ ਉਹਨੂੰ ਮੁਲਤਾਨੀ ਕਿਹਾ ਜਾਂਦਾ ਸੀ ਤੇ ਉਸ ਲਹਿਜੇ ਨੂੰ ਵੀ ਮੁਲਤਾਨੀ ਹੀ ਕਿਹਾ ਜਾਂਦਾ ਸੀ। ਕਦੀਮ ਜ਼ੁਬਾਨਾਂ ਜਿਹੜੇ ਕਦੀਮ ਹੈ ਨੇ ਤਾਰੀਖ ਦੀਆਂ ਕਿਤਾਬਾਂ, ਉਹਨਾਂ ਦੇ ਵਿੱਚ ਕਿਤੇ ਸਰਾਇਕੀ ਦਾ ਜ਼ਿਕਰ ਮੌਜੂਦ ਹੋਵੇ? ਨਹੀਂ ਹੈਗਾ। ਮੁਲਤਾਨੀ ਤੋਂ ਹਟ ਕੇ ਨਹੀਂ ਹੈਗਾ, ਸਰਾਇਕੀ ਦਾ ਕੋਈ ਜ਼ਿਕਰ ਨਹੀਂ ਹੈਗਾ। ਇਹ ਹੁਣ ਖਿੱਚ ਕੇ ਐਂਟਰੀਆਂ ਪਾ ਰਹੇ ਨੇ, ਲੇਕਿਨ ਜਾਂ ਜਿੱਥੋਂ ਤੱਕ ਮੈਂ ਦੇਖਿਆ ਨਹੀਂ ਹੈਗਾ। ਔਰ ਦੂਜੀ ਚੂੰਕਿ ਮੈਂ ਤੇ ਜਿਹੜੀ ਹੈ ਉਹ ਡਿਕਸ਼ਨਰੀ ਮੁਰਤਬ ਕੀਤੀ ਹੈ ਨਾ ਵਰਡਸ ਦੀ, ਤੇ ਮੈਂ ਉਹਦੇ 'ਚ ਸਿੰਧੀ ਲਫ਼ਜ਼ ਵੀ ਲਏ ਨੇ ਤੇ ਸਰਾਇਕੀ ਵੀ ਜਿਹੜੇ ਨੇ ਉਹ ਵੀ ਲਏ ਨੇ, ਤੇ ਇਸ ਵਾਸਤੇ ਮੈਨੂੰ ਪਤਾ ਹੈ ਕਿ ਇਹ ਦੋਵੇਂ ਜ਼ਬਾਨਾਂ ਜਿਹੜੀਆਂ ਨੇ ਇਹ ਇੱਕ ਹੀ ਜ਼ਬਾਨ ਸਨ, ਇੱਕ ਹੀ ਜ਼ਬਾਨ 'ਚੋਂ ਨਿਕਲੀਆਂ ਨੇ ਸਾਰੀਆਂ। ਤੇ ਜਿਹੜੀ ਪੰਜਾਬੀ ਹੈ ਜਿਹੜੀ ਕਿ ਇਹ ਜਿਹੜੀ ਪੂਰੇ ਇਲਾਕੇ ਦੀ ਜ਼ਬਾਨ ਹੈ, ਇਹ ਜਿਹੜੀ ਹੈ ਇਹਦੇ ਬਾਰੇ 'ਚ ਥਿਊਰੀ ਹੁਣ ਇਹ ਹੈਗੀ ਹੈ ਕਿ ਇਹਦਾ ਤਾਲੁਕ ਨਾ ਸੰਸਕ੍ਰਿਤ ਦੇ ਨਾਲ ਹੈ ਤੇ ਨਾ ਇਹਦਾ ਤਾਲੁਕ ਡ੍ਰੇਵਿਡੀਅਨ ਲੈਂਗੁਏਜਸ ਦੇ ਨਾਲ ਹੈ। ਇਹਦਾ ਤਾਲੁਕ ਆਸਟਰੋ ਏਸ਼ੀਆਟਿਕ ਲੈਂਗੁਏਜ ਦੇ ਨਾਲ ਹੈ, ਜਿਹੜੀ ਕਿ ਸੰਥਾਲੀ ਹੈ, ਜਿਵੇਂ ਕਿ ਮੁੰਡਾ ਹੈ, ਜਿਵੇਂ ਕਿ ਖਾਸੀ ਹੈ, ਉਹਨਾਂ ਦੇ ਨਾਲ। ਤੇ ਉਹ ਮੈਂ ਜਿਹੜੇ ਟੇਬਲ ਉਹਦੇ ਵਿੱਚ ਆਪਣੀ ਕਿਤਾਬ 'ਚ ਬਣਾਏ ਨੇ, ਉਹਦੇ ਵਿੱਚ ਮੈਂ ਇਹ ਜਿਹੜੇ ਆਪਣਾ ਪੰਜਾਬੀ ਜਿਪਸੀ ਨੇ ਯੂਰਪ ਦੇ,
ਉਹਨਾਂ ਦੀ ਵੋਕੈਬਲਰੀ ਜਿਹੜੀ ਹੈ ਉਹਨੂੰ ਕੰਪੇਅਰ ਕੀਤਾ ਹੈ, ਕਿਉਂਕਿ ਉਹ 6ਵੀਂ 7ਵੀਂ ਸਦੀ ਦੇ ਵਿੱਚ ਇੱਥੋਂ ਚਲੇ ਗਏ ਸਨ ਪੰਜਾਬ ਤੋਂ, ਤੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੜੇ ਕਿਹੜੇ ਲਫ਼ਜ਼ ਰਿਟੇਨ ਹੋ ਗਏ ਨੇ ਜਿਹੜੇ ਕਿ ਉਸ ਵੇਲੇ ਵੀ ਬੋਲੇ ਜਾਂਦੇ ਸਨ। ਮਿਸਾਲ ਦੇ ਤੌਰ ਤੇ ਕੁੜੀ ਨੂੰ ਉਹ ਕੁੜੀ ਕਹਿੰਦੇ ਨੇ, ਲੇਕਿਨ ਮਿਸਾਲ ਦੇ ਤੌਰ ਤੇ ਸਿੰਧ ਸਿੰਧੀ ਦੇ ਵਿੱਚ ਕੁੜੀ ਨਹੀਂ ਕਹਿੰਦੇ, ਔਰ ਮੇਰਾ ਖਿਆਲ ਹੈ ਕਿ ਸ਼ਾਇਦ ਸਰਾਇਕੀ ਵਿੱਚ ਵੀ ਸ਼ਾਇਦ ਨਹੀਂ ਕਹਿੰਦੇ, ਮੇਰਾ ਖਿਆਲ ਹੈ। ਲੇਕਿਨ ਜਿਹੜਾ ਸੰਥਾਲੀ ਹੈ ਉਹਦੇ ਚ ਕੁੜੀ ਨੂੰ ਕੁੜੀ ਕਿਹਾ ਜਾਂਦਾ ਹੈ, ਸਿਰਫ ਉਹ ਮੁੰਡੇ ਨੂੰ ਕੁੜਵਾ ਕਹਿੰਦੇ ਨੇ, ਤੇ ਸਾਡੇ ਮੁੰਡਾ ਜਿਹੜਾ ਉਹਨੂੰ ਮੁੰਡਾ ਕਹਿੰਦੇ ਨੇ। ਇਹ ਖੈਰ ਬਹੁਤ ਲੰਮੀ ਬਹਿਸ ਹੈ, ਇਹ ਚ ਨਾ ਪਈ ਹੈ, ਹੋਰ ਅੱਗੇ ਗੱਲ ਕਰੋ। ਡਾਕਟਰ ਸਾਹਿਬ ਇਹ ਜਿਹੜੇ ਆਰਿਆਈ ਸਨ, ਇਹ ਜ਼ਾਹਿਰ ਹੈ ਇੱਕ ਵਕਤ ਚ ਤੇ ਨਹੀਂ ਆਏ, ਮੁਖਤਲਿਫ ਅਦਵਾਰ ਚ ਆਉਂਦੇ ਰਹੇ ਕਬਾਇਲ, ਤੇ ਇਹ ਐਨ ਮੁਮਕਿਨ ਨਹੀਂ ਕਿ ਜਿਹੜੇ ਡਾਇਲੈਕਟਸ ਬਣੇ ਇਹ ਲੋਕਲਸ ਦੇ ਆਰੀਆ ਮੁਖਤਲਿਫ ਕਬਾਇਲ ਦੇ ਨਾਲ ਮਿਲਣ ਨਾਲ ਮੁਖਤਲਿਫ ਡਾਇਲੈਕਟਸ ਬਣੇ। ਨਹੀਂ ਜੀ, ਗੱਲ ਇਹ ਨਹੀਂ ਹੈਗੀ, ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਸੰਸਕ੍ਰਿਤ ਹੈ ਜ਼ਬਾਨ, ਇਹ ਤੇ ਕਦੀ ਵੀ ਇਸ ਇਲਾਕੇ ਦੀ ਜ਼ਬਾਨ ਨਹੀਂ ਰਹੀ। ਹੱਤਾ ਕਿ ਪਾਨੀਨੀ ਦੇ ਵੇਲੇ ਵਿੱਚ ਵੀ, ਯਾਨੀ ਮਤਲਬ 400 BC ਦੇ ਵਿੱਚ ਜਿਹੜੀ ਪਾਨੀਨੀ ਨੇ ਜਦੋਂ ਗ੍ਰਾਮਰ ਲਿਖੀ, ਤੇ ਉਦੋਂ ਵੀ ਜਿਹੜੀ ਹੈ ਇਹ ਸਿਰਫ ਜਿਹੜੇ ਮਜ਼ਹਬੀ ਪੰਡਤ ਸਨ, ਜਿਹੜੇ ਮਜ਼ਹਬੀ ਪੇਸ਼ਵਾ ਸਨ, ਉਹੋ ਹੀ ਸੰਸਕ੍ਰਿਤ ਬੋਲਦੇ ਸਨ, ਆਮ ਬੰਦਾ ਨਹੀਂ ਸੀ ਬੋਲਦਾ। ਤੇ ਇਸੇ ਵਾਸਤੇ ਦੇਖੋ, ਇੱਕ ਤੇ ਇਹ ਹੈ ਕਿ ਪਾਨੀਨੀ ਦੇ ਜ਼ਮਾਨੇ ਵਿੱਚ ਵੀ ਉਹੀ ਰਹੀ। ਅੱਛਾ, ਫਿਰ ਜਿੱਥੋਂ ਤੱਕ ਸਾਨੂੰ ਲੈਂਗੁਏਜ ਦੇ ਟ੍ਰੇਸਸ ਜਿਹੜੀਆਂ ਅਗਰ ਕੋਈ ਫਿਜ਼ੀਕਲ ਟ੍ਰੇਸਸ ਮਿਲਦੀਆਂ ਨੇ, ਤੇ ਉਹ ਸਾਨੂੰ ਮਿਲਦੀਆਂ ਨੇ ਅਸ਼ੋਕਾ ਦੇ ਇਨਸਕ੍ਰਿਪਸ਼ਨਸ ਦੀਆਂ, ਅਸ਼ੋਕਾ ਦੇ ਜ਼ਮਾਨੇ ਦੀਆਂ। ਤੇ ਉਹ ਜਿਹੜੀ ਹੈ ਉਹ ਲੋਕਲ ਪ੍ਰਾਕ੍ਰਿਤਾਂ ਨੇ, ਯਾਨੀ ਮੁਕਾਮੀ ਜ਼ਬਾਨਾਂ ਨੇ, ਤੇ ਉਹਨਾਂ ਨੂੰ ਲਿਖਿਆ ਜਾਂਦਾ ਸੀ 3 ਤਰ੍ਹਾਂ ਦੇ ਸਕ੍ਰਿਪਟ ਦੇ ਵਿੱਚ। ਇੱਕ ਤੇ ਸੀ ਖਰੋਸ਼ਤੀ ਸਕ੍ਰਿਪਟ, ਜਿਹੜਾ ਸੀ ਇਹ ਮਿਡਲ ਈਸਟ ਤੋਂ ਆਇਆ ਸੀ, ਔਰ ਇਹ ਰਾਈਟ ਤੋਂ ਲੈਫਟ ਲਿਖਿਆ ਜਾਂਦਾ ਸੀ। ਇਹ ਗਾਲਬਨ ਇਰਾਨੀਆਂ ਦੇ ਅਸਰ ਦੇ ਨਾਲ ਆਇਆ ਸੀ, ਤੇ ਇਹ ਕੋਈ 3 4 ਸਦੀ ਤੱਕ ਪੰਜਾਬ ਦਾ ਮੇਜਰ ਸਕ੍ਰਿਪਟ ਜਿਹੜਾ ਸੀ ਉਹ ਖਰੋਸ਼ਤੀ ਸੀ। ਦੂਜੇ ਜਿਸ ਸਕ੍ਰਿਪਟ 'ਚ ਲਿਖੀ ਜਾਂਦੀ ਸੀ ਉਹ ਯੂਨਾਨੀ ਸੀ, ਯਾਨੀ ਅਸ਼ੋਕਾ ਦੇ ਜਿਹੜੇ ਸਕ੍ਰਿਪਟ ਜਿਹੜੇ ਇਨਸਕ੍ਰਿਪਸ਼ਨਸ ਨੇ। ਤੇ ਤੀਸਰੀ ਜਿਹੜੀ ਹੈ ਉਹ ਬ੍ਰਾਹਮਣੀ ਸੀ, ਜਿਹੜੀ ਜਿਸ 'ਚ ਸੰਸਕ੍ਰਿਤ ਹੁਣ ਲਿਖੀ ਜਾਂਦੀ ਹੈ। ਲੇਕਿਨ ਇਹ ਹੈ ਕਿ ਸੰਸਕ੍ਰਿਤ ਦੇ ਇਨਸਕ੍ਰਿਪਸ਼ਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ 4 5ਵੀਂ ਸਦੀ ਤੱਕ ਵੀ ਨਹੀਂ ਮਿਲਦੇ, ਜਿਵੇਂ ਕਿ ਪ੍ਰਾਕ੍ਰਿਤਾਂ ਦੇ ਮਿਲਦੇ ਨੇ। ਫਿਰ ਦੇਖੋ ਤੁਸੀਂ ਕਿ ਕੋਈ 300 BC ਤੋਂ ਤੇ ਬੁੱਧ ਮਤ ਇੱਥੇ ਆ ਗਿਆ, ਇਸ ਪੂਰੇ ਇਲਾਕੇ ਦਾ ਮਜ਼ਹਬ ਬੁੱਧ ਮਤ ਹੋ ਗਿਆ। ਤੇ ਬੁੱਧ ਜਿਹੜੇ ਨੇ ਉਹ ਤੇ ਸੰਸਕ੍ਰਿਤ ਵਰਤਦੇ ਨਹੀਂ ਸਨ, ਉਹ ਤੇ ਵੈਸੇ ਨਾ ਬੁੱਧ ਨੇ ਸੰਸਕ੍ਰਿਤ ਵਰਤੀ ਤੇ ਨਾ ਉਹਦੇ ਫਾਲੋਅਰਸ ਵਰਤਦੇ ਸਨ। ਉਹ ਤੇ ਮੁਕਾਮੀ ਪ੍ਰਾਕ੍ਰਿਤਾਂ ਵਿੱਚ ਵਾਸ ਕਰਦੇ ਸਨ। ਤੇ ਜਿਹੜਾ ਆਪਣਾ ਮੌਰੀਆ ਸਲਤਨਤ ਹੈ, ਮੌਰੀਆ ਦੇ ਜਿਹੜੇ ਜ਼ਮਾਨਾ ਹੈ, ਉਹਦੇ ਵਿੱਚ ਤੁਹਾਨੂੰ ਸੰਸਕ੍ਰਿਤ ਦੀ ਕੋਈ ਸ਼ਕਲ ਨਹੀਂ ਨਜ਼ਰ ਆਉਂਦੀ, ਉਹਦੇ ਵਿੱਚ ਕੋਈ ਪੰਡਤ ਨਹੀਂ ਤੁਹਾਨੂੰ ਨਜ਼ਰ ਆਉਂਦਾ। ਇਸੇ ਵਾਸਤੇ ਜਿਹੜੇ ਇਹ ਆਪਣਾ ਟਿਪੀਕਲ ਹਿੰਦੂ ਸਨ, ਇਹ ਮੌਰੀਆ ਦੇ ਬਹੁਤ ਖਿਲਾਫ ਸਨ, ਕਹਿੰਦੇ ਸਨ ਇਹ ਹਰਾਮ ਦੇ ਨੇ ਤੇ ਨੈਸ਼ ਨੇ। ਅੱਛਾ, ਇੱਕ ਸਵਾਲ ਹੋਰ ਅਜ਼ੀਮ ਖਾਦਮ ਸਾਹਿਬ ਨੇ ਉਹਨਾਂ ਪੁੱਛਿਆ ਹੈ ਕਿ ਇੱਕ ਸਵਾਲ ਸਾਡੇ ਵੱਲੋਂ ਮੈਂ ਪੁੱਛਣਾ ਕਿ ਗੰਗਾ ਜਮਨਾ ਤਹਿਜ਼ੀਬ ਫਿਰ ਕਿੱਥੋਂ ਦੀ ਹੈ? ਕੀ ਗੱਲ ਉਹ ਵੀ ਹੜੱਪਾ ਨਹੀਂ ਹੈ ਸਨ ਜਾਂ ਕੋਈ ਹੋਰ ਸਨ? ਮੇਰਾ ਜਿਹੜਾ ਆਪਣਾ ਥਿਊਰੀ ਹੈਗੀ ਆ ਉਹ ਇਹ ਹੈਗੀ ਹੈ ਕਿ ਜਦੋਂ ਏਰੀਅਨਸ ਨੇ ਆ ਕੇ ਤੇ ਮੁਕਾਮੀ ਲੋਕਾਂ ਨੂੰ ਗੁਲਾਮ ਬਣਾ ਲਿਆ, ਤੇ ਜਦੋਂ ਲੋਹਾ ਇਜਾਦ ਹੋ ਗਿਆ, ਤੇ ਜਿਹੜੇ ਏਰੀਅਨ ਜਿਹੜੇ ਸਨ ਮਾਲਕ ਲੋਕ, ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਲਿਜਾ ਕੇ ਤੇ ਉੱਥੇ ਜਿਹੜੀ ਹੈ ਉਹ ਵਸਾਈ। ਔਰ ਇਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਬੰਗਾਲ ਔਰ ਬਹੁਤ ਸਾਰੇ ਇਲਾਕਿਆਂ 'ਚ ਲੋਕਾਂ ਦੇ ਮੋਸਟਲੀ ਦੇ ਰੰਗ ਕਾਲੇ ਨੇ, ਉਹ ਇੱਥੋਂ ਲੈ ਕੇ ਗਏ ਏਰੀਅਨ ਜਿਹੜੇ ਨੇ ਉਹਨਾਂ ਨੂੰ ਉੱਥੇ, ਕਿਉਂਕਿ ਆਬਾਦੀ ਤੇ ਇੱਥੇ ਹੀ ਸੀ,
ਪੰਜਾਬ ਵਿੱਚ ਸੀ ਨਾ ਆਬਾਦੀ, ਹੜੱਪੇ ਸਿਵਲਾਈਜੇਸ਼ਨ ਦੇ ਬੈੱਡ ਵਿੱਚ ਹੀ ਆਬਾਦੀ ਸੀ ਨਾ, ਆਬਾਦੀ ਨੇ ਕਿਤੋਂ ਹੋਰੋਂ ਆਉਣਾ ਨਹੀਂ ਸੀ, ਤੇ ਉਹਨੂੰ ਹੀ ਲੈ ਕੇ ਗਏ ਆਪਣਾ ਏਰੀਆ ਜਿਹੜੇ। ਠੀਕ। ਡਾਕਟਰ ਸਾਹਿਬ ਇਹ ਮਹਿਬੂਬ ਸਾਹਿਬ ਨੇ ਉਹ ਪੁੱਛ ਰਹੇ ਨੇ ਕਿ ਸਰ ਤੁਸੀਂ ਆਪਣੀ ਕਿਤਾਬ ਵਿੱਚ ਲਿਖਿਆ ਕਿ ਪਠਾਰ ਦਾ ਇਲਾਕਾ ਮੌਰੀਆ ਦੌਰ ਤੋਂ ਹੀ ਕਿਰਾਏ ਦੇ ਫੌਜੀ ਜਾਂ ਮਰਸਨਰੀਜ਼ ਫਰਾਹਮ ਕਰਦਾ ਰਿਹਾ ਹੈ, ਪਰ ਕਿਉਂ? ਉੱਥੇ ਵੀ ਉਹੀ ਕੌਮਾਂ ਵਾਸੀਆਂ ਨੇ ਜਿਹੜੇ ਬਾਕੀ ਪੰਜਾਬ ਵਿੱਚ। ਨਹੀਂ, ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਪੋਠੋਹਾਰ ਦਾ ਇਲਾਕਾ ਸੀ, ਉਹ ਬਾਹਰ ਤੋਂ ਜਿਹੜੇ ਵੀ ਹਮਲਾਵਰ ਆਉਂਦੇ ਗਏ, ਜਿਵੇਂ ਕਿ ਯੂਨਾਨੀ ਆਏ, ਜਿਵੇਂ ਕਿ ਆਪਣਾ ਸਾਕਾ ਆਏ, ਜਿਵੇਂ ਕਿ ਕੁਸ਼ਾਨ ਆਏ, ਇਹ ਸਾਰੇ ਜਿਹੜੇ ਨੇ ਇਹ ਆ ਕੇ, ਇਹ ਫੌਜੀ ਸਨ, ਤੇ ਇਹ ਆ ਕੇ ਤੇ ਉਸੇ ਇਲਾਕੇ ਯਾਨੀ ਪਠਾਰ ਦੇ ਇਲਾਕੇ ਵਿੱਚ ਹੀ ਆਬਾਦ ਹੋ ਜਾਂਦੇ ਸਨ, ਤੇ ਉੱਥੋਂ ਦੀਆਂ ਹੀ ਔਰਤਾਂ ਨਾਲ ਵਿਆਹ ਕਰਕੇ ਤੇ ਰਹਿਣਾ ਸ਼ੁਰੂ ਕਰ ਦਿੰਦੇ ਸਨ। ਤੇ ਤੁਸੀਂ ਇਹ ਦੇਖੋ ਕਿ ਇੱਕ ਵਜ੍ਹਾ ਤੇ ਇਹ ਸੀ, ਦੂਜੀ ਵਜ੍ਹਾ ਇਹ ਸੀ ਕਿ ਇੱਥੇ ਇਹ ਬਰਾਨੀ ਇਲਾਕਾ ਸੀ, ਇੱਥੇ ਪੈਦਾਵਾਰ ਜ਼ਿਆਦਾ, ਐਗਰੀਕਲਚਰਲ ਪੈਦਾਵਾਰ ਜ਼ਿਆਦਾ ਹੁੰਦੀ ਨਹੀਂ ਸੀ, ਇਸ ਲਈ ਇਹ ਜਿਹੜਾ ਪੂਰਾ ਇਲਾਕਾ ਸੀ, ਇਹਦੀ ਜਿਹੜੀ ਟ੍ਰੈਡੀਸ਼ਨ ਸੀ ਉਹ ਸੀ ਕਿਰਾਏ ਦੇ ਸਿਪਾਹੀ। ਇਹ ਜਿਹੜਾ ਵੀ ਬਾਹਰੋਂ ਆਉਂਦਾ ਸੀ ਉਹਦੇ ਨਾਲ ਰਲ ਜਾਂਦੇ ਸਨ, ਤੇ ਉਹਦੇ ਨਾਲ ਰਲ ਕੇ ਜਾ ਕੇ ਤੇ ਅੱਗੋਂ ਲੁੱਟਮਾਰ ਕਰਕੇ ਲੈ ਆਉਂਦੇ ਸਨ, ਸਾਲ ਬਹਿ ਕੇ ਖਾਂਦੇ ਸਨ, ਤੇ ਫਿਰ ਅਗਲੇ ਦਾ ਇੰਤਜ਼ਾਰ ਸ਼ੁਰੂ ਕਰ ਦਿੰਦੇ ਸਨ। ਤੇ ਇਹ ਤੇ ਡਾਕੂਮੈਂਟਡ ਹੈ ਤਾਰੀਖ ਦੇ ਵਿੱਚ। ਅਗਰ ਤੁਸੀਂ ਮੇਰੀ ਜਿੱਥੋਂ ਮੈਂ ਹਵਾਲੇ ਦਿੱਤੇ ਨੇ ਮੇਰੀ ਕਿਤਾਬ ਦੇ, ਉਹ ਹਰ ਚੀਜ਼ ਦਾ ਰੈਫਰੈਂਸ ਹੈਗਾ ਕਿ ਕਿਹੜੀ ਕਿਤਾਬ ਤੋਂ ਕਿੱਥੋਂ ਲਿਆ ਗਿਆ ਹੈ। ਅੱਛਾ, ਇੱਕ ਬੜਾ ਸੋਹਣਾ ਜਿਹਾ ਸਵਾਲ ਕਾਸ਼ਿਫ ਨਦੀਮ ਹੋਰਾਂ ਪੁੱਛਿਆ, ਬੜਾ ਹੀ ਮੁਖਤਸਰ ਜਿਹਾ। ਉਹ ਕਹਿੰਦੇ ਨੇ ਸਰਾਇਕੀ ਜ਼ੁਬਾਨ ਹੈ ਜਾਂ ਨਹੀਂ ਹੈ, ਮਤਲਬ ਉਹ ਇੱਕ ਡਾਇਲੈਕਟ ਹੈ ਜਾਂ ਜ਼ੁਬਾਨ ਹੈ? ਮੈਂ ਸਮਝਦਾ ਹੈ ਕਿ ਇਹ ਸਾਰੀ ਬੇਸਿਕਲੀ ਮੁਲਹਾ ਜ਼ਬਾਨ ਹੈ। ਠੀਕ ਹੈ। ਉਹ ਇਹ ਵੀ ਕਹਿ ਰਹੇ ਨੇ ਜੀ ਇਸ ਵਿੱਚ ਕੁੜੀ ਕਹਿੰਦੇ ਨੇ ਜੀ, ਉਹ ਕੁੜੀ ਵਾਲੀ ਜਿਹੜੀ ਗੱਲ ਤੁਸੀਂ ਕੀਤੀ ਨਾ ਉਹਦੇ ਹਵਾਲੇ ਨਾਲ। ਜੀ ਜੀ ਵੀਰੋ, ਤੁਸੀਂ ਸਵਾਲ, ਮੈਂ ਰਿਕੁਐਸਟ ਕਰਨੀ ਚਾਹਾਂਗਾ ਵੀਰਾਂ ਨੂੰ ਕਿ ਸਵਾਲ ਕਰੋ। ਜਜਮੈਂਟਸ ਆਪਣੇ ਵੱਲੋਂ ਤੇ ਅਸੀਂ ਪਾਸ ਕਰਦੇ ਹੀ ਰਹਿੰਦੇ ਹਾਂ, ਤੇ ਬਿਹਤਰ ਹੈ ਕਿ ਅਸੀਂ ਸਵਾਲ ਪੁੱਛ ਕੇ ਗੱਲ ਕਰੀਏ ਤੇ ਉਹ ਜ਼ਿਆਦਾ ਮੁਨਾਸਬ ਹੈ। ਇਹ ਵੈਸੇ ਡਾਕਟਰ ਸਾਹਿਬ ਇਹ ਜਿਹੜਾ ਫਿਨੋਮੀਨਾ ਹੈ, ਮਤਲਬ ਮੁਲਤਾਨੀ, ਡੇਰਵੀ ਤੇ ਰਿਆਸਤੀ, ਇਹ ਅਮੂਮੀ ਤੌਰ ਤੇ ਜਦੋਂ ਸਿੰਧ 'ਚ ਬੋਲੀਆਂ ਜਾਂਦੀਆਂ ਨੇ ਤੇ ਸਰਾਇਕੀ ਕਹਿਲਾਉਂਦੀਆਂ ਨੇ, ਇਹਨਾਂ ਦਾ ਆਪਸ 'ਚ ਕੋਈ ਇੰਨਾ ਵੱਡਾ ਡਿਫਰੈਂਸ ਨਹੀਂ ਕਿ ਇਹਨਾਂ ਨੂੰ ਕੋਈ ਅਸੀਂ ਵੱਖਰਾ ਕਰਾਰ ਦੇ ਸਕੀਏ। ਇੱਕ ਇੰਟਰਨੈਸ਼ਨਲੀ ਸਕਾਲਰਸ ਦੀ ਡਿਬੇਟ ਵੀ ਮੈਂ ਦੇਖੀ ਹੈ ਲਿੰਗੁਇਸਟ ਦੀ, ਜਿਹਦੇ ਵਿੱਚ 99% ਲੋਕਾਂ ਇਹਨੂੰ ਜਿਹੜੇ ਐਕਸਪਰਟਸ ਨੇ ਉਹਨਾਂ ਡਾਇਲੈਕਟ ਕਿਹਾ, ਕੁਛ ਨੇ ਸਿੰਧੀ ਦਾ ਡਾਇਲੈਕਟ ਕਿਹਾ, ਕੁਛ ਨੇ ਪੰਜਾਬੀ ਦਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਮੈਂ ਇਹ ਸਮਝਦਾ ਹੈ ਕਿ ਇਹ ਜਿਹੜਾ ਪੰਜਾਬੀ ਹੈ, ਪੰਜਾਬੀ ਵਰਡ ਤੇ ਬਹੁਤ ਬਾਅਦ ਚ ਆਇਆ ਨਾ, ਕਿਉਂਕਿ ਪੰਜਾਬੀ ਚ ਪਰਸ਼ੀਅਨ ਦਾ ਲਫ਼ਜ਼ ਹੈ ਨਾ, ਪੰਜ ਆਬ, ਜੀ ਤੇ ਮਲੋਹਾ ਕਹਿ ਲੋ ਜਾਂ ਕੋਈ ਵੀ ਜੋ ਵੀ ਨਾ ਹੋਏਗਾ, ਤੇ ਉਹ ਜਿਹੜੀ ਲੈਂਗੁਏਜ ਹੈ, ਉਹ ਜਿਹੜੀ ਉਹਦੀ ਫਾਰਮ ਲਿਖੀ ਗਈ, ਜੋ ਵੀ ਉਸ ਦੀ ਪੰਜਾਬੀ ਦੀ ਫਾਰਮ ਲਿਖੀ ਗਈ ਪਹਿਲੇ, ਯਾਨੀ ਮਤਲਬ ਤੁਸੀਂ ਸਮਝ ਲਓ ਕਿ 11ਵੀਂ 12ਵੀਂ ਸਦੀ ਤੋਂ ਲੈ ਕੇ ਤੇ ਵਾਰਿਸ ਸ਼ਾਹ, ਬੁੱਲੇ ਸ਼ਾਹ ਤੱਕ, ਤੇ ਉਹ ਜਿਹੜੀ ਸਾਰੇ ਆਪਣਾ ਜਿਹੜੇ ਸ਼ਾਇਰ ਨੇ, ਵੱਡੇ ਕਲਾਸੀਕਲ ਸ਼ਾਇਰ ਜਿਹੜੇ ਨੇ, ਉਹ ਸਾਰੇ ਜਿਹੜੇ ਸ਼ਾਇਰ ਨੇ ਉਹ ਈਸਟ ਪੰਜਾਬ ਔਰ ਸੈਂਟਰਲ ਪੰਜਾਬ ਤੋਂ ਆਏ ਨੇ। ਉਹਨਾਂ ਵਿੱਚੋਂ ਕੋਈ ਸ਼ਾਇਰ ਵੀ ਲਹਿੰਦੇ ਦਾ ਨਹੀਂ ਹੈਗਾ, ਕਿਉਂਕਿ ਲਹਿੰਦਾ ਜਿਹੜਾ ਸੀ ਉਹ ਲਾਹੌਰ ਤੋਂ 40-50 ਮੀਲ ਅੱਗੇ ਸਿਰਫ ਪਸ਼ੂਪਾਲ ਸਮਾਜ ਸੀ, ਜਦੋਂ ਕਿ ਈਸਟ ਪੰਜਾਬ ਔਰ ਸੈਂਟਰਲ ਪੰਜਾਬ ਡਿਵੈਲਪਡ ਐਗਰੀਕਲਚਰ ਔਰ ਟ੍ਰੇਡ ਦੇ ਇਲਾਕੇ ਸਨ। ਲਿਹਾਜ਼ਾ ਉੱਥੇ ਹੀ ਜਿਹੜਾ ਹੈ ਉਹ ਸ਼ਾਹ ਹੁਸੈਨ ਪੈਦਾ ਹੁੰਦਾ ਹੈ, ਉੱਥੇ ਹੀ ਜਿਹੜਾ ਹੈ ਗੁਰੂ ਨਾਨਕ ਪੈਦਾ ਹੁੰਦਾ ਹੈ, ਉੱਥੇ ਹੀ ਜਿਹੜਾ ਵਾਰਿਸ ਸ਼ਾਹ ਪੈਦਾ ਹੁੰਦਾ ਹੈ, ਬੁੱਲੇ ਸ਼ਾਹ ਪੈਦਾ ਹੁੰਦਾ ਹੈ, ਵਗੈਰਾ ਵਗੈਰਾ। ਤੁਸੀਂ ਸਾਰੇ ਦੇਖ ਲਓ, ਹਾਸ਼ਿਮ ਸ਼ਾਹ, ਕਾਦਰ ਯਾਰ,
ਮੌਲਵੀ ਗੁਲਾਮ ਰਸੂਲ ਬਸ ਜਿੰਨੇ ਵੀ ਤੁਸੀਂ ਦੇਖ ਲਓ। ਜਿਹੜਾ ਪਹਿਲਾ ਵੱਡਾ ਸ਼ਾਇਰ ਉਸ ਇਲਾਕੇ 'ਚ ਲਹਿੰਦੇ ਦੇ ਵਿੱਚ ਪੈਦਾ ਹੁੰਦਾ ਹੈ ਉਹ ਖਾਜਾ ਗੁਲਾਮ ਫਰੀਦ ਹੈ। ਅੱਛਾ, ਤੁਸੀਂ ਖਾਜਾ ਗੁਲਾਮ ਫਰੀਦ ਹੋਰਾਂ ਦੀ ਪੂਰੀ ਸ਼ਾਇਰੀ ਪੜ੍ਹ ਲਓ, ਉਹਦੇ ਵਿੱਚ ਐਗਰੀਕਲਚਰ ਦਾ ਕੋਈ ਸਿੰਬਲ ਨਹੀਂ ਤੁਹਾਨੂੰ ਲੱਭੇਗਾ। ਉਹਦੇ ਵਿੱਚ ਜਾਂ ਤੁਹਾਨੂੰ ਪਸ਼ੂ ਪਾਲਣ ਦੇ ਸਿੰਬਲ ਲੱਭਣਗੇ ਤੇ ਜਾਂ ਤੁਹਾਨੂੰ ਫੂਡ ਗੈਦਰਰ, ਜੰਗਲ ਤੋਂ ਖੁਰਾਕ ਇਕੱਠੀ ਕਰਨ ਵਾਲਿਆਂ ਦੇ ਮਿਲਣਗੇ। ਪੀਲੂ ਪੱਕੀਆਂ ਨਹੀਂ ਵੇ, ਆ ਚਨੂਰ ਵਾਲੀ ਹਾਲ, ਪੀਲੂ ਉਗਾਈਆਂ ਤੇ ਨਹੀਂ ਜਾਂਦੀਆਂ, ਪੀਲੂ ਤਾਂ ਜੰਗਲ 'ਚ ਹੁੰਦੀਆਂ ਨੇ। ਤੇ ਮੱਝੀਆਂ ਗਾਈ ਇਹ ਖਾਜਾ ਸਾਹਿਬ ਦੀ ਹੋਏਗੀ। ਉਹਦੇ ਵਿੱਚ ਐਗਰੀਕਲਚਰ ਦਾ ਕੋਈ ਸਿੰਬਲ ਨਾ ਹੋਣ ਦਾ ਮਤਲਬ ਹੈ ਕਿ ਉਹ ਸੁਸਾਇਟੀ ਜਿਹੜੀ ਹੈ ਉਹ ਅਜੇ ਉਸ ਸਤਹ ਤੇ ਨਹੀਂ ਪਹੁੰਚੀ ਹੋਈ ਜਿਸ ਸਤਹ ਦੇ ਉੱਤੇ ਪਹੁੰਚ ਕੇ ਵਾਰਿਸ ਸ਼ਾਹ ਜਾਂ ਬੁੱਲੇ ਸ਼ਾਹ ਜਿਵੇਂ ਆਰਟੀਕੂਲੇਟ ਕਰ ਰਹੇ ਨੇ। ਸੋ ਇਹ ਜਿਹੜੀ ਆਰਟੀਕੂਲੇਸ਼ਨ ਦੀ ਐਵੋਲੂਸ਼ਨ ਹੈ ਜ਼ੁਬਾਨ ਦੇ ਵਿੱਚ, ਜਿਹੜੀ ਕਿ ਪਹਿਲੇ ਜਿਹੜੀ ਕਿ ਈਸਟ ਔਰ ਸੈਂਟਰਲ ਪੰਜਾਬ 'ਚ ਹੋ ਗਈ, ਮਤਲਬ ਵਾਰਿਸ ਸ਼ਾਹ ਦੀ ਜ਼ੁਬਾਨ ਜਿਹੜੀ ਹੈ ਉਹ ਆਪਣਾ ਇਹ ਤੇ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਈਸਟ ਪੰਜਾਬ ਦੀ ਜ਼ੁਬਾਨ ਹੈ। ਈਸਟ ਪੰਜਾਬ ਦੀ ਤਾਂ ਨਹੀਂ ਉਹ ਜ਼ੁਬਾਨ। ਵਾਰਿਸ ਸ਼ਾਹ ਦੀ ਜ਼ੁਬਾਨ ਜਿਹੜੀ ਉਹ ਪੂਰੇ ਪੰਜਾਬ ਦੀ ਜ਼ੁਬਾਨ ਹੈ। ਉਹਦੇ 'ਚ ਜੱਟਾ ਲਹਿਜਾ ਵੀ ਹੈ, ਉਹਦੇ 'ਚ ਸਰਾਇਕੀ ਲਹਿਜਾ ਵੀ ਹੈ, ਉਹ 'ਚ ਸਾਰਾ ਕੁਝ ਹੈ। ਤੇ ਇਸ ਲਈ ਮੈਂ ਇਹ ਨਹੀਂ ਮੰਨਦਾ ਇਹ ਜਿਹੜੀ ਗੱਲ ਹੈ ਕਿ ਇਸ ਗੱਲ ਦੇ ਉੱਤੇ ਮਸਲਾ ਇਹ ਹੈ ਕਿ ਮੇਰੇ ਖਿਆਲ 'ਚ ਮਸਲਾ ਇਹ ਹੈਗਾ ਇਹ 'ਚ ਸਾਰਾ ਕਿ ਚੂੰਕਿ ਜਿਹੜਾ ਲਹਿੰਦਾ ਉਹ ਪਸ਼ੂ ਪਾਲ ਰਹਿ ਗਿਆ ਅੰਗਰੇਜ਼ ਦੇ ਆਉਣ ਤੱਕ, ਔਰ ਫਿਰ ਉਸ ਪਸ਼ੂ ਪਾਲ ਇਲਾਕੇ ਦੇ ਵਿੱਚ ਜਾਗੀਰਦਾਰੀ ਬਹੁਤ ਵੱਡੀ ਬਣ ਗਈ, ਜਿਹਦੀ ਵਜ੍ਹਾ ਤੋਂ ਉਹਦਾ ਉਨਾ ਤੇਜ਼ ਐਵੋਲੂਸ਼ਨ ਨਹੀਂ ਹੋਇਆ ਜਿਵੇਂ ਸੈਂਟਰਲ ਔਰ ਈਸਟ ਪੰਜਾਬ ਦਾ ਹੋਇਆ। ਨਤੀਜਾ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਪਿੱਛੇ ਰਹਿ ਜਾਣਾ ਸੀਗਾ, ਉਹਦੀ ਵਜ੍ਹਾ ਤੋਂ ਇੱਕ ਜਿਹੜੀ ਉਹਨਾਂ ਦੀ ਕੰਪਲੇਂਟ ਹੈ ਉਹ ਜਾਇਜ਼ ਹੈ ਕਿ ਬਈ ਉਹਨਾਂ ਨੇ ਤਰੱਕੀ ਕਿਉਂ ਨਹੀਂ ਕੀਤੀ। ਠੀਕ ਹੈ, ਲੇਕਿਨ ਉਹਦੀਆਂ ਤਾਰੀਖੀ ਵਜੂਹਾਤ ਦੇਖੋ, ਉਹਦੀਆਂ ਤਾਰੀਖੀ ਵਜੂਹਾਤ ਕੀ ਨੇ। ਮਤਲਬ ਇਹ ਹੈ ਕਿ ਲਹਿੰਦੇ ਦੇ ਵਿੱਚ ਜਿਹੜੀ ਐਵਰੇਜ ਬਾਰਿਸ਼ ਹੈ ਉਹ 7 ਇੰਚ ਹੁੰਦੀ ਹੈ। 7 ਇੰਚ ਬਾਰਿਸ਼ ਐਵਰੇਜ ਬਾਰਿਸ਼ ਦੇ ਉੱਤੇ ਵਾਈ ਬੀਜੀ ਨਹੀਂ ਹੁੰਦੀ। ਜਿਹੜੀ ਲਾਹੌਰ ਔਰ ਲਾਹੌਰ ਤੋਂ ਅੱਗੇ ਹੈ ਇੱਥੇ 10 ਇੰਚ ਤੋਂ ਲੈ ਕੇ 19 ਇੰਚ ਬਾਰਿਸ਼ ਹੁੰਦੀ ਹੈ। ਗੰਗਾ ਜਮਨਾ ਦੇ ਵਿੱਚ 29 ਇੰਚ ਬਾਰਿਸ਼ ਹੁੰਦੀ ਹੈ। ਤੇ ਇਸੇ ਵਾਸਤੇ ਗੰਗਾ ਜਮਨਾ ਜਿਹੜਾ ਹੈ ਉਹ ਬਹੁਤ ਪ੍ਰਾਸਪਰਸ ਹੋ ਗਿਆ ਸੀ, ਪੰਜਾਬ ਤੋਂ ਬਹੁਤਾ ਪ੍ਰਾਸਪਰਸ ਹੋ ਗਿਆ ਸੀ ਉਸ ਵੇਲੇ। ਤੇ ਪੰਜਾਬ ਪਿੱਛੇ ਰਹਿ ਗਿਆ ਸੀ ਕਿਉਂਕਿ ਇੱਥੇ ਉਨੀ ਬਾਰਿਸ਼ ਨਹੀਂ ਸੀ ਹੁੰਦੀ। ਤੇ ਇਸ ਲਈ ਮੈਂ ਕਹਿੰਦਾ ਕਿ ਉਹ ਜਿਹੜੇ ਸਰਾਇਕੀ ਜਿਹਨੂੰ ਇਲਾਕਾ ਅਸੀਂ ਸਾਡੇ ਦੋਸਤ ਕਹਿੰਦੇ ਨੇ, ਉਹਨਾਂ ਦੀਆਂ ਸ਼ਿਕਾਇਤਾਂ ਜਾਇਜ਼ ਨੇ ਕਿ ਉਹਨਾਂ ਨੂੰ ਜਿਹੜਾ ਇਸ ਅੱਗੇ ਵਧਣ ਦੇ ਵਿੱਚ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਲੇਕਿਨ ਉਹਦੀਆਂ ਵਜੂਹਾਤ ਤਾਰੀਖੀ ਨੇ, ਉਹਦੀਆਂ ਵਜੂਹਾਤ ਡੈਮੋਗ੍ਰਾਫਿਕਸ ਦੇ ਨੇ, ਉਹਨਾਂ ਦੀਆਂ ਵਜੂਹਾਤ ਮਾਹੌਲੀਆਤ ਹੈ ਵਗੈਰਾ ਵਗੈਰਾ। ਡਾਕਟਰ ਸਾਹਿਬ ਇਹ ਵੈਸੇ ਇਹ ਵੀ ਨਾਲ ਦੱਸਦੇ ਜਾਓ ਕਿ ਇਹ ਕਿਆ ਮਤਲਬ ਇੱਕ ਓਨੈਸਟ ਓਪੀਨੀਅਨ ਹੈ ਕਿ ਅਸੀਂ ਜਾਣਦੇ ਹਾਂ ਨੋਇੰਗਲੀ ਕਿ 3 ਡਾਇਲੈਕਟਸ ਪੰਜਾਬੀ ਦੇ ਕਦੀਮ ਜਿਹੜੇ ਡਾਇਲੈਕਟਸ ਨੇ ਨੋਨ ਨੇ, ਕਿਤਾਬਾਂ 'ਚ ਮੌਜੂਦ ਨੇ, ਮਤਲਬ ਡੇਰਵੀ ਹੋ ਗਈ ਜਾਂ ਰਿਆਸਤੀ ਹੋ ਗਈ ਜਾਂ ਮੁਲਤਾਨੀ ਹੋ ਗਈ, ਉਹਨਾਂ ਤਿੰਨਾਂ ਨੂੰ ਇਕੱਠਾ ਕਰਕੇ ਸਰਾਇਕੀ ਬੋਲ ਦੇਣਾ, ਇਹਨੂੰ ਮਤਲਬ ਲਹਿਜਾ ਵੀ ਕਹਿਣਾ ਦਰੁਸਤ ਹੈ ਪੰਜਾਬ ਦੇ ਵਿੱਚ ਸਪੈਸ਼ਲੀ। ਸਿੰਧੀ ਤੇ ਚਲੋ ਕਹਿੰਦੇ ਨੇ ਸਰਾਇਕੀ। ਇਹ ਜਿਹੜਾ ਸਾਰਾ ਮਸਲਾ ਖੜਾ ਕੀਤਾ ਗਿਆ ਹੈ ਨਾ, ਇਹ ਸਾਰਾ ਮਸਲਾ ਬੇਸਿਕਲੀ ਸਿਆਸੀ, ਮੈਂ ਇਹਨੂੰ ਇਹ ਕਹਾਂਗਾ ਕਿ ਇਹ ਸਿਆਸੀ ਇੱਕ ਹੱਦ ਤੱਕ ਮੌਕਾ ਪ੍ਰਸਤੀ ਹੈ। ਇਹਦੀ ਕੋਈ ਠੋਸ ਲਿੰਗੁਇਸਟਿਕ ਬੁਨਿਆਦਾਂ ਨਹੀਂ ਹੈਗੀਆਂ। ਲਿੰਗੁਇਸਟਿਕ ਬੁਨਿਆਦਾਂ ਤੇ ਬਿਲਕੁਲ ਹੀ ਨਹੀਂ ਹੈਗੀਆਂ। ਤੇ ਆਪਣਾ ਵੈਸੇ ਤੇ ਜਿਹੜੀ ਦੇਖੋ ਨਾ ਜੀ, ਮੇਰੇ ਪਿੰਡ ਦੇ ਵਿੱਚ 10% ਪਾਪੂਲੇਸ਼ਨ, ਜਿਹੜੀ 90% ਪਾਪੂਲੇਸ਼ਨ ਸੀ ਮੇਰੇ ਪਿੰਡ 'ਚ, ਉਹ ਸੀਗੀ ਜਿਹੜੀ ਗੁਰਦਾਸਪੁਰੋਂ ਆਈ ਸੀ 1920 'ਚ, ਤੇ 10% ਸੀ ਜਟਕੇ ਜਿਨ੍ਹਾਂ ਨੂੰ ਉਰਫੇ ਆਮ 'ਚ ਜਾਂਗਲੀ ਕਿਹਾ ਜਾਂਦਾ ਹੈ। ਠੀਕ, ਤੇ ਮਤਲਬ ਇਹ ਹੈ ਕਿ ਉਹ ਜਿਹੜੀ ਉਹਨਾਂ ਦੀ ਬੋਲੀ ਸੀ ਉਹ ਗੁਰਦਾਸਪੁਰ ਵਾਲਿਆਂ ਨਾਲੋਂ ਵੱਖਰੀ ਸੀਗੀ।
ਲੇਕਿਨ ਹੁਣ ਤੁਸੀਂ ਕੀ ਕਹੋਗੇ ਕਿ ਜਿਹੜੀ ਮੇਰੇ ਪਿੰਡ ਜਿਹੜਾ ਕਿ ਸਾਹੀਵਾਲ ਦੇ ਵਿੱਚ ਹੈ ਉਹ ਸਰਾਇਕਿਸਤਾਨ ਸੀ? ਜੀ ਉਹ ਤਾਂ ਬੜੀ ਬਦਿਆਨਤੀ ਨਾ ਜੀ। ਹੁਣ ਕਿ ਇਹ ਜਟਕੀ ਜਿਹੜੀ ਹੈ ਇਹ ਮੌਜੂਦਾ ਜਿਹੜਾ ਪਾਕਿਸਤਾਨੀ ਪੰਜਾਬ ਹੈ ਇਹਦੇ ਸਭ ਤੋਂ ਜ਼ਿਆਦਾ ਬੋਲਿਆ ਜਾਣ ਵਾਲਾ ਡਾਇਲੈਕਟ ਹੈ ਤੇ ਉਹ ਇਹਨੂੰ ਵੀ ਜਿੰਨ ਜੱਫਾ ਮਾਰਦੇ ਨੇ, ਹਾਲਾਂਕਿ ਉਹ ਆਪਣੇ ਆਪ ਨੂੰ ਕਹਿਣਾ ਪਸੰਦ ਨਹੀਂ ਕਰਦੇ ਸਰਾਇਕੀ। ਉਹ ਸਰ ਜੀ ਇਸ ਬਹਿਸ ਨੂੰ ਛੱਡੋ, ਇਹ ਜਿੰਨਾ ਮਕਸਦਾਂ ਲਈ ਬਹਿਸ ਸ਼ੁਰੂ ਹੋਈ ਹੈ ਉਹ ਹੋਰ ਮਕਸਦ ਨੇ, ਉਹ ਨਾ ਕੋਈ ਲੈਂਗੁਏਜ ਦੇ ਵਿੱਚ ਉਹਨਾਂ ਨੇ ਕੋਈ ਸਾਬਤ ਕਰਨਾ ਹੈ। ਦੇਖੋ ਨਾ, ਇਹ ਤੁਸੀਂ ਅਗਰ ਇਹਦੀ ਤਾਰੀਖ ਵੀ ਦੇਖੋ ਇਹਦੀ ਮੂਵਮੈਂਟ ਦੀ, ਤੇ ਜਿਵੇਂ ਜਿਵੇਂ ਪੰਜਾਬੀ ਦੇ ਮੰਗ ਵਧੀ ਹੈ ਪਾਕਿਸਤਾਨ 'ਚ, ਜਿੰਨਾ ਚਿਰ ਉਰਦੂ ਦੇ ਖਿਲਾਫ ਪੰਜਾਬੀ ਦੀ ਮੰਗ ਨਹੀਂ ਸੀ ਵਧੀ ਉਹਨਾਂ ਚਿਰ ਤੱਕ ਸਰਾਇਕੀ ਦਾ ਸਵਾਲ ਵੀ ਨਹੀਂ ਸੀ ਚੁੱਕਿਆ ਗਿਆ। ਜਦੋਂ ਪੰਜਾਬੀ ਦੀ ਮੰਗ ਵਧਣੀ ਸ਼ੁਰੂ ਹੋਈ ਸਨ 70 ਤੋਂ ਅੱਗੇ, ਠੀਕ, ਤੇ ਉਹਨੂੰ ਕਾਊਂਟਰ ਕਰਨ ਲਈ ਸਰਾਇਕੀ ਦਾ ਸਵਾਲ ਲਿਆਂਦਾ ਗਿਆ। ਠੀਕ, ਤੇ ਮਹਾਜ਼ਾ ਉਹਦੀ ਜਿਹੜੀਆਂ ਜਿਹੜੀਆਂ ਮੁੱਢਲੀਆਂ ਜਿਹੜੇ ਕਾਰਨ ਨੇ, ਜਿਹੜੀਆਂ ਵਜ੍ਹਾ ਨੇ, ਉਹ ਵਜ੍ਹਾ ਹੀ ਮੈਨੂੰ ਲੱਗਦਾ ਹੈ ਕਿ ਉਹ ਗਲਤ ਨੇ ਜੀ। ਬਿਲਕੁਲ, ਜਿਹੜੇ ਮੁਲਤਾਨ ਤੋਂ ਉੱਠ ਕੇ ਗਏ ਨੇ ਉਹ ਤਾਂ ਉਹਨੂੰ ਮੁਲਤਾਨੀ ਦੇ ਨਾਂ ਨਾਲ ਹੀ ਜਾਣਦੇ ਨੇ 47 ਵਾਲੇ, ਜਿਹੜੇ ਇਧਰੋਂ ਹਿੰਦੂ ਪਾਰ ਗਏ ਨੇ। ਬਿਲਕੁਲ, ਮਸਲਨ ਸਾਡੀ ਇੱਕ ਮਿਲਣ ਵਾਲੀ ਇੱਥੇ ਫੈਮਿਲੀ ਹੈਗੀ ਹੈ ਵਾਸ਼ਿੰਗਟਨ 'ਚ, ਮੁਲਤਾਨੀ ਹਿੰਦੂ, ਤੇ ਉਹ ਆਪਣੇ ਆਪ ਨੂੰ ਮੁਲਤਾਨੀ ਕਹਿੰਦੇ ਨੇ। ਹਾਂਜੀ, ਬਲਕਿ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਲਾਸ਼ ਨਾਮ ਮੁਲਤਾਨੀ ਦੇ ਨਾਂ ਤੇ ਹੁੰਦਾ ਹੈ। ਇੱਥੇ ਵਾਸ਼ਿੰਗਟਨ 'ਚ 5-7 ਮੁਲਤਾਨੀ ਹੈਗੇ ਨੇ ਜੀ। ਔਰ ਇਹ ਡਾਕਟਰ ਸਾਹਿਬ ਇੱਕ ਇੰਟਰਸਟਿੰਗ ਪਹਿਲੂ ਇਹ ਵੀ ਹੈ ਕਿ ਇਹ ਤਰੀਕ ਜਿਹੜੀ ਇਹਨਾਂ ਦੀ ਸੋ ਕਾਲਡ ਤਰੀਕ ਹੈ, ਇਹ 63 'ਚ ਜਾਂ 62 'ਚ ਸ਼ੁਰੂ ਕੀਤੀ ਗਈ, ਬੁਨਿਆਦ ਇਹਦੀ ਨੀਂਹ ਰੱਖੀ ਗਈ। ਤੇ ਉਦੋਂ ਵੀ ਇੱਕ ਆਮਿਰ ਦੀ ਹੁਕੂਮਤ ਸੀ ਇੱਥੇ ਪਾਕਿਸਤਾਨ 'ਚ, ਔਰ ਜਦੋਂ ਫਿਰ ਇਹਨੂੰ ਰਿਆਸਤੀ ਤੌਰ ਤੇ ਸਰਕਾਰੀ ਦਰਜਾ ਮਿਲਿਆ ਵੱਖਰੀ ਜ਼ੁਬਾਨ ਦਾ, ਉਦੋਂ ਵੀ ਤਾਰੀਖ ਤੇ ਬਦਤਰੀਨ ਆਮਿਰ ਦੀ ਹੁਕੂਮਤ ਸੀ 1982 'ਚ ਜਨਰਲ ਜ਼ਿਆਉਲ ਹਕ ਦੀ। ਤੇ ਇਹ ਦੋ ਆਮਰੀਤਾਂ ਦੇ ਦੌਰ ਦੇ ਵਿੱਚ ਇਹਦਾ ਕਨੈਕਸ਼ਨ ਆਮਰੀਅਤ ਨਾਲ ਵੀ ਔਰ ਕਿਸੇ ਤਰੀਕੇ ਬ੍ਰਿਟਿਸ਼ ਕਲੋਨੀਅਲ ਲੈਗੇਸੀ ਦੀ ਕੰਟੀਨਿਊਏਸ਼ਨ ਵੀ ਨਹੀਂ। ਮੈਂ ਜਿਹੜਾ ਨਾ, ਮੈਂ ਇਹਨੂੰ ਬੇਸਿਕਲੀ ਮੈਂ ਇਸ ਬਹਿਸ ਵਿੱਚ ਨਾ ਪੈਣਾ ਨਹੀਂ ਚਾਹੁੰਦਾ। ਮੇਰਾ ਖਿਆਲ ਹੈ ਕਿ ਇਸ ਪੂਰੇ ਇਲਾਕੇ ਦੀ ਜ਼ਬਾਨ ਜਿਹੜੀ ਹੈ ਉਹਨੂੰ ਰਿਵਾਈਵਲ ਉਹਦੀ ਹੋਣੀ ਚਾਹੀਦੀ ਹੈ, ਉਹਨੂੰ ਮੁਖਤਲਿਫ ਇਲਮਾਂ ਲਈ, ਜਦੀਦ ਇਲਮਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਤੇ ਉਹਦੇ ਵਾਸਤੇ ਅਸੀਂ ਇੱਕ ਯੂਨੀਵਰਸਿਟੀ ਸ਼ੁਰੂ ਕੀਤੀ ਹੈ, ਉਹਦਾ ਨਾਂ ਹੈਗਾ ਮਲੂਹਾ ਪੰਜਾਬੀ ਯੂਨੀਵਰਸਿਟੀ। ਤੇ ਉਹਦੇ ਵਿੱਚ ਆਪਣਾ ਅਸੀਂ तमाम ਸਾਇੰਸਿਸ ਜਿਹੜੀਆਂ, ਉਹਦੇ ਵਿੱਚ ਸਿਰਫ ਫਰਕ ਇਹ ਹੈ ਕਿ ਉਹਦੇ ਵਿੱਚ ਸਿਰਫ ਲਿਟਰੇਚਰ ਨਹੀਂ ਪੜ੍ਹਾਇਆ ਜਾਂਦਾ, ਬਲਕਿ ਉਹਦੇ ਵਿੱਚ ਮੁਖਤਲਿਫ ਸਾਇੰਸਿਸ ਪੜ੍ਹਾਈਆਂ ਜਾ ਰਹੀਆਂ ਨੇ। ਔਰ ਸਿਰਫ ਫਰਕ ਇਹ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਪੰਜਾਬੀ 'ਚ ਪੜ੍ਹਾਈ ਜਾਂਦੀ ਹੈ। ਮਸਲਨ ਅਗਰ ਤੁਸੀਂ ਫਿਜ਼ਿਕਸ ਪੜ੍ਹਾਉਣੀ ਹੈ, ਇਕਨੋਮਿਕਸ ਪੜ੍ਹਾਉਣੀ ਹੈ, ਉਹ ਪੰਜਾਬੀ 'ਚ ਪੜ੍ਹਾਈ ਜਾਏਗੀ। ਇਸ ਵੇਲੇ ਜਿਹੜੀਆਂ ਨੇ ਉਹ ਸਾਡੀਆਂ 5 ਕਲਾਸਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪੰਜਾਬ ਦੀ ਹਿਸਟਰੀ ਦੇ ਉੱਤੇ ਹੈ, ਤੇ ਇੰਟਰਨੈਸ਼ਨਲ ਵਰਲਡ ਫਿਲਾਸਫੀ ਦੇ ਉੱਤੇ ਕਲਾਸ ਹੈਗੀ ਹੈ, ਇਹ ਪੋਲੀਟੀਕਲ ਇਕਾਨਮੀ ਦੇ ਉੱਤੇ ਕਲਾਸ ਹੈਗੀ ਹੈ, ਫਿਰ ਕ੍ਰੀਏਟਿਵ ਰਾਈਟਿੰਗ ਦੇ ਉੱਤੇ ਮੁਹੰਮਦ ਹਨੀਫ ਸਾਹਿਬ ਜਿਹੜੇ ਨਾਵਲਿਸਟ ਨੇ ਉਹ ਪੜ੍ਹਾ ਰਹੇ ਨੇ ਪੰਜਾਬੀ ਵਿੱਚ। ਤੇ ਅਗਲੇ ਜਿਹੜਾ ਸਮੈਸਟਰ ਅਪ੍ਰੈਲ ਤੋਂ ਸ਼ੁਰੂ ਹੋਣਾ ਹੈ, ਉਹਦੇ ਵਿੱਚ ਅਸੀਂ ਕੋਈ 10 ਦੇ ਕਰੀਬ ਕਲਾਸਾਂ ਆਫਰ ਕਰਾਂਗੇ, ਜਿਨ੍ਹਾਂ ਵਿੱਚੋਂ ਮੁਖਤਲਿਫ ਸਾਇੰਸਿਸ, ਹਾਰਡਕੋਰ ਸਾਇੰਸਿਸ ਵੀ ਹੋਣਗੀਆਂ ਤੇ ਸੋਸ਼ਲ ਸਾਇੰਸਿਸ ਵੀ ਹੋਣਗੀਆਂ। ਅਸੀਂ ਲਿਟਰੇਚਰ ਦੇ ਵਾਸਤੇ ਸਿਰਫ 2-3-4 ਕਲਾਸਾਂ ਰੱਖੀਆਂ ਨੇ ਜਿਨ੍ਹਾਂ 'ਚ ਲਿਟਰੇਚਰ ਪੜ੍ਹਾਇਆ ਜਾਏਗਾ, ਇਸ ਤੋਂ ਵੱਧ ਨਹੀਂ। ਤੇ ਇਹ ਤੇ ਮੈਂ ਤੁਹਾਨੂੰ ਚਾਹੁੰਦਾ ਸਾਂ ਕਿ ਤੁਸੀਂ ਮਲੂਹਾ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ ਤੇ ਉੱਥੇ ਦੇਖੋ ਕਿ ਕਿਹੜੇ ਕੋਰਸਸ ਮਿਲ ਰਹੇ ਨੇ। ਤੇ ਉਹ ਆਪਣਾ, ਅਸੀਂ ਪਾਕਿਸਤਾਨ ਦੇ ਵਿੱਚ ਤੇ ਬਹੁਤ ਹੀ ਨੋਮੀਨਲ ਫੀ ਲੈਂਦੇ ਆ, 1200 ਰੁਪਈਆ ਸਮੈਸਟਰ ਦਾ, ਇੱਕ ਕਲਾਸ ਦਾ। ਤੇ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਲਈ $120 ਹੈ ਪਰ ਕਲਾਸ, ਪਰ ਸਮੈਸਟਰ। ਤੇ ਨੌਜਵਾਨ ਜਿਹੜੇ ਸੁਣ ਰਹੇ ਨੇ ਡਾਕਟਰ ਸਾਹਿਬ, ਜਿਹੜੇ ਇੰਟਰਸਟ ਰੱਖਦੇ ਨੇ, ਸਟੂਡੈਂਟ ਨੇ,
ਉਹਨਾਂ ਨੂੰ ਅਸੀਂ 50% ਡਿਸਕਾਊਂਟ ਵੀ ਦਿੰਦੇ ਹਾਂ। ਮਤਲਬ ਉਹ 600 ਰੁਪਈਆ ਦੇ ਕੇ ਵੀ ਸਮੈਸਟਰ ਪੜ੍ਹ ਸਕਦੇ ਨੇ ਇੱਕ ਕਲਾਸ। ਤੇ ਇੱਕ ਤੇ ਇਹ ਮੈਂ ਤੁਹਾਨੂੰ ਅਪਡੇਟ ਕਰਨੀ ਸੀ ਇਹਦੇ ਉੱਤੇ, ਔਰ ਸਾਡੀ ਤੋਕੋ ਤੋਂ ਬਹੁਤ ਜ਼ਿਆਦਾ ਬਿਹਤਰ ਉਹਦਾ ਰਿਸਪੌਂਸ ਹੈ ਸਾਨੂੰ, ਔਰ ਸਾਰੀ ਦੁਨੀਆ ਤੋਂ ਹੈ। ਮਤਲਬ ਉਹਦੇ ਵਿੱਚ ਈਸਟ ਪੰਜਾਬ ਤੋਂ, ਇੰਡੀਆ ਤੋਂ ਵੀ ਸਟੂਡੈਂਟਸ ਨੇ, ਉਹਦੇ 'ਚ ਆਪਣਾ ਯੂਰਪ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਹਰ ਜਗ੍ਹਾ ਤੋਂ ਉਹਦੇ ਵਿੱਚ ਸਟੂਡੈਂਟ ਆ ਰਹੇ ਨੇ। ਸੋ ਇਹ ਸਮਝ ਲਓ ਕਿ ਇੱਕ ਸਾਰੇ ਪੰਜਾਬੀਆਂ ਦੀ ਇੱਕ ਹੁਣ ਕਾਮਨ ਯੂਨੀਵਰਸਿਟੀ ਅਸੀਂ ਬਣਾ ਦਿੱਤੀ ਹੈ। ਜੀ ਬਹੁਤ ਵਧੀਆ ਕੰਮ। ਹਾਂਜੀ, ਤੇ ਉਹ ਮੇਰਾ ਇਹ ਸੋਚ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਜਦੀਦ ਇਲਮ ਨਾ ਕ੍ਰੀਏਟ ਕਰੋ, ਮਾਡਰਨ ਨੌਲੇਜ, ਉਹਨਾਂ ਚਿਰ ਤੱਕ ਲੋਕ ਕਿਉਂ ਪੜ੍ਹਨ ਜ਼ੁਬਾਨ ਨੂੰ? ਦੇਖੋ ਨਾ, ਦੁਨੀਆ ਦੇ ਜਿਹੜਾ ਲਿਟਰੇਚਰ ਹੁੰਦਾ ਹੈ ਨਾ ਜੀ, ਲਿਟਰੇਚਰ ਜਿਹੜਾ ਪਿਓਰ ਲਿਟਰੇਚਰ, ਉਹਦੇ ਵਿੱਚ ਇੱਕ ਮਾਈਨੋਰਿਟੀ ਦਾ ਇੰਟਰਸਟ ਹੁੰਦਾ ਹੈ। ਜਿਹੜੀ ਅਕਸਰੀਅਤ ਹੈ ਲੋਕਾਂ ਦੀ, ਉਹ ਜ਼ੁਬਾਨਾਂ ਨੂੰ ਪੜ੍ਹਦੀ ਹੈ ਪ੍ਰੈਕਟੀਕਲ ਕੰਮਾਂ ਲਈ, ਜ਼ਿੰਦਗੀ ਦੀਆਂ ਲੋੜਾਂ ਲਈ। ਤੇ ਜੇ ਅਸੀਂ ਜ਼ਿੰਦਗੀ ਦੀਆਂ ਲੋੜਾਂ ਲਈ ਜ਼ੁਬਾਨ ਨੂੰ ਡਿਵੈਲਪ ਨਹੀਂ ਕਰ ਸਕਦੇ, ਪੰਜਾਬੀ ਨੂੰ, ਤੇ ਫਿਰ ਇਹਨੂੰ ਕੋਈ ਬਚਾ ਨਹੀਂ ਸਕਦਾ। ਡਾਕਟਰ ਸਾਹਿਬ ਇੱਕ ਸਵਾਲ ਰਹਿ ਗਿਆ ਸੀ ਮੇਰੇ ਜ਼ਿਹਨ 'ਚ ਪੁੱਛਣਾ ਤੁਹਾਡੇ ਕੋਲੋਂ। ਜੀ ਪੁੱਛੋ। ਬੜਾ ਅਹਿਮ ਸਵਾਲ ਹੈ ਕਿ ਇਹ ਮੈਂ ਡੋਗਰੀ ਬਹੁਤ ਸੁਣੀ ਹੈ, ਦੇਖੀ ਹੈ, ਔਰ ਪਹਾੜੀ ਕਸ਼ਮੀਰੀ ਵੀ, ਪੰਜਾਬੀ ਵੀ ਜੀ। ਇਹ ਬੜੇ ਖੂਬਸੂਰਤ ਕਿਸਮ ਦੇ ਡਾਇਲੈਕਟਸ ਨੇ, ਔਰ ਇਹਨਾਂ ਨੂੰ ਹਰਿਆਣਵੀ ਨੂੰ ਵੀ ਵੱਖਰਾ ਕਰਤਾ ਗਿਆ, ਡੋਗਰੀ ਨੂੰ ਵੀ ਵੱਖਰਾ ਕਰਤਾ ਗਿਆ, ਔਰ ਜਿਹੜੀ ਕਸ਼ਮੀਰ ਦੇ ਅੱਧੇ ਕਸ਼ਮੀਰ 'ਚ ਤਕਰੀਬਨ ਪਹਾੜੀ ਬੋਲੀ ਜਾਂਦੀ, ਉਹ ਵੀ ਤਕਰੀਬਨ 95% ਵੋਕੈਬਲਰੀ ਜਾਂ 98% ਵੋਕੈਬਲਰੀ ਸਾਂਝੀ ਕਰਦੀ ਸਾਡੇ ਨਾਲ, ਸਿਰਫ ਪ੍ਰੋਨਾਂਸੀਏਸ਼ਨ ਦਾ ਫਰਕ ਹੈ। ਤੇ ਇਹ ਅਗਰ ਇਵੇਂ ਇੱਕ ਵੱਡੀ ਜ਼ੁਬਾਨ ਦੇ ਡਾਇਲੈਕਟਸ ਦੇ ਵਿੱਚੋਂ ਜ਼ੁਬਾਨਾਂ ਨਿਕਲਦੀਆਂ ਰਹਿਣਗੀਆਂ, ਤੇ ਉਹ ਜ਼ੁਬਾਨ ਫਿਰ ਕਿਵੇਂ ਮਤਲਬ ਵੱਡੀ ਰਹਿ ਜਾਏਗੀ? ਨਹੀਂ, ਉਹਦੀ ਮੇਰਾ ਖਿਆਲ ਹੈ ਕਿ ਹੁਣ ਲੋੜ ਜਿੱਤੇ ਮੈਂ ਜ਼ੋਰ ਦੇ ਰਿਹਾ, ਉਹ ਇਹ ਦੇ ਰਿਹਾ ਕਿ ਇਹ ਜਿਹੜੀ ਮਲੋਹਾ ਜ਼ਬਾਨ ਦਾ ਪੂਰਾ ਏਰੀਆ ਹੈ ਨਾ, ਇਹਦੀਆਂ ਦੇ ਵਿੱਚ ਜਿਹੜੀਆਂ ਬੋਲੀਆਂ ਨੇ, ਉਹਨਾਂ ਦੀ ਇੱਕ ਆਪਣੀ ਮੁਕੰਮਲ ਡਿਕਸ਼ਨਰੀ ਹੋਣੀ ਚਾਹੀਦੀ ਹੈ। ਜੀ। ਜਿਵੇਂ ਅਰਬੀ ਦੀ ਹੈ, ਤੁਹਾਨੂੰ ਪਤਾ ਕਿ ਜਿਹੜੀ ਅਰਬੀ ਦੀ ਵਾਸਤੇ ਕਈ ਲਫ਼ਜ਼ ਨੇ ਇੱਕ ਚੀਜ਼ ਲਈ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜਿਹੜੀਆਂ ਮੁਖਤਲਿਫ ਅਰਬੀ ਦੀਆਂ ਡਾਇਲੈਕਟਸ ਨੇ, ਉਹਨਾਂ ਸਾਰਿਆਂ ਨੂੰ ਮਿਲਾ ਕੇ ਅਰਬੀ ਜ਼ਬਾਨ ਬਣਾਈ ਗਈ ਹੈ। ਲੇਕਿਨ ਪ੍ਰੈਕਟੀਕਲ ਲੈਵਲ ਦੇ ਉੱਤੇ ਜਿਹੜੀ ਅਰਬੀ ਇਰਾਕੀ ਨੇ, ਇਰਾਕੀ ਮਿਸਰੀਆਂ ਦੀ ਅਰਬੀ ਨੂੰ ਨਹੀਂ ਸਮਝਦੇ, ਬਿਲਕੁਲ ਮੁਖਤਲਿਫ ਅਰਬੀਆਂ ਨੇ, ਤੇ ਉਹ ਮਤਲਬ, ਲੇਕਿਨ ਉਹ ਫਿਰ ਵੀ ਅਰਬੀ ਇੱਕ ਜ਼ਬਾਨ ਹੈ। ਤੇ ਮਤਲਬ ਸਾਡੀ ਜਿਹੜੀ ਮਲੋਹਾ ਜ਼ਬਾਨ ਹੈ, ਉਹ ਇੱਕ ਜ਼ਬਾਨ ਹੈ। ਉਹਨੂੰ ਸਿਆਸੀ ਮਕਸਦਾਂ ਲਈ ਜਾਂ ਅਪਰਚੂਨਿਸਟਿਕ ਮਕਸਦਾਂ ਲਈ ਲੋਕ ਅਗਰ ਵੰਡਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਮਰਜ਼ੀ, ਉਹਦੀ ਲਿੰਗੁਇਸਟਿਕ ਬੁਨਿਆਦ ਨਹੀਂ ਹੈਗੀ। ਠੀਕ, ਬਿਲਕੁਲ ਸਹੀ। ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਡਾਕਟਰ ਸਾਹਿਬ ਦਾ ਹੀ ਆ ਗਿਆ ਫਿਰ। ਉਹ ਕਹਿੰਦੇ ਨੇ, ਜ਼ੁਬਾਨ ਦਾ ਸਵਾਲ ਸਿਆਸੀ ਹੈ ਤਾਂ ਕਿਆ ਪੰਜਾਬੀ ਸੋਝਵਾਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਸਿਆਸੀ ਜਮਾਤਾਂ ਨੂੰ ਆਪਣੀ ਤਕਰੀਰ ਨਾਲ ਇਸ ਲਸਾਨੀ ਹੱਕ ਲਈ ਮਜਬੂਰ ਕਰਨ? ਅਸੀਂ ਤੇ ਪਿਛਲੇ 50 ਸਾਲ ਤੋਂ ਇਹੋ ਹੀ ਕੰਮ ਕਰ ਰਹੇ ਹਾਂ, ਦਿਨ ਰਾਤ। ਤੇ ਜੇ ਉਹ ਸਮੀ ਸਾਹਿਬ ਨੂੰ ਨਜ਼ਰ ਨਹੀਂ ਆਉਂਦਾ ਤੇ ਅਸੀਂ ਦਿਖਾ ਨਹੀਂ ਸਕਦੇ ਉਹਨਾਂ ਨੂੰ, ਕਿਵੇਂ ਉਹਨਾਂ ਨੂੰ ਕਨਵਿੰਸ ਕਰੀਏ? ਤੇ ਜਿਹੜਾ ਅਸੀਂ ਨਹੀਂ ਕਰ ਸਕਦੇ, ਉਹ ਸਮੀ ਸਾਹਿਬ ਖੁਦ ਕਰਨ। ਤੇ ਨਾਲ ਇਹਦੇ ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਜਿਹੜੀ ਲੇਟੈਸਟ ਕਿਤਾਬ ਹੈ, ਮੇਰੀ ਜਿਹੜੀ ਆਟੋਬਾਇਓਗ੍ਰਾਫੀ ਦਾ ਦੂਜਾ ਹਿੱਸਾ ਹੈ, ਉਹ ਹੁਣ ਮੈਂ ਛਾਪੀ ਹੈ। ਉਹਦਾ ਟਾਈਟਲ ਹੈਗਾ ਤੈਸੜਾ ਕਰਾਂ ਗਿਆਨ। ਤੇ ਇਹ ਬਾਬੇ ਨਾਨਕ ਦੀ ਲਾਈਨ ਹੈ, ਬਾਬਰ ਬਾਣੀ ਚੋਂ, ਤੈਸੜਾ ਕਰਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰਾਂ ਗਿਆਨ ਵਿੱਚ ਲਾ ਲਓ। ਤੇ ਉਹ ਮੈਂ ਉਹਦੇ ਵਿੱਚੋਂ ਤੈਸੜਾ ਕਰਾਂ ਬਿਆਨ ਜਿਹੜਾ ਹੈ ਉਹ ਕੱਢਿਆ ਹੈ। ਤੇ ਉਹਦੇ ਵਿੱਚ ਮੈਂ ਜਿਹੜੀ ਸਿਆਸੀ ਤਹਿਰੀਕ ਉਸ ਵੇਲੇ ਜਿਹੜੀ 70 ਦੇ ਇਰਦ ਗਿਰਦ ਬਣੀ, ਔਰ ਕਿਵੇਂ ਉੱਤੇ ਚੜ੍ਹੀ ਤੇ ਕਿਵੇਂ ਉਹ ਡਿੱਗੀ,
ਉਹਦਾ ਮੈਂ ਪੂਰਾ ਹਾਲ ਲਿਖਿਆ ਹੈ ਤੇ ਹੋਰ ਮੈਂ ਜਿਹੜੀ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਜਿਹੜੇ ਮਾਮਲਾਤ ਸਨ ਉਹਨਾਂ ਚੋਂ ਵੀ ਕੋਈ ਨਹੀਂ ਲੁਕਾਇਆ, ਉਹ ਵੀ ਦੱਸਦੇ ਨੇ ਸਾਰਿਆਂ ਨੂੰ। ਉਹ ਪਹਿਲੇ ਜਿਹੜੀ ਹਿੱਸਾ ਛਪਿਆ ਸੀ ਤੇ ਉਹਦੇ ਉੱਤੇ ਲੋਕਾਂ ਦਾ ਇਤਰਾਜ਼ ਸੀਗਾ ਕਿ ਤੁਸੀਂ ਆਪਣੀਆਂ ਗੱਲਾਂ ਲੁਕਾ ਗਏ ਹੋ, ਤੇ ਉਹ ਮੈਂ ਹੁਣ ਇਹਦੇ ਵਿੱਚ ਲਿਖ ਦਿੱਤੀਆਂ ਨੇ। ਮਤਲਬ ਆਪਣੇ ਵੱਲੋਂ ਡੰਡੀ ਮਾਰ ਰਹੇ ਹੋ। ਹਾਂ, ਉਹਨਾਂ ਨੇ ਕਿਹਾ ਸੀ ਜੀ ਤੁਸੀਂ ਆਪਣੇ ਇਸ਼ਕਾਂ ਦੀ ਕਹਾਣੀ ਨਹੀਂ ਲਿਖੀ ਤੇ। ਅੱਛਾ ਅੱਛਾ। ਇਹ ਕਾਸ਼ਫ ਨਦੀਮ ਸਾਹਿਬ ਪੁੱਛ ਰਹੇ ਨੇ, ਉਹ ਕਹਿੰਦੇ ਨੇ ਮੀਆਂ ਮੁਹੰਮਦ ਬਖਸ਼ ਸਾਹਿਬ ਸਰਾਇਕੀ ਸਨ, ਵੀ ਸਰਾਇਕੀ ਨੂੰ ਅਸੀਂ ਤੇ ਲਹਿਜਾ ਵੀ ਨਹੀਂ ਮੰਨਣ ਨੂੰ ਤਿਆਰ, ਤੁਸੀਂ ਸਰਾਇਕੀ ਬਣਾਈ ਜਾਂਦੇ ਹੋ ਨਾ। ਚਲੋ ਖੈਰ, ਡਾਕਟਰ ਸਾਹਿਬ ਜੀ ਵੀਰਾਂ ਨੇ, ਬਹੁਤ ਸਾਰੇ ਵੀਰਾਂ ਨੇ ਤੁਹਾਨੂੰ ਮੁਹੱਬਤ ਭਰਿਆ ਸਲਾਮ ਦਿੱਤਾ ਹੈ। ਸਾਡੇ ਅਮਾਰ ਮਸ਼ਰੀ ਤੁਹਾਡੇ ਸਟੂਡੈਂਟ ਨੇ, ਉਹਨਾਂ ਵੀ ਬਹੁਤ ਸਲਾਮ ਦਿੱਤਾ ਤੁਹਾਨੂੰ। ਹਾਂਜੀ, ਉਹ ਤੇ ਮੇਰੇ ਪੁਰਾਣੇ ਸੱਜਣ ਨੇ। ਹਾਂਜੀ ਤੇ ਚਲੋ ਫਿਰ ਠੀਕ ਹੈ, ਓਕੇ जी डॉक्टर साहब, थैंक यू वेरी मच, बहुत बहुत शुक्रिया, रब सलामत रखे। थैंक यू वेरी मच। फिर कोई सवाल इकट्ठे होए तो फिर सानू मौका देना कि असी तुहाडे कोलों आगाही हासिल कर। बहुत बिल्कुल बिल्कुल, बड़ी मेहरबानी, बहुत शुक्रिया, थैंक यू जी। थैंक यू। लो वीरो, डॉक्टर साहब दे ਜ਼ਰੂਰੀ ਨਹੀਂ ਹੁੰਦਾ ਜਦੋਂ ਅਸੀਂ ਕਿਸੇ ਨਾਲ ਗੱਲ ਕਰਨੇ, ਇੰਟਰਵਿਊ ਕਰਨੇ, ਤੇ ਸਾਰੇ ਸਵਾਲ ਸਾਡੀ ਮਰਜ਼ੀ ਦੇ, ਸਾਰੇ ਜਵਾਬ ਸਾਡੀ ਮਰਜ਼ੀ ਦੇ ਸਾਨੂੰ ਸੁਣਨ ਨੂੰ ਮਿਲਣ। ਕੁਝ ਸਵਾਲ ਸਾਡੀ ਮਰਜ਼ੀ ਦੇ ਹੁੰਦੇ ਨੇ, ਕੁਝ ਸਾਡੀ ਮਰਜ਼ੀ ਦੇ ਮੁਤਾਬਿਕ ਨਹੀਂ ਵੀ ਹੁੰਦੇ, ਲੇਕਿਨ ਇਹ ਤੁਸੀਂ ਅੱਗੇ ਇਹਨਾਂ ਨੂੰ ਟੈਲੀ ਕਰਨਾ ਹੁੰਦਾ ਤਾਰੀਖ ਨਾਲ, ਔਰ ਆਪਣੇ ਤੌਰ ਤੇ ਫਿਰ ਇੱਕ ਨਤੀਜਾ ਅਖਜ਼ ਕਰਨਾ ਹੁੰਦਾ। ਅੱਜ ਦਾ ਇੱਥੋਂ ਤੱਕ ਹੀ ਸੀ। ਇਨਸ਼ਾਅੱਲਾ ਫਿਰ ਕਿਸੇ ਹੋਰ ਮਹਿਮਾਨ ਨਾਲ ਆਵਾਂਗੇ ਤੇ ਕੋਈ ਨਵੇਂ ਮੌਜੂ ਤੇ ਨਵੇਂ ਟੌਪਿਕ ਤੇ ਗੱਲਬਾਤ ਕਰਾਂਗੇ।